हाँ जी, सत श्री अकाल जी साਰਿਆਂ ਨੂੰ। ਆਪਣੀ ਖੇਤੀ ਨਾਲ ਜਿੰਨੇ ਵੀ ਕਿਸਾਨ ਵੀਰ ਹਲਕ ਜੁੜੇ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ श्री अकाल ਜੀ। ਤੇ 올림픽 ਸਕਿਨ ਦੇ ਅੱਜ ਆਪਾਂ ਗੱਲਬਾਤ ਕਰਨੀ ਹੈ। ਵਾਕਈ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਦੇਖੇ ਨਹੀਂ ਜਾ ਰਹੇ, ਕਿਉਂਕਿ ਪਸ਼ੂ ਪਾਲਕਾਂ ਦਾ ਜਿਹੜਾ ਪਸ਼ੂਆਂ ਦੇ ਨਾਲ ਪਿਆਰ ਬੜਾ ਹੁੰਦਾ, ਇੱਕ ਘਰ ਦਾ ਜੀ ਹੁੰਦਾ। ਜਦੋਂ ਉਸ ਤਰ੍ਹਾਂ ਡੈਥ ਹੋਣ ਲੱਗ ਜਾਂਦੀਆਂ ਤਾਂ ਤਸਵੀਰਾਂ ਵੀ ਅਸੀਂ ਦੇਖੀਆਂ ਸੋਸ਼ਲ ਮੀਡੀਆ ਤੇ, ਤਾਂ ਜਿਹੜੀਆਂ ਤਸਵੀਰਾਂ ਪਸ਼ੂਆਂ ਦੀਆਂ ਦੇਖੀਆਂ ਆਪਾਂ ਉਹ ਬੜੀਆਂ ਵਿਚਲਿਤ ਕਰਦੀਆਂ ਹਨ ਜਦੋਂ ਕੋਈ ਇਸ ਤਰ੍ਹਾਂ ਪਸ਼ੂ ਦਾ ਨੁਕਸਾਨ ਹੋ ਜਾਂਦਾ। ਸੋ ਇਸੇ ਵਿਸ਼ੇ ਤੇ ਪਹਿਲਾਂ ਵੀ ਆਪਾਂ ਇੱਕ ਵੈਬੀਨਾਰ ਰੱਖਿਆ ਸੀ, ਦੁਬਾਰਾ ਫੇਰ ਅੱਜ ਇਸੇ ਵਿਸ਼ੇ ਤੇ ਕੁਝ ਕੁ ਸਵਾਲ ਅਜਿਹੇ ਸੀ ਕਿਸਾਨ ਵੀਰਾਂ ਦੇ, ਪਸ਼ੂ ਪਾਲਕਾਂ ਦੇ, ਜਿਹੜੇ ਕਿ ਅਜੇ ਵੀ ਸਾਡੇ ਕੋਲੇ ਪਹੁੰਚ ਰਹੇ ਸੀਗੇ, ਜਿਹਦੀ ਜਾਣਕਾਰੀ ਅਜੇ ਤੱਕ ਪਸ਼ੂ ਪਾਲਕਾਂ ਨੂੰ ਨਹੀਂ ਸੀਗੀ। ਸੋ ਕੋਸ਼ਿਸ਼ ਕਰਾਂਗੇ ਵੀ ਅੱਜ ਇਸ ਵੈਬੀਨਾਰ ਦੇ ਵਿੱਚ ਆਪਾਂ ਸਾਰੇ ਸਵਾਲ ਉਹਦੇ ਹੱਲ ਕਰ ਲਈਏ, ਤਾਂ ਜੋ ਜਿਹੜੇ ਵਾਕਈ ਪਸ਼ੂ ਪਾਲਕਾਂ ਦਾ ਵੀ ਇਹਦੇ ਵਿੱਚ ਕੋਈ ਉਹ ਨਹੀਂ ਹੈਗਾ, ਕਿਉਂਕਿ ਵਾਕਈ ਜਦੋਂ ਆਪਾਂ ਇੱਕ ਆਪਦੇ ਐਨੀਮਲ ਨੂੰ ਆਪਾਂ ਇੰਨਾ ਪਾਲਿਆ ਹੁੰਦਾ ਪਰ ਉਹਦੀ ਕਿਸੇ ਕਾਰਨ ਕਰਕੇ ਡੈਥ ਹੋ ਜੇ ਤਾਂ ਉਹ ਵਾਕਈ ਝੱਲਣਯੋਗ ਨਹੀਂ ਹੁੰਦੀ ਗੱਲ। ਸੋ ਇਸ ਵਿਸ਼ੇ ਤੇ ਪਹਿਲਾਂ ਮੈਂ ਜਾਣ ਪਛਾਣ ਕਰਾ ਦਾਂ ਜੀ। ਸਾਡੇ ਨਾਲ ਜੁੜੇ ਨੇ ਡਾਕਟਰ ਹਰੀਸ਼ ਕੁਮਾਰ ਵਰਮਾ ਜੀ, ਜਿਹੜੇ ਕਿ ਪ੍ਰਿੰਸੀਪਲ ਨੇ ਖਾਲਸਾ ਕਾਲਜ ਵੈਟਨਰੀ ਅਤੇ ਐਨੀਮਲ ਸਾਇੰਸ ਅੰਮ੍ਰਿਤਸਰ ਤੋਂ, ਤੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਵਿੱਚ ਵੀ ਡਾਇਰੈਕਟਰ ਐਕਸਟੈਂਸ਼ਨ ਵਜੋਂ ਕਾਫੀ ਲੰਬਾ ਸਮਾਂ ਉਹਨਾਂ ਨੇ ਸੇਵਾ ਨਿਭਾ ਚੁੱਕੇ ਨੇ। ਉਸ ਤੋਂ ਬਾਅਦ ਸਾਡੇ ਨਾਲ ਜੁੜੇ ਨੇ ਜੀ ਡਾਕਟਰ ਕੇਵਲ ਅਰੋੜਾ, ਪਸ਼ੂ ਪਾਲਣ ਵਿਭਾਗ ਪੰਜਾਬ ਤੋਂ ਰਿਟਾਇਰਡ ਹੋਏ ਨੇ। ਫੀਲਡ ਦਾ ਉਹਨਾਂ ਦਾ ਬੜਾ ਤਜਰਬਾ, ਬੜਾ ਹੀ ਫੀਲਡ ਦੇ ਵਿੱਚ ਵਿਚਰੇ ਨੇ ਪਸ਼ੂ ਪਾਲਕਾਂ ਦੇ ਨਾਲ। ਉਸ ਤੋਂ ਬਾਅਦ ਸਾਡੇ ਨਾਲ ਜੁੜੇ ਨੇ ਜੀ ਡਾਕਟਰ ਅਮਰਪ੍ਰੀਤ ਸਿੰਘ ਪੰਨੂ ਜੀ, ਜਿਹੜੇ ਕਿ ਅੰਮ੍ਰਿਤਸਰ ਦੇ ਵਿੱਚ ਪਸ਼ੂ ਪਾਲਣ ਵਿਭਾਗ ਦੇ ਤੌਰ ਤੇ ਵਿੱਚ ਵੈਟਨਰੀ ਅਫਸਰ ਵਜੋਂ ਸੇਵਾਵਾਂ ਨਿਭਾ ਰਹੇ ਨੇ। ਸੋ ਮੈਂ ਰਿਕੁਐਸਟ ਕਰੂੰਗਾ ਡਾਕਟਰ ਸਾਹਿਬ, ਆਪਾਂ ਫੇਸਬੁੱਕ ਪੇਜ ਤੇ ਲਾਈਵ ਚੱਲ ਰਿਹਾ, ਜਿਹੜੇ ਕਿਸਾਨ ਵੀਰਾਂ ਦੇ ਕੋਈ ਸਵਾਲ ਹੋਏ ਸਾਨੂੰ ਵੀਡੀਓ ਦੇ ਵਿੱਚ ਕਮੈਂਟ ਕਰ ਦਿਓ, ਅਸੀਂ ਕੋਸ਼ਿਸ਼ ਕਰਾਂਗੇ ਇਸੇ ਲਾਈਵ ਚੱਲਦੇ ਚੱਲਦੇ ਜੀ ਤੁਹਾਨੂੰ ਉਹਦੇ ਜਵਾਬ ਦਵਾਏ ਜਾਣ। ਸੋ ਮੈਂ ਰਿਕੁਐਸਟ ਕਰੂੰਗਾ ਡਾਕਟਰ ਕੇਵਲ ਅਰੋੜਾ ਜੀ, ਜਿਹੜਾ ਆਪਾਂ ਅੱਜ ਦਾ ਵੈਬੀਨਾਰ ਸ਼ੁਰੂ ਕਰੀਏ ਜੀ। ਮਿਹਰਬਾਨੀ ਜੀ। ਸਭ ਤੋਂ ਪਹਿਲਾਂ ਜੀ ਆਖਦਾ ਹਾਂ ਡਾਕਟਰ ਵਰਮਾ ਜੀ ਔਰ ਡਾਕਟਰ ਪੰਨੂ ਜੀ, ਬਹੁਤ ਬਹੁਤ ਧੰਨਵਾਦ। ਡਾਕਟਰ ਸਾਹਿਬ ਤੁਹਾਨੂੰ ਜੀ ਆਇਆਂ ਆਖਦਾ ਹੋਇਆ ਜਿਹੜੇ ਸਾਡੇ ਨਾਲ ਸਰੋਤੇ ਜੁੜੇ ਨੇ ਉਹਨਾਂ ਨੂੰ ਮੈਂ ਦੱਸ ਦਿਆਂ, ਕਈ ਵਾਰ ਅਸੀਂ ਸਹਿਜ ਸੁਭਾਅ ਕਮੈਂਟ ਕਰ ਦਿੰਦੇ ਹਾਂ ਕਿ ਜਿਹੜੇ ਐਕਸਪਰਟ ਆ ਸ਼ਾਇਦ ਏਸੀ ਕਮਰਿਆਂ 'ਚ ਰਹਿ ਕੇ ਜ਼ਿੰਦਗੀ ਕੱਟਣ ਵਾਲੇ ਲੋਕ ਨੇ। ਪਰ ਦੋਸਤੋ, ਅਸੀਂ ਤੁਹਾਡੇ ਨਾਲ ਜੇਠ ਹਾੜ ਪੋਹ ਮਾਘ ਸਾਰੇ ਜਿਹੜੀਆਂ ਰੁੱਤਾਂ ਹੰਢਾਈਆਂ, ਜ਼ਿੰਦਗੀ ਦਾ ਪਲ ਪਲ ਤੁਹਾਨੂੰ ਦਿੱਤਾ ਔਰ ਤੁਹਾਡੀਆਂ ਦੁੱਖ ਤਕਲੀਫਾਂ ਨੂੰ ਸਮਝਦੇ ਹੋਏ ਇਹ ਜਿਹੜੇ ਸੈਮੀਨਾਰ ਅਸੀਂ ਕਰਵਾਉਣ ਜਾ ਰਹੇ ਹਾਂ। ਦੂਸਰੀ ਗੱਲ ਇਹ ਹੈ ਕਿ ਜਿਹੜਾ ਸਾਡੇ ਵਾਸਤੇ ਦੀ ਗੱਲ ਹੁੰਦੀ ਹੈ ਕਿ ਅਸੀਂ ਟੈਕਨੀਕਲ ਜਿਹੜਾ ਬਿਮਾਰੀ ਜੇ ਆ ਜਾਂਦੀ ਹੈ ਉਹਦੇ ਬਾਰੇ ਤੁਹਾਨੂੰ ਜਾਣੂ ਕਰਵਾਈਏ, ਉਹਦਾ ਇਲਾਜ ਕੀ ਹੋ ਸਕਦਾ, ਉਹਦਾ ਬਚਾਅ ਕੀ ਹੋ ਸਕਦਾ, ਉਹਦਾ ਨੁਕਸਾਨ ਘੱਟ ਤੋਂ ਘੱਟ ਕੀ ਹੋ ਸਕਦਾ, ਉਹਦੇ ਬਾਰੇ ਜਾਣੂ ਕਰਵਾਈਏ। ਪਰ ਜਿਹੜੇ ਦੂਸਰੇ ਮੈਂ ਦੇਖ ਰਿਹਾ, ਇੱਕ ਦੋ ਕਮੈਂਟ ਮੈਂ ਦੇਖੇ ਸੀ ਕਿ ਸਰਕਾਰ ਦੀ ਮਦਦ ਵਾਲੇ, ਉਹ ਸਾਡੇ ਵਿਸ਼ੇ ਨਹੀਂ, ਨਾ ਸਾਡੇ ਵੱਸ ਦੀ ਗੱਲ ਹੈ। ਸੋ ਅਸੀਂ ਜਿਹੜਾ ਤੁਹਾਡੇ ਨਾਲ ਖੜੇ ਹਾਂ ਇਸ ਦੁੱਖ ਦੀ ਘੜੀ ਦੇ ਵਿੱਚ ਤੁਹਾਨੂੰ ਗਾਈਡ ਕਰਨ ਵਾਸਤੇ, ਕਿਉਂਕਿ ਜੇ 1950 ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਦੁਨੀਆ ਦੀ ਆਬਾਦੀ ਬਹੁਤ ਘੱਟ ਸੀ। ਇਹ ਨਹੀਂ ਸੀ ਕਿ ਆਦਮੀ ਜਾਂ ਇਸਤਰੀਆਂ ਨਹੀਂ ਸੀ, ਪਰ ਬਿਮਾਰੀਆਂ ਬਹੁਤ ਪੈਂਦੀਆਂ ਸੀ, ਬਹੁਤ ਵਿਨਾਸ਼ ਹੁੰਦਾ ਸੀ। ਔਰ 1918-19 ਦੇ ਵਿੱਚ ਜਿਹੜੀ ਕੱਤੇ ਵਾਲੀ ਬਿਮਾਰੀ ਲੋਕ ਸਾਡੇ ਕਹਿੰਦੇ ਆ, ਬਹੁਤ ਸਾਰੇ ਘਰ ਖਾਲੀ ਹੋ ਗਏ ਸੀ। ਪਰ ਜਿਵੇਂ ਜਿਵੇਂ ਸਾਇੰਸ ਨੇ ਡਿਵੈਲਪ ਕੀਤਾ ਉਵੇਂ ਉਵੇਂ ਇਲਾਜ ਨਿਕਲੇ ਤੇ ਜਿਹੜੀ ਮਨੁੱਖਤਾ ਦੀ ਜਿਹੜੀ ਜ਼ਿੰਦਗੀ ਹੈ, ਬੇਸ਼ੱਕ ਇਲਾਜ ਦੇ ਸਿਰ ਤੇ ਬਹੁਤ ਚੱਲ ਰਹੀ ਹੈ, ਪਰ ਇਹਦੇ ਵਿੱਚ ਸਾਇੰਸ ਦਾ ਬਹੁਤ ਵੱਡਾ ਯੋਗਦਾਨ ਹੈ। ਸੋ ਸਾਡਾ ਕੰਮ ਹੈ ਸਾਇੰਸਦਾਨਾਂ ਤੋਂ ਤੁਹਾਡੇ ਲੋਕਾਂ ਤੱਕ ਜਿਹਨੂੰ ਕਹਿੰਦੇ ਲੈਬ ਟੂ ਲੈਂਡ ਲੈ ਕੇ ਆਉਣਾ। ਸੋ ਉਹੀ ਗੱਲ ਅੱਜ ਅਸੀਂ ਵਿਚਾਰ ਰਹੇ ਹਾਂ। ਸੋ ਇੰਨੀਆਂ ਗੱਲਾਂ ਕਰਦਾ ਹੋਇਆ ਮੈਂ ਡਾਕਟਰ ਸਾਹਿਬ ਡਾਕਟਰ ਵਰਮਾ ਜੀ ਨੂੰ ਬੇਨਤੀ ਕਰਾਂਗਾ ਕਿ ਡਾਕਟਰ ਸਾਹਿਬ ਜਿਹੜੀ ਇਹ ਲੰਪੀ ਸਕਿਨ ਡਿਜ਼ੀਜ਼ ਕੀ ਹੈ ਔਰ ਕਿਹੜੇ ਕਿਹੜੇ ਜਾਨਵਰਾਂ ਨੂੰ ਇਹ ਹੁੰਦੀ ਹੈ, ਇਹ ਜਿਹੜੇ ਦੋ ਕੁਐਸਚਨ ਮੈਂ ਇਕੱਠੇ ਤੁਹਾਨੂੰ ਕਰ ਰਿਹਾ ਤਾਂ ਕਿ ਆਪਾਂ ਉਸ ਤੋਂ ਬਾਅਦ ਜਿਹੜੇ ਹੋਰ ਵੀ ਸਵਾਲ ਲੈਂਦੇ ਰਹੀਏ। ਸੋ ਕਾਫੀ ਕੁਝ ਬੇਸ਼ੱਕ ਹੋ ਰਿਹਾ, ਪਰ ਡਾਕਟਰ ਸਾਹਿਬ ਦਾ ਸਮਝਾਉਣ ਦਾ ਤਰੀਕਾ ਮੈਨੂੰ ਪਤਾ ਵੱਖਰਾ। ਇਸੇ ਤਰ੍ਹਾਂ ਡਾਕਟਰ ਪੰਨੂ ਵੀ ਬਹੁਤ ਮਿਹਨਤ ਕਰ ਰਹੇ ਨੇ। ਸੋ ਮੈਂ ਸਭ ਤੋਂ ਪਹਿਲਾਂ ਇਹੀ ਸਵਾਲ ਜਿਹੜਾ ਤੁਹਾਡੇ ਵਾਸਤੇ ਡਾਕਟਰ ਵਰਮਾ ਜੀ ਵਾਸਤੇ ਕਿ ਇਹ ਬਿਮਾਰੀ ਕੀ ਹੈ ਤੇ ਕਿਹੜੇ ਕਿਹੜੇ ਜਾਨਵਰਾਂ ਨੂੰ ਹੁੰਦੀ ਹੈ। ਬਹੁਤ ਬਹੁਤ ਧੰਨਵਾਦ ਡਾਕਟਰ ਅਰੋੜਾ ਜੀ।
ਸਭ ਤੋਂ ਪਹਿਲੇ ਕਿਉਂਕਿ ਅੱਜ ਜਿਹੜਾ ਦਿਹਾੜਾ ਹੈਗਾ ਆਪਾਂ 75ਵਾਂ ਆਜ਼ਾਦੀ ਦਿਵਸ ਮਨਾ ਰਹੇ ਹਾਂ, ਇਸ ਕਰਕੇ ਮੈਂ ਸਾਰੇ ਪੈਨਲਿਸਟ ਨੂੰ, ਡਾਕਟਰ ਅਰੋੜਾ, ਡਾਕਟਰ ਪੰਨੂ, ਜਗਸੀਰ ਜੀ ਤੇ ਹੋਰ ਵੀ ਟੀਮ ਜਿਹੜੀ ਆਪਣੀ ਖੇਤੀ ਦੀ ਜਿਹੜੀ ਇੱਥੇ ਟੀਮ ਜੁੜੀ ਹੈ ਉਹਨਾਂ ਨੂੰ, ਤੇ ਸਾਡੇ ਸ਼ਰੋਤਾਵਾਂ ਨੂੰ, ਸਾਡੇ ਨਾਲ ਫੇਸਬੁੱਕ ਤੇ ਲਾਈਵ ਤੇ ਜੁੜੇ ਹੋਏ ਜਿਹੜੇ ਵੀ ਸਾਡੇ ਪਸ਼ੂ ਪਾਲਕ ਕਿਸਾਨ ਵੀਰ ਹੈਗੇ ਉਹਨਾਂ ਨੂੰ 75ਵੇਂ ਆਜ਼ਾਦੀ ਦਿਵਸ ਦੀ ਭਾਰਤ ਦੀ ਵਧਾਈ ਦਿੰਦਾ ਹੈ ਤੇ ਸਭ ਦਾ ਇਸ ਪ੍ਰੋਗਰਾਮ 'ਚ ਸਵਾਗਤ ਵੀ ਕਰਦਾ ਹੈ ਤੇ ਧੰਨਵਾਦ ਵੀ ਕਰਦਾ ਹੈ ਆਪਣੀ ਖੇਤੀ ਵਾਲਿਆਂ ਨੂੰ ਕਿ ਇਹਨਾਂ ਨੇ ਸਾਨੂੰ ਇੱਥੇ ਪਬਲਿਕ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ। ਜਿਵੇਂ ਹਰ ਪਾਸੇ ਵੇਖੋ ਤੇ ਜੇ ਅਖਬਾਰ ਚੱਕੋ ਜਾਂ ਤੁਸੀਂ WhatsApp ਦੀ ਗੱਲ ਕਰੀਏ, ਮੀਡੀਆ ਵੀ ਭਰਿਆ ਹੋਇਆ ਕਿ ਲੰਪੀ ਸਕਿਨ ਡਿਜ਼ੀਜ਼, ਜਿਹੜੀ ਕਿ ਲੰਪੀ ਚਮੜੀ ਦਾ ਰੋਗ ਜਾਂ ਗੰਢਾਂ ਦਾ ਰੋਗ, ਇਹਦੇ ਬਾਰੇ ਬਹੁਤ ਚਰਚਾ ਹੋ ਰਹੀ ਹੈ ਤੇ ਸਾਡੇ ਕਿਸਾਨ ਵੀਰ ਬਹੁਤ ਪਰੇਸ਼ਾਨ ਨੇ, ਪਸ਼ੂ ਪਾਲਕ ਤੇ ਹੜਕੰਪ ਮਚਿਆ ਹੈ ਤੇ ਇਹਨੂੰ ਕਿਵੇਂ ਆਪਾਂ ਜਿਹੜੀ ਇਹ ਦੁੱਖ ਦੀ ਘੜੀ ਹੈ, ਜਿਵੇਂ ਡਾਕਟਰ ਅਰੋੜਾ ਜੀ ਨੇ ਵੀ ਕਿਹਾ ਵੀ ਇਹਨੂੰ ਆਪਾਂ ਕਿਵੇਂ ਇਹਨਾਂ ਦੇ ਮੋਢੇ ਨਾਲ ਮੋਢਾ ਮਿਲਾ ਕੇ ਇਹਨਾਂ ਦੀ ਮਦਦ ਕਰ ਸਕਦੇ ਹਾਂ। ਸਾਨੂੰ ਇੱਥੇ ਸਮਝਣ ਦੀ ਲੋੜ ਹੈ, ਜਿਹੜਾ ਪਹਿਲਾਂ ਇਹਨਾਂ ਨੇ ਮੁੱਖ ਮੁੱਢਲਾ ਸਵਾਲ ਪੁੱਛਿਆ ਹੈਗਾ ਕਿ ਇਹ ਜਿਹੜੀ ਇੱਕ ਛੂਤ ਦੀ ਵਿਸ਼ਾਣੂ ਰੋਗ, ਜਿਵੇਂ ਹੁਣੀ ਪਿੱਛੇ ਕਰੋਨਾ ਆਇਆ ਸੀ, ਮਹਾਮਾਰੀ ਜਿਹਦੀ ਪਈ ਸੀ, ਉਹ ਵੀ ਇੱਕ ਵਾਇਰਸ ਸੀਗਾ, ਉਵੇਂ ਹੀ ਇਹ ਵੀ ਇੱਕ ਵਿਸ਼ਾਣੂ ਵਾਇਰਸ ਹੈਗਾ, ਛੂਤ ਦੀ ਬਿਮਾਰੀ ਹੈ। ਕੈਪਰੀਪੌਕਸ ਵਾਇਰੇਡੀ ਫੈਮਿਲੀ ਹੈਗੀ, ਉਹਦਾ ਇੱਕ ਇਹ ਵਾਇਰਸ ਹੈ ਉਸ ਫੈਮਿਲੀ ਦਾ। ਤੇ ਇਹਦੇ ਚ ਕੀ ਹੁੰਦਾ ਹੈਗਾ, ਕਿਉਂਕਿ ਵਾਇਰਸ ਜਦ ਆ ਗਿਆ, ਪਹਿਲੇ ਤਾਂ ਮੈਂ ਇਹ ਦੱਸਣਾ ਚਾਹੁੰਦਾ ਕਿ ਇਹ ਬਿਮਾਰੀ ਕਾਫੀ ਪੁਰਾਣੀ ਹੈ। ਇਹ 80 ਸਾਲ ਪਹਿਲੇ ਵੀ, 80-90 ਸਾਲ ਵੀ ਇਹ 1929 ਚ ਜਾਂਬੀਆ ਚ ਸਾਊਥ ਅਫਰੀਕਾ ਚ ਫੈਲੀ ਸੀ। ਉੱਥੋਂ ਫਿਰ ਇਹ ਦੁਬਾਰਾ ਕੀ ਕਹਿੰਦੇ 2012 ਤੋਂ ਫਿਰ ਇਹਨੇ ਦੁਬਾਰਾ ਆਊਟਬ੍ਰੇਕ ਹੋਈ ਤੇ ਉੱਥੋਂ ਅਫਰੀਕਾ ਤੋਂ ਫਿਰ ਮਿਡਲ ਈਸਟ ਚ ਚਲੀ ਗਈ, ਉੱਥੋਂ ਯੂਰਪ ਚਲੀ ਗਈ, ਸਾਊਥ ਏਸ਼ੀਆ ਚ ਤੇ ਹੁਣ ਬੰਗਲਾਦੇਸ਼, ਪਾਕਿਸਤਾਨ, ਚਾਈਨਾ ਹੁੰਦੀ ਹੋਈ ਹਿੰਦੁਸਤਾਨ ਚ ਹੁਣ ਆਈ ਹੈ। ਤੇ ਇੱਕ ਗੱਲ ਮੈਂ ਇੱਥੇ ਦੱਸਣਾ ਚਾਹੁੰਦਾ ਕਿ 2019 ਚ ਜਿਹੜੀ ਸਾਡੀ ਹਾਈ ਸਿਕਿਉਰਿਟੀ ਲੈਬ ਹੈਗੀ ਆ ਭੋਪਾਲ ਚ, ਉਹਨਾਂ ਨੇ ਇਹਦੀ ਪੁਸ਼ਟੀ ਕੀਤੀ ਸੀ ਕਿ ਹਿੰਦੁਸਤਾਨ ਵਿੱਚ ਵੀ ਇਹ ਬਿਮਾਰੀ ਜਿਹੜੀ 2.5 ਸਾਲ ਪਹਿਲੇ 2019 ਅਗਸਤ ਚ ਆ ਗਈ ਸੀ ਤੇ ਉਹਨਾਂ ਨੇ ਕਨਫਰਮ ਕਰਤਾ ਸੀ। ਉਦੋਂ ਇਹ ਉੜੀਸਾ, ਗੁਜਰਾਤ ਚ ਵੇਖੀ ਗਈ ਸੀ ਤੇ ਉੱਥੋਂ ਕਰਦੇ ਕਰਦੇ ਆਪਾਂ ਨੇ ਕੋਈ ਇਹੋ ਜਿਹੀ ਕੋਈ ਜ਼ਿਆਦਾ ਤਿਆਰੀ ਨਹੀਂ ਕਰ ਸਕੇ ਜਾਂ ਹੋਰ ਕਰੋਨਾ ਕਰਕੇ ਬਹੁਤ ਸਾਨੂੰ ਸਮੱਸਿਆਵਾਂ ਸੀਗੀਆਂ ਤੇ ਹੁਣ ਇਹਨੇ ਭਿਆਨਕ ਰੂਪ ਲੈ ਲਿਆ ਤੇ ਹੁਣ ਸਾਨੂੰ ਸਮਝਣ ਦੀ ਲੋੜ ਹੈ, ਸਾਨੂੰ ਇਹਦੇ ਨਾਲ ਨਜਿੱਠਣ ਦੀ ਲੋੜ ਹੈ, ਡਰਨ ਦੀ ਲੋੜ ਨਹੀਂ। ਤੇ ਇਹ ਜਿਹੜੀ ਬਿਮਾਰੀ ਹੈ ਇਹ ਰੂਟ ਲੈਂਦਾ ਹੋਇਆ ਮਤਲਬ ਕਿ ਏਦਾਂ ਹਿੰਦੁਸਤਾਨ ਚ ਆਈ ਹੈ। ਇਹਦੇ ਚ ਪਹਿਲੇ ਜਿਹੜੀ ਹੈਗੀ ਹੈ ਜੇ ਕਿ ਇਹ ਦੋ ਤਰ੍ਹਾਂ ਦੀ ਹੁੰਦੀ ਹੈ, ਜਿਵੇਂ ਕਹਿੰਦਾ ਮਤਲਬ ਇੱਕ ਤਾਂ ਸਧਾਰਨ ਜੀ ਹਲਕੀ ਬਿਮਾਰੀ ਜਿਹਦੇ ਚ ਜ਼ਿਆਦਾ ਜਿਹੜਾ ਪਸ਼ੂ ਤੇ ਜ਼ੋਰ ਨਹੀਂ ਪੈਂਦਾ, ਉਹ ਉਹਨਾਂ ਚ ਜਿਨ੍ਹਾਂ ਦੀ ਇਮਿਊਨਿਟੀ ਸਟਰੋਂਗ ਹੈ, ਜਿਨ੍ਹਾਂ ਨੂੰ ਆਪਾਂ ਚੰਗਾ ਜਿਹੜੇ ਸੰਤੁਲਿਤ ਖੁਰਾਕ ਦਿੱਤੀ ਹੈ, ਸਿਹਤ ਜਿਨ੍ਹਾਂ ਦੀ ਵਧੀਆ ਹੈ, ਉਹ ਵਾਇਰਸ ਨਾਲ ਮੁਕਾਬਲਾ ਕਰ ਲੈਂਦੇ ਹੈਗੇ ਆ। ਤੇ ਦੂਜੀ ਜਿਨ੍ਹਾਂ ਚ ਕੀ ਹੈ, ਜੋ ਕੋਈ ਕਮਜ਼ੋਰ ਜਾਨਵਰ ਹੈ, ਕੋਈ ਹੋਰ ਬਿਮਾਰੀ ਨਾਲ ਚੱਲਦੀ ਪਈ ਹੈ, ਉਹ ਫਿਰ ਥੋੜੇ ਜਿਹੇ ਉਹਨਾਂ ਚ ਜ਼ਿਆਦਾ ਭਿਅੰਕਰ ਰੂਪ ਵੇਖਿਆ ਵੀ ਗਿਆ ਹੈ ਤੇ ਮੌਤਾਂ ਵੀ ਹੋ ਰਹੀਆਂ ਨੇ। ਸਭ ਤੋਂ ਪਹਿਲੇ ਤਾਂ ਇਹ ਬਿਮਾਰੀ ਜਿਹੜੀ ਹੈਗੀ ਹੈ ਇਹ ਗਾਵਾਂ ਤੇ ਮੱਝਾਂ ਦੀ ਹੋਣ ਵਾਲੀ ਬਿਮਾਰੀ ਹੈ। ਗਾਵਾਂ 'ਚ ਵੀ ਸਾਨੂੰ ਸਮਝਣ ਦੀ ਲੋੜ ਹੈ, ਦੋਗਲੀ ਗਾਵਾਂ ਜਿਹੜੀਆਂ ਕਿ ਕ੍ਰਾਸਬੈਡ ਜਿਹਨੂੰ ਆਪਾਂ ਕਹਿੰਦੇ ਹੈਗੀਆਂ, ਕਾਫੀ ਜਿਹੜੀ ਹੈ ਹੁਣ ਆਪਾਂ 90% ਤੱਕ ਜਿਹੜੀ ਹੈ ਪਿਓਰ ਵੱਲ ਨੂੰ ਤੁਰ ਪਏ ਹੈ, ਉਹ ਪੰਜਾਬ 'ਚ ਕਾਫੀ ਹੈਗੀਆਂ ਤੇ ਉਹਨਾਂ ਤੇ ਇਹ ਜ਼ਿਆਦਾ ਮਾਰੂ ਅਸਰ ਕਰ ਰਹੀ ਹੈ ਤੇ ਮੱਝਾਂ 'ਚ ਵੀ ਹੋ ਰਹੀ ਹੈ। ਸਾਡਾ ਆਪਣਾ ਦੇਸੀ ਲਵੇਰਾ ਇੰਡੀਜਨਸ ਜਿਹੜੀਆਂ ਬਰੀਡਸ ਆ ਉਹਨਾਂ 'ਚ ਘੱਟ ਹੋ ਰਹੀ ਹੈ, ਪਰ ਦੋਗਲੀ 'ਚ ਤੇ ਪਿਓਰ ਗਾਵਾਂ 'ਚ ਇਹ ਬਹੁਤ ਹੋ ਰਹੀ ਹੈ। ਨਾਲ ਹੁਣ ਮੱਝਾਂ 'ਚ ਵੀ ਇਹਨੇ ਆਪਣਾ ਰੂਪ ਦਿਖਾ ਰਹੀ ਹੈ ਇਹ ਬਿਮਾਰੀ। ਇਹਦੇ 'ਚ ਕੀ ਹੁੰਦਾ, ਚਮੜੀ 'ਚ ਪਹਿਲੇ ਸਰੀਰ ਦੇ ਚਮੜੀ ਤੇ ਮਤਲਬ ਕਿ ਨੋਡਿਊਲ ਜਾਂ ਗੰਢਾਂ ਜੀ ਬਣ ਜਾਂਦੀਆਂ ਛੋਟੀਆਂ 2, 3, 4, 5 ਸੈਂਟੀਮੀਟਰ ਦੀਆਂ, ਫਿਰ ਉਹ ਵੱਧਦੀਆਂ ਹੈਗੀਆਂ। ਉਹਦੇ ਨਾਲ ਹੀ ਬੁਖਾਰ ਹੋ ਜਾਂਦਾ, 105, 106 ਤੱਕ ਬੁਖਾਰ ਹੋ ਜਾਂਦਾ ਹੈਗਾ ਤੇ ਪਸ਼ੂ ਪੱਠੇ ਛੱਡ ਦਿੰਦਾ ਹੈਗਾ ਕਿਉਂਕਿ ਬੁਖਾਰ ਹੈਗਾ, ਤੇ ਨਾਲ ਹੀ ਦੁੱਧ ਦੀ ਪੈਦਾਵਾਰ ਘਟ ਜਾਂਦੀ, ਪੱਠੇ ਛੱਡਦੇ ਤੇ ਦੁੱਧ ਘਟ ਹੀ ਜਾਣਾ ਹੈਗਾ। ਤੇ ਉਸ ਤੋਂ ਅਗਲੇ ਰੂਪ 'ਚ ਕੀ ਹੁੰਦਾ ਹੈਗਾ, ਅੱਖਾਂ ਤੋਂ ਨੱਕ ਤੋਂ ਜਿਹੜਾ ਹੈਗਾ ਡਿਸਚਾਰਜ ਵਗਦਾ ਹੈਗਾ, ਰੇਸ਼ਾ ਵਗਦਾ ਹੈਗਾ ਤੇ ਅੰਦਰ ਕਈ ਵਾਰ ਨੱਕ 'ਚ ਮੂੰਹ 'ਚ ਜ਼ਖਮ ਹੋ ਜਾਂਦੇ ਹੈਗੇ। ਅਗਲੇ ਬਾਹੂਆਂ 'ਚ ਬ੍ਰਿਸਕਟ ਐਡੀਮਾ ਉਹ ਵੇਖਿਆ ਗਿਆ, ਪਿੱਛੇ ਲੱਤਾਂ ਸੁੱਜ ਜਾਂਦੀਆਂ, ਚੱਡੇ 'ਚ ਵੀ ਕਈ ਵਾਰ ਇਹ ਜਿਹੜੀਆਂ ਗੰਢਾਂ ਜੀਆਂ ਵੇਖੀਆਂ ਜਾਂਦੀਆਂ ਹੈਗੀਆਂ। ਇਹ ਬਿਮਾਰੀ ਜਿਹੜੀ ਹੈਗੀ ਹੈ ਕਿ ਇਹਦੀ ਹੱਲੇ ਕਿ ਮੈਂ ਇਹ ਦੱਸਣਾ ਚਾਹੁੰਦਾ ਇੱਥੇ ਕਿ ਜਿਹੜੀ ਮੋਰਟੈਲਿਟੀ ਜਿਹੜੀ ਹੈਗੀ ਹੈ ਇਹ ਘੱਟ ਹੈਗੀ। ਜੇ ਆਪਣੇ ਕੋਲ ਆਪਾਂ ਐਵੇਂ ਸਮਝੀਏ ਜੇ 100 ਜਾਨਵਰ ਹੈਗੇ, 1 ਤੋਂ 5% ਤੱਕ ਆਪਾਂ 5% ਤੱਕ ਮੰਨ ਸਕਦੇ ਹਾਂ ਕਿ ਪਸ਼ੂਆਂ ਦੀ ਮੌਤ ਹੋ ਸਕਦੀ ਹੈ। ਪਰ ਜਿਹੜੀ ਬਿਮਾਰੀ ਹੋਣ ਦੀ ਦਰ ਹੈ, ਜੇ 100 ਜਾਨਵਰ ਹੈਗੇ ਆ 10, 20, 25 ਤੱਕ ਜਿਹੜੇ ਹੈ ਉਸ 'ਚ ਇਹ ਸਪਸ਼ਟ ਰੂਪ 'ਚ ਆ ਸਕਦੀ ਹੈ ਤੇ 1 ਤੋਂ 5 ਜਾਨਵਰ ਤੱਕ ਉੱਥੇ ਉਹ ਮਰ ਸਕਦੇ ਹੈਗੇ। ਪਰ ਇਹਦੇ 'ਚ ਸਾਡੇ ਜਿਹੜੇ ਪਸ਼ੂ ਪਾਲਕ ਨੂੰ
ਕਿਸਾਨ ਵੀਰ ਨੂੰ ਬਹੁਤ ਨੁਕਸਾਨ ਇਵੇਂ ਹੋ ਰਿਹਾ ਕਿਉਂਕਿ ਦੁੱਧ ਘਟ ਜਾਣਾ ਪਸ਼ੂ ਨੇ ਕੁਝ ਖਾਣਾ ਨਹੀਂ ਹੈਗਾ। ਦੂਜੇ ਪਾਸੇ ਫਿਰ ਚਮੜੀ ਉਹਦੀ ਮਾਰੀ ਹੋ ਗਈ, ਜਿਹੜਾ ਜਾਨਵਰ ਮਰ ਵੀ ਗਿਆ ਤੇ ਆਪਾਂ ਚਾਮੜੀ ਨੂੰ ਜਿਵੇਂ ਚਕਾਨੇ, ਚਮੜੀ ਮਾੜੀ ਹੋ ਗਈ, ਹਾਈਟ ਮਾੜਾ ਹੋ ਗਿਆ ਤੇ ਉੱਥੇ ਵੀ ਸਾਨੂੰ ਕੁਝ ਮਿਲਦਾ ਨਹੀਂ ਹੈਗਾ ਤੇ ਇਲਾਜ ਤੇ ਖਰਚਾ ਹੁੰਦਾ। ਕਹਿਣ ਦਾ ਮਤਲਬ ਕਿ ਇਹ ਇੰਨੀ ਮਾਰੂ ਬਿਮਾਰੀ ਨਹੀਂ, ਪਰ ਸਾਡਾ ਨੁਕਸਾਨ ਬਹੁਤ ਕਰ ਜਾਂਦੀ। ਇਸ ਕਰਕੇ ਸਾਨੂੰ ਜਿਹੜਾ ਮਾਲੀ ਸਾਡਾ ਪਸ਼ੂ ਪਾਲਕ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ ਤੇ ਇੱਕ ਵਿਸ਼ਾਣੂ ਰੋਗ ਹੈ, ਸਾਨੂੰ ਸਮਝਣ ਦੀ ਲੋੜ ਹੈ। ਇਹਦਾ ਆਪਾਂ ਜਿਹੜਾ ਸਾਨੂੰ ਮੁਕਾਬਲਾ ਕਰਨਾ ਪੈਣਾ, ਉਪਰਾਲੇ ਕਰਨੇ ਪੈਣੇ ਆ ਤੇ ਤਾਂ ਆਪਾਂ ਇਸ ਬਿਮਾਰੀ ਤੋਂ ਕਾਬੂ ਪਾਵਾਂਗੇ। ਕੋਈ ਵੈਕਸੀਨ ਵੀ ਆ ਰਹੀ ਹੈ, ਉਹਦੇ ਬਾਰੇ ਆਪਾਂ ਅੱਗੇ ਚਰਚਾ ਕਰਾਂਗੇ। ਸੋ ਡਾਕਟਰ ਸਾਹਿਬ ਤੁਸੀਂ ਥੋੜਾ ਜਿਹਾ ਹਿੰਟ ਤੇ ਦੇ ਹੀ ਦਿੱਤਾ ਕਿ ਵਿਸ਼ਾਣੂ ਰੋਗ ਹੈ, ਕਿਉਂਕਿ ਮੈਂ ਅਗਲਾ ਜਿਹੜਾ ਕੁਐਸਚਨ ਜਿਹੜਾ ਪੁੱਛਣ ਜਾ ਰਿਹਾ ਸੀ ਕਾਰਨ ਵਾਲਾ ਸੀ। ਚਲੋ ਇਹਦਾ ਥੋੜਾ ਵਿਸਤਾਰ ਵੀ ਦੇਵਾਂਗੇ ਤੇ ਇਹ ਅੱਜ ਕੱਲ ਦੇ ਮੌਸਮ 'ਚ ਕਿਉਂ ਫੈਲਦੀ ਹੈ ਇਹਦੇ ਬਾਰੇ ਵੀ ਜਿਹੜਾ ਠੀਕ ਹੈ। ਦੇਖੋ ਅੱਜ ਕੱਲ ਦਾ ਮੌਸਮ ਇੰਨਾ ਤਣਾਅ ਵਾਲਾ ਹੈ, ਸਟ੍ਰੈਸਫੁਲ ਹੈਗਾ। ਦੇਖੋ ਇੰਨੀ ਹਲੇ ਕਿ ਤਾਪਮਾਨ ਜਿਵੇਂ ਜਿਹੜਾ ਕਿ ਮਈ ਜੂਨ 'ਚ ਤਾਪਮਾਨ ਹੁੰਦਾ 40 45 46 47 48 ਹੋ ਗਿਆ, ਉਹਦੇ 'ਚ ਆਪਾਂ ਕੂਲਰਾਂ 'ਚ ਸਾਰ ਲੈਂਦੇ ਸੀ। ਤੇ ਹੁਣ ਜਿਹੜੀ ਉਹਦੇ ਨਾਲ ਜਿਹੜਾ ਸਲਾਬਾਪਨ ਹੈ, ਜਿਹੜੀ ਹਿਊਮਿਡਿਟੀ ਹੈ, ਟੈਂਪਰੇਚਰ ਤਾਂ ਵੇਖਾਂਗੇ ਆਪਾਂ 32 ਹੈਗਾ, ਪਰ ਜਿਹੜੀ ਹਿਊਮਿਡਿਟੀ ਹੈਗੀ ਹੈ ਨਾ 80% 90%, ਇਹ ਸਾਨੂੰ ਬਹੁਤ ਜਿਹੜੀ ਹੈ ਤੰਗ ਕਰਦੀ। ਤਾਂ ਹੀ ਆਪਾਂ ਕੂਲਰਾਂ ਨੂੰ ਛੱਡ ਕੇ ਏਸੀਆਂ 'ਚ ਭੱਜਦੇ ਹਾਂ ਇਸ ਮੌਸਮ 'ਚ, ਕਿਉਂਕਿ ਬਰਸਾਤਾਂ ਪੈ ਰਹੀਆਂ, ਮੱਖੀ ਮੱਛਰ ਚਿੱਚੜ ਇਹਨਾਂ ਦਾ ਹਮਲਾ ਹੁੰਦਾ ਹੈਗਾ ਤੇ ਮੱਛਰਾਂ ਕਰਕੇ ਹੀ ਫੈਲਦੀ ਹੈ ਕਿ ਮੱਛਰ ਨੇ ਜਿਹੜਾ ਬਿਮਾਰ ਜਾਨਵਰ ਸੀ ਉਹਨੂੰ ਵੱਢ ਲਿਆ ਤੇ ਦੂਜੇ ਪਾਸੇ ਜਾ ਕੇ ਹੈਲਦੀ ਜਾਨਵਰ, ਜਿਹੜਾ ਤੰਦਰੁਸਤ ਜਾਨਵਰ ਸੀ, ਉਹਦੇ 'ਚ ਬਾਈਟ ਕਰ ਗਈ ਤੇ ਉੱਥੋਂ ਹੀ ਟਰਾਂਸਮਿਟ ਹੋ ਜਾਂਦੀ ਹੈ। ਯਾਨੀ ਕਹਿਣ ਦੇ ਮਤਲਬ ਇਨਸੈਕਟ ਦਾ ਇਹਦਾ ਵੈਕਟਰ ਹੈਗਾ ਜਿਹਦੇ ਨਾਲ ਇਹ ਟਰਾਂਸਮਿਟ ਹੁੰਦੀ ਹੈ, ਫੈਲਦੀ ਹੈ। ਤੇ ਹੁਣ ਮੌਸਮ ਇਹੋ ਜਿਹਾ ਹੈਗਾ, ਗੰਦਗੀ ਹੋਣੀ, ਕਿੰਨੀ ਵੀ ਸਫਾਈ ਕਰ ਲਈਏ ਫਿਰ ਵੀ ਮੱਖੀਆਂ ਮੱਛਰ ਦਾ ਚਿੱਚੜਾਂ ਦਾ ਅਸਰ ਰਹਿੰਦਾ ਹੀ ਹੈਗਾ। ਤੇ ਉਸ ਕਰਕੇ ਜਿਹੜੀ ਹੈ ਅੱਜ ਮੌਸਮ ਉਧਰੋਂ ਤਾਂ ਮੱਖੀ ਮੱਛਰਾਂ ਦਾ ਭਰਮਾਰ ਹੈ, ਦੂਜੇ ਪਾਸੇ ਜਾਨਵਰ ਤੇ ਸਟ੍ਰੈਸ ਹੈਗਾ ਤੇ ਇਸ ਕਰਕੇ ਜਿਹੜੀ ਹੈ ਬਿਮਾਰੀ ਇਸ ਮੌਸਮ 'ਚ ਅਚੇਚੇ ਤੌਰ ਤੇ ਇਹ ਫੈਲ ਰਹੀ ਹੈ ਤੇ ਸਾਡੇ ਪਸ਼ੂਆਂ ਦਾ ਨੁਕਸਾਨ ਕਰ ਰਹੀ ਹੈ। ਸਰ ਤੁਸੀਂ ਗੱਲ ਕੀਤੀ ਹੈ ਕਿ ਮੌਸਮ ਦੇ ਵਿੱਚ ਵਾਕਿਆ ਜਿਹੜਾ ਇਹਦਾ ਟਰਾਂਸਮਿਟਿੰਗ ਵੈਕਟਰ ਅੱਜ ਕੱਲ ਜਿਹੜੀ ਮੱਖੀ ਹੈਗੀ ਹੈ, ਮੱਛਰ ਹੈਗਾ ਔਰ ਚਿੱਚੜ ਹੈਗਾ, ਇਹ ਤਿੰਨੋਂ ਹੀ ਬਹੁਤ ਨੇ। ਔਰ ਮੈਂ ਇੱਕ ਗੱਲ ਥੋੜੀ ਜਿਹੀ ਹੋਰ ਵੀ ਐਡ ਕਰ ਦਿਆਂ ਕਿ ਪਹਿਲਾਂ ਸਾਡੇ ਮਨ ਦੇ ਵਿੱਚ ਸੀ ਕਿ ਜਿਹੜੇ ਸਾਡੀਆਂ ਇੰਡੀਜੀਨਸ ਬਰੀਡਸ ਨੇ ਉਹਨਾਂ ਵਿੱਚ ਘੱਟ ਹੋਏਗੀ, ਖਾਸ ਕਰਕੇ ਗਊਆਂ ਦੇ ਵਿੱਚ। ਪਰ ਅਸੀਂ ਫਾਜ਼ਿਲਕਾ ਏਰੀਆ ਦੇ ਵਿੱਚ ਵੇਖਿਆ ਗਿਆ ਕਿ ਜਿਹੜੀਆਂ ਦੇਸੀ ਗਾਈਆਂ ਦੇ ਵਿੱਚ ਵੀ ਇਹ ਤਕਰੀਬਨ ਬਰਾਬਰ ਦੀ ਜਿਹੜੀ ਇਹਦੇ ਉੱਤੇ ਅਟੈਕ ਹੋਇਆ। ਸੋ ਡਾਕਟਰ ਸਾਹਿਬ ਜਿਹੜੀ ਅਗਲੀ ਜਿਹੜੀ ਗੱਲ ਆ, ਥੋੜੇ ਪਹਿਲਾਂ ਤੁਸੀਂ ਦੱਸ ਵੀ ਦਿੱਤੇ ਸੀ, ਫਿਰ ਜਿਹੜੇ ਇਹਦੇ ਲੱਛਣ, ਜਿਹੜੀਆਂ ਅਲਾਮਤਾਂ ਇਹ ਕੀ ਨੇ, ਇਹ ਵੀ ਅਸੀਂ ਪੁੱਛਣਾ ਚਾਹਾਂਗੇ। ਦੇਖੋ ਜਿਵੇਂ ਮੈਂ ਪਹਿਲੇ ਵੀ ਕਿਹਾ ਕਿ ਜਾਨਵਰ ਪਹਿਲੇ ਸਾਨੂੰ ਐ ਲੱਗੂ ਆਪਣੇ ਫਾਰਮ ਤੇ ਇੱਕ ਦੋ ਜਾਨਵਰਾਂ ਨੂੰ ਚਮੜੀ ਤੇ ਕੁਝ ਧੱਫੜ ਜੇ ਹੋ ਗਏ, ਧੱਫੜ ਹੋਏ ਉਹ ਵੱਧ ਜਾਂਦੇ ਆ, ਨਾਲ ਵੇਖਾਂਗੇ ਬੁਖਾਰ ਹੋ ਜਾਂਦਾ ਤੇ ਬੁਖਾਰ ਦੇ ਨਾਲ ਪਸ਼ੂ ਨੇ ਪੱਠੇ ਛੱਡ ਦੇਣੇ ਆ। ਤੇ ਇਹ ਮੋਟੀ ਤੌਰ ਤੇ ਲਾਂਦਾ ਮੈਂ, ਜੇ ਆਪਾਂ ਥੋੜਾ ਜਿਹਾ ਧਿਆਨ ਨਾ ਦੇਈਏ ਉਸ ਸਟੇਜ ਤੇ ਆਪਾਂ ਜੇ ਕਾਬੂ ਕਰ ਲਈਏ, ਨੇੜੇ ਦੇ ਡਾਕਟਰ ਨੂੰ ਦੱਸੀਏ, ਉਹਦੇ ਨਾਲ ਸੰਪਰਕ ਕਰੀਏ ਤੇ ਫਿਰ ਆਪਾਂ ਇਲਾਜ ਕਰ ਲਈਏ, ਫਿਰ ਤਾਂ ਆਪਾਂ ਕਾਬੂ ਕਰ ਲੈਂਦੇ ਹਾਂ। ਤੇ ਆਪਾਂ ਬੁਖਾਰ ਵੀ ਕਾਬੂ ਕਰ ਲੈਣਾ ਤੇ ਉਹਨੂੰ ਪੱਠਿਆਂ ਤੇ ਲਾਣਾ ਵੀ ਸ਼ੁਰੂ ਕਰਦੇ, ਕਿਉਂਕਿ ਪੱਠੇ ਖਾਣ ਲੱਗ ਜੂਗਾ ਪਸ਼ੂ ਤੇ ਬਿਮਾਰੀ ਤੇ ਫਿਰ ਉਹ ਆਪੇ ਆਪ ਨੂੰ ਨਜਿੱਠ ਲੈਂਦਾ, ਕਿਉਂਕਿ ਐਂਟੀਵਾਇਰਲ ਕੋਈ ਦਵਾਈ ਹੁੰਦੀ ਨਹੀਂ ਹੈਗੀ। ਤੇ ਆਪਾਂ ਨੇ ਹੋਰ ਸਪੋਰਟ ਸਿਸਟਮ ਦੇ ਕੇ ਆਪਾਂ ਉਸ ਪਸ਼ੂ ਨੂੰ ਤੰਦਰੁਸਤ ਰੱਖਣਾ ਹੈ, ਉਹਦੀ ਇਮਿਊਨਿਟੀ ਸਟਰੋਂਗ ਰੱਖਣੀ ਹੈ ਕਿ ਅੰਦਰੋਂ ਮਤਲਬ ਕਿ ਉਹ ਸਟਰੋਂਗ ਰਵੇ, ਖਾਂਦਾ ਪੀਂਦਾ ਰਵੇ ਤੇ ਤਾਂ ਜਿਹੜੀ ਹੈਗਾ ਆਪਾਂ ਬਿਮਾਰੀ ਤੋਂ ਨਜਿੱਠੀਏ। ਮੁੱਖ ਲੱਛਣ ਇਹਦੇ ਹੀ ਹੁੰਦੇ ਨੇ, ਸਰੀਰ ਤੇ ਗੰਢਾਂ ਹੁੰਦੀਆਂ ਨੇ, ਬੁਖਾਰ ਹੋ ਜਾਂਦਾ ਹੈ ਤੇ ਬੁਖਾਰ ਤੋਂ ਬਾਅਦ ਅਗਲੇ ਬਾਹਾਂ 'ਚ ਸੋਜਾ, ਬ੍ਰਿਸਕ ਡਰੀਮਾ, ਲੱਤਾਂ ਸੁੱਜ ਜਾਂਦੀਆਂ, ਤੁਰਨਾ ਵੀ ਔਖਾ ਹੋ ਜਾਂਦਾ, ਚੱਡੇ ਤੇ ਵੀ ਕਈ ਵਾਰ ਇਹ ਗੰਢਾਂ ਜੀਆਂ ਬਣ ਜਾਂਦੀਆਂ ਹੈਗੀਆਂ ਤੇ ਇਹ ਅੱਖਾਂ ਤੋਂ ਫਿਰ ਨੱਕ ਤੋਂ ਜਿਹੜਾ ਹੈ ਡਿਸਚਾਰਜ ਜਾਂ ਰੇਸ਼ਾ ਆਉਣਾ ਸ਼ੁਰੂ ਹੋ ਜਾਂਦਾ ਹੈਗਾ। ਤੇ ਇਹ ਜਿਹੜੀਆਂ ਮੋਟੀਆਂ ਜਿਹੀਆਂ ਲਾਮਤਾਂ ਹੈਗੀਆਂ ਤੇ ਉਹਦੇ ਨਾਲ ਆਪਾਂ ਪਛਾਣ ਸਕਦੇ ਹਾਂ ਕਿ ਲੰਪੀ ਸਕਿਨ ਡਿਜ਼ੀਜ਼ ਜਿਹੜੀ ਹੈ ਇਹ ਸਾਡੇ ਫਾਰਮ ਤੇ ਆ ਗਈ ਹੈ। ਸੋ ਡਾਕਟਰ ਸਾਹਿਬ ਅਗਲਾ ਜਿਹੜਾ ਤੁਸੀਂ ਆਪਾਂ ਨੂੰ ਇਹ ਵੀ ਪਤਾ ਲੱਗ ਗਿਆ ਵੀ ਕਿਉਂ ਹੁੰਦੀ ਹੈ, ਬਿਮਾਰੀ ਦੇ ਲੱਛਣ ਕੀ ਹੈ, ਔਰ ਜਿੰਨੇ ਵੀ ਸਾਡੇ ਸੁਣਨ ਵਾਲੇ ਦਰਸ਼ਕ ਨੇ ਉਹਨਾਂ ਨੂੰ ਇਹ ਹੁੰਦਾ ਵੀ ਇਹਦਾ ਇਲਾਜ ਕੀ ਹੈ, ਔਰ ਇਹਦੀ ਜਿਹੜੀ ਹੈ ਮਤਲਬ ਇਲਾਜ ਦੇ ਨਾਲ ਫਿਰ ਸਾਫ਼ ਸਫਾਈ ਦੀ ਕੀ ਮਹੱਤਤਾ, ਦੋ ਜਿਹੜੀਆਂ ਗੱਲਾਂ ਇਹ ਦਾ ਜਿਹੜਾ ਲੋਕਾਂ ਦੇ ਮਨ ਦੇ ਵਿੱਚ ਵਾਰੀ ਇਹ ਸਵਾਲ ਉੱਠਦਾ, ਸੋ ਉਹਦੇ ਬਾਰੇ ਜਾਣਕਾਰੀ ਦਿਓ। ਦੇਖੋ ਇਹ ਇਲਾਜ ਸਾਨੂੰ ਸਮਝਣਾ ਪੈਣਾ ਹੈਗਾ
ਜਿਵੇਂ ਕਿਉਂਕਿ ਆਪਣਾ ਸਾਰਾ ਦੇਸ਼ ਕੀ ਰੈਦਰ ਸਾਰਾ ਸੰਸਾਰ ਹੀ ਜਿਹੜੀ ਵਾਇਰਲ ਡਿਜ਼ੀਜ਼ ਨਾਲ ਜੂਝਿਆ ਹੈਗਾ, ਕਰੋਨਾ ਆਪਾਂ ਵੀ ਸੀਗੀ, ਕਰੋਨਾ ਦੀ ਵੱਖਰੀਆਂ ਵੱਖਰੀਆਂ ਦਵਾਈਆਂ ਜਿਹੜੀਆਂ ਕੋਸ਼ਿਸ਼ ਕਰਦੇ ਸੀ, ਬਾਅਦ ਚ ਕਹਿੰਦੇ ਫਿਰ ਇਮਿਊਨਿਟੀ ਵਧਾਓ, ਤੇ ਉਹ ਉਵੇਂ ਹੀ ਆਪਾਂ ਨੂੰ ਕਰਨਾ ਪੈਣਾ। ਜੋ ਜਿਵੇਂ ਆਪਾਂ ਨੂੰ ਲੱਗਦਾ ਹੈਗਾ ਕਿ ਸਾਡੇ ਥੋੜਾ ਜਿਹਾ ਜਿਹੜੀ ਸਕਿਨ ਤੇ ਜਿਹੜੇ ਧੱਫੜ ਆ ਗਏ, ਬੁਖਾਰ ਹੋ ਗਿਆ ਤੇ ਪਸ਼ੂ ਨੇ ਪੱਠੇ ਛੱਡਦੇ, ਉੱਥੇ ਸਾਨੂੰ ਲੱਗਦਾ ਹੈਗਾ ਤੇ ਨਾਲ ਦੀ ਨਾਲ ਆਪਾਂ ਨੇ ਡਾਕਟਰ ਨੂੰ ਸੰਪਰਕ ਕਰਨਾ, ਨੇੜੇ ਦੇ ਡਾਕਟਰ ਨੂੰ ਸੰਪਰਕ ਕਰਨਾ। ਜ਼ਿਆਦਾ ਦਵਾਈਆਂ ਦੇਣ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ, ਇਹ ਸਾਨੂੰ ਪਸ਼ੂ ਪਾਲਕਾਂ ਨੂੰ ਸਮਝਣ ਦੀ ਲੋੜ ਹੈ। ਐਵੇਂ ਘਬਰਾਉਣ ਦੀ, ਪੈਨਿਕ ਨਹੀਂ ਕਰਨਾ ਵੀ ਭੱਜ ਕੇ ਸਾਰੇ ਐਂਟੀਬਾਇਓਟਿਕ ਲਾ ਦਿਓ, ਆਹ ਲਾ ਦਿਓ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਜੇ ਧੱਫੜ ਜੇ ਹੋ ਜਾਂਦੇ ਫਿਰ ਐਂਟੀ ਹਿਸਟਾਮਿਨਿਕ ਜਿਵੇਂ CPM ਵਗੈਰਾ ਦੀ ਦਵਾਈ ਆਪਾਂ ਲਾ ਸਕਦੇ ਹਾਂ। ਬੁਖਾਰ ਹੈ, ਬੁਖਾਰ ਉਤਾਰਨ ਵਾਲੀਆਂ ਦਵਾਈ ਲਾ ਸਕਦੇ ਹਾਂ। ਉਹਦੇ ਨਾਲ ਆਪਾਂ ਕਰਨਾ ਕਿ ਪਸ਼ੂ ਸਾਡਾ ਪੱਠੇ ਖਾਂਦਾ ਰਵੇ। ਜੇ ਪਸ਼ੂ ਪੱਠੇ ਨਹੀਂ ਖਾ ਰਿਹਾ ਤੇ ਫਿਰ ਉਹ ਬਹਿ ਜਾਂਦਾ ਹੈਗਾ, ਤੇ ਬਹਿ ਗਿਆ ਤੇ ਫਿਰ ਉਹ ਜੇ ਉਹ 24 ਘੰਟੇ ਤੋਂ ਜ਼ਿਆਦਾ ਬਹਿ ਗਿਆ ਫਿਰ ਨੁਕਸਾਨ ਸਾਡਾ ਜ਼ਿਆਦਾ ਹੁੰਦਾ, ਫਿਰ ਉਹਨੂੰ ਉਠਾਉਣਾ। ਸਾਡਾ ਇੰਤਜ਼ਾਮ ਇਹ ਹੋਣਾ ਚਾਹੀਦਾ ਕਿ ਬੁਖਾਰ ਉਤਰੇ। ਕਈ ਵਾਰ ਕੀ ਹੁੰਦਾ 106 107 ਬੁਖਾਰ ਹੋ ਜਾਂਦਾ, ਇਕੱਲੇ ਟੀਕਿਆਂ ਨਾਲ ਨਹੀਂ ਉਤਰਦਾ, ਫਿਰ ਸਾਨੂੰ ਜਿਹੜਾ ਹੈਗਾ ਉਹਨੂੰ ਬਾਰ-ਬਾਰ ਨਹਾਉਣਾ, ਬੋਰੀ ਗਿੱਲੀ ਕਰਕੇ ਠੰਡੇ ਪਾਣੀ ਦੀ ਉਹ ਉਹਦੇ ਪਿੰਡੇ ਤੇ ਰੱਖਣੀ, ਤੇ ਸਿਰ ਤੇ ਜਿਵੇਂ ਬਰਫ਼ ਵਾਲੀ ਬੋਰੀ 'ਚ ਜਾਂ ਕੱਪੜੇ 'ਚ ਭਰ ਕੇ ਸਿਰ ਤੇ ਰੱਖੀ ਤਾਂ ਕਿ ਸਰੀਰ ਦਾ ਤਾਪਮਾਨ ਥੱਲੇ ਹੋਵੇ, ਤੇ ਤਾਂ ਮਤਲਬ ਕਿ ਟੀਕੇ ਉਸ ਸਟੇਜ ਤੇ ਟੀਕੇ ਵੀ ਕੰਮ ਨਹੀਂ ਕਰਦੇ। ਹਲਕੀ ਜਦੋਂ ਬਿਮਾਰੀ ਹੁੰਦੀ ਹੈ ਉਦੋਂ ਸਾਨੂੰ ਡਾਕਟਰ ਨੂੰ ਸੰਪਰਕ ਕਰਕੇ ਸਾਨੂੰ ਇਲਾਜ ਕਰਾਉਣਾ ਪੈਣਾ। ਜ਼ਿਆਦਾ ਦਵਾਈਆਂ ਨਹੀਂ ਹੈਗੀਆਂ, ਕਿਉਂਕਿ ਅਸੀਂ ਕੀ ਹੁੰਦਾ ਕਿ ਕੋਈ ਨਾਲ, ਕਿਉਂਕਿ ਜੇ ਬੰਦਾ ਕੋਈ ਡਾਊਨ ਹੈਗਾ, ਜਾਨਵਰ ਜੇ ਡਾਊਨ ਹੈਗਾ ਤੇ ਹੋਰ ਵੀ ਜਿਹੜੇ ਕੀਟਾਣੂ ਤੁਰੇ ਫਿਰਦੇ ਉਹ ਵੀ ਮਾਰੂ ਅਸਰ ਕਰ ਦਿੰਦੇ ਹੈਗੇ। ਇਸ ਕਰਕੇ ਫਿਰ ਜੇ ਤੁਹਾਨੂੰ ਲੋੜ ਹੈਗੀ, ਤੁਹਾਨੂੰ ਲੱਗਦਾ ਵੀ ਜ਼ਖਮ ਵੀ ਹੋ ਗਏ, ਰੇਸ਼ਾ ਵੀ ਨੱਕ 'ਚੋਂ ਬਹੁਤ ਵਗ ਰਿਹਾ ਹੈਗਾ, ਤੇ ਫਿਰ ਆਪਾਂ ਐਂਟੀਬਾਇਓਟਿਕ ਵੀ ਲਗਾ ਸਕਦੇ, ਉਹ ਵੀ ਡਾਕਟਰ ਦੀ ਮਦਦ ਦੇ ਨਾਲ। ਬਾਕੀ ਜਿਹੜੀ ਐਂਟੀ ਹਿਸਟਾਮਿਨਿਕ ਤੇ ਜਾਂ ਬੁਖਾਰ ਉਤਾਰਨ ਵਾਲੀਆਂ ਦਵਾਈਆਂ ਸਾਨੂੰ ਲਗਾਉਣੀਆਂ ਪੈਣੀਆਂ, ਪਰ ਉਹ ਤੁਸੀਂ ਕਰਨਾ ਆਪੇ ਕੁਝ ਨਹੀਂ ਕਰਨਾ। ਆਪਾਂ ਘਰ ਦੇ ਔੜ ਪੌੜ ਨਾ ਕਰੀਏ, ਡਾਕਟਰ ਦੀ ਮਦਦ ਲੈ ਕੇ, ਤੇ ਉਹ ਫਿਰ ਆਪਾਂ ਜੇ ਕਰਾਂਗੇ ਤੇ ਫਿਰ ਆਪਾਂ ਕਾਬੂ ਪਾ ਸਕਦੇ ਹਾਂ। ਪਰ ਮੋਟਾ ਇਹਦੇ 'ਚ ਨੁਕਤਾ ਇਹ ਹੈ ਕਿ ਪਸ਼ੂ ਪੱਠੇ ਖਾਣੇ ਨਾ ਛੱਡੇ, ਤੇ ਉਹ ਇੰਤਜ਼ਾਮ ਆਪਾਂ ਨੇ ਕਰਨਾ ਕਿ ਪੱਠੇ ਉਹ ਲਗਾਤਾਰ ਖਾਂਦੇ ਰਹੇ। ਜੇ ਜ਼ਖਮ ਵਗੈਰਾ ਹੈਗਾ ਤੇ ਫਿਰ ਸਾਨੂੰ ਪੱਠੇ ਦਾ ਮਤਲਬ ਕਿ ਬੱਕਲੀਆਂ ਟਾਈਪ ਪੱਠੇ ਪਾਣੇ ਪੈਣੇ ਆ, ਜਿਹਦੇ ਜ਼ਿਆਦਾ ਜ਼ਖਮ ਨੂੰ ਉਹ ਨਾ ਕਰੇ। ਡਾਕਟਰ ਸਾਹਿਬ, ਇਹ ਤੁਸੀਂ ਗੱਲ ਦੱਸੀ, ਪਰ ਇੱਕ ਗੱਲ ਨਾ ਲੋਕਾਂ ਦੇ ਮਨ ਦੇ ਵਿੱਚ ਬਹੁਤ ਬੋਝ ਬਣ ਜਾਂਦੀ ਹੈ ਵੀ ਅਸੀਂ ਪਸ਼ੂ ਰੱਖੇ ਹੋਏ ਆ ਘਰਾਂ ਦੇ ਵਿੱਚ, ਕਿਤੇ ਸਾਨੂੰ ਬਿਮਾਰੀ ਤਾਂ ਨਹੀਂ ਲੱਗ ਜੂਗੀ ਇਹ। ਸੋ ਇਹ ਮਨੁੱਖਾਂ ਨੂੰ ਫੈਲਦੀ ਹੈ ਕਿ ਨਹੀਂ ਫੈਲਦੀ, ਇਸ ਬਾਰੇ ਲੋਕਾਂ ਦਾ ਬੜਾ ਸ਼ੰਕਾ ਹੈ। ਹਾਂ ਦੇਖੋ, ਮੈਂ ਬੜਾ ਸਪਸ਼ਟ ਰੂਪ 'ਚ ਕਲੀਅਰ ਕਰਨਾ ਚਾਹੁੰਦਾ ਹੈ ਕਿ ਜਿਹੜੀ ਜੀਨੋਟਿਕ ਬਿਮਾਰੀਆਂ ਹੈਗੀਆਂ, ਕੋਈ ਤਕਰੀਬਨ 200 ਦੇ ਆਸ-ਪਾਸ ਜੀਨੋਟਿਕ ਬਿਮਾਰੀਆਂ ਜਿਹੜੀਆਂ ਕਿ ਜਾਨਵਰਾਂ ਤੋਂ ਮਨੁੱਖਾਂ ਨੂੰ ਲੱਗਦੀਆਂ ਨੇ। ਤੇ ਹੁਣ ਪਿਛਲੇ ਸਾਲਾਂ 'ਚ ਜੇ ਵੈਸੇ ਮੈਂ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਕਿ ਬਹੁਤ ਬਿਮਾਰੀਆਂ ਆਉਂਦੀਆਂ, ਬਰਡ ਫਲੂ ਆਇਆ, ਸਵਾਈਨ ਫਲੂ ਆਇਆ, ਸਾਰਸ ਆਈ, BSE ਆਈ ਕੰਟਰੋਲ ਹੋ ਗਈ, ਫਿਰ ਸੰਭਾਲ ਲਈ। ਉਵੇਂ ਜਿਹੜੀਆਂ ਅਮਰਜਿੰਗ ਡਿਜ਼ੀਜ਼ ਜਾਂ ਰੀਅਮਰਜਿੰਗ ਜਿਹੜੀਆਂ ਬਾਰ-ਬਾਰ ਆਉਂਦੀਆਂ ਹੈਗੀਆਂ, ਉਹਨੂੰ ਆਪਾਂ ਨੇ ਮਤਲਬ ਕੰਟਰੋਲ ਕਰਨਾ ਹੁੰਦਾ ਹੈ। ਤੇ ਜਿਹੜੀਆਂ ਬਿਮਾਰੀਆਂ ਆ ਰਹੀਆਂ ਨੇ ਉਹ 70 ਤੋਂ 75% ਜੀਨੋਟਿਕ ਹੈਗੀਆਂ, ਜਿਹੜੀ ਜਾਨਵਰਾਂ ਤੋਂ ਪਸ਼ੂ ਜਿਹੜੇ ਸਾਨੂੰ ਮਨੁੱਖਾਂ ਨੂੰ ਹੋ ਜਾਂਦੀਆਂ ਹੈਗੀਆਂ। ਪਰ ਇਹ ਬਿਮਾਰੀ ਸਾਨੂੰ ਸਮਝਣ ਦੀ ਲੋੜ ਹੈ, ਜੇ ਬਿਮਾਰੀ ਜੀਨੋਟਿਕ ਹੋਵੇ ਉਹ ਕਿਵੇਂ ਬੰਦਿਆਂ 'ਚ ਹੁੰਦੀ ਹੈ। ਤੇ ਇੱਕ ਤਾਂ ਜੇ ਕੋਈ ਸਿੱਧਾ ਕੰਟੈਕਟ, ਕਿਉਂਕਿ ਜਾਨਵਰ ਨੂੰ ਆਪਾਂ ਸੰਭਾਲਣਾ, ਪਸ਼ੂ ਪਾਲਕ ਨੇ ਸਾਡੇ ਜਾਨਵਰ ਨੂੰ ਸੰਭਾਲਣਾ ਹੈਗਾ, ਉਹਦਾ ਇਲਾਜ ਵੀ ਕਰਾਉਣਾ ਹੈ, ਉਹਨੂੰ ਚਵਾਈ ਵੀ ਕਰਨੀ, ਸਾਫ਼ ਸਫਾਈ ਵੀ ਕਰਨੀ ਹੈ, ਜਾਂ ਤਾਂ ਉੱਥੋਂ ਕੰਟੈਕਟ ਤੋਂ ਆਉਂਦੀ ਹੈਗੀ ਹੈ। ਤੇ ਕੰਟੈਕਟ ਜਿਹੜੇ ਬਿਮਾਰ ਪਸ਼ੂ ਦਾ ਆਪਾਂ ਜਿਹੜਾ ਇਲਾਜ ਕਰਾਉਣਾ ਜਾਂ ਉਹਨੂੰ ਸੰਭਾਲਣਾ ਹੈਗਾ, ਹਾਲੇ ਕੋਈ ਇਹੋ ਜਿਹੀ ਪੁਸ਼ਟੀ ਨਹੀਂ ਹੋਈ ਕਿ ਇਹ ਜਿਹੜੀ ਹੈਗੀ ਹੈ ਬਿਮਾਰ ਪਸ਼ੂ ਤੋਂ ਬੰਦਿਆਂ ਨੂੰ ਹੁੰਦੀ ਹੈ। ਇਸ ਕਰਕੇ ਨਿਸ਼ਚਿੰਤ ਹੋ ਜਾਓ। ਪਰ ਕਿਉਂਕਿ ਇਹ ਹੋਸਟ ਸਪੈਸੀਫਿਕ ਹੈ, ਇਹ ਕਹਿਣ ਦਾ ਮਤਲਬ ਕਿ ਜੇ ਇਹ ਜਿਹੜਾ ਵਾਇਰਸ ਹੈਗਾ ਤੇ ਜਾਨਵਰਾਂ ਚੋਂ ਜਾਨਵਰਾਂ ਨੂੰ ਕਰਦਾ ਹੈਗਾ, ਜਾਨਵਰਾਂ ਤੋਂ ਬੰਦਿਆਂ ਨੂੰ ਨਹੀਂ ਹੁੰਦਾ। ਬਹੁਤ ਸਪਸ਼ਟ ਤੌਰ ਤੇ ਮੈਂ ਕਹਿ ਰਿਹਾ। ਦੂਜਾ ਹੈਗਾ, ਜਾਨਵਰ ਤੋਂ ਆਪਾਂ ਉਤਪਾਦ ਜਿਹੜੇ ਖਾਣੇ ਹੈਗੇ ਆ ਜਾਂ ਪੀਣੇ, ਜਿਹੜੇ ਲਵੇਰਿਆਂ ਤੋਂ ਸਾਨੂੰ ਦੁੱਧ ਮਿਲਣਾ ਹੈਗਾ, ਦੁੱਧ 'ਚ ਆਪਾਂ ਹਮੇਸ਼ਾ ਕਿਹਾ ਜਾਂਦਾ ਹੈਗਾ ਕਿ ਉਬਾਲ ਕੇ ਪੀਣਾ ਹੈਗਾ, ਕਿਉਂਕਿ ਕੱਚਾ ਦੁੱਧ ਨਹੀਂ ਪੀਣਾ। ਕੱਚੇ ਦੁੱਧ 'ਚ ਜਿਹੜਾ ਹੈ ਕਿ ਇਹਦਾ ਜਿਹੜਾ ਕੋਈ ਇਹੋ ਜਿਹੀ ਪੁਸ਼ਟੀ ਨਹੀਂ ਹੋਈ ਹੈ ਵਾਇਰਸ ਦੀ, ਪਰ ਕਈ ਵਾਰ ਹੋਰ ਤਰ੍ਹਾਂ ਦੇ ਬੈਕਟੀਰੀਆ ਹੁੰਦੇ, ਕੋਈ ਹੋਰ ਹੁੰਦੇ। ਆਪਾਂ ਕੱਚਾ ਦੁੱਧ ਪੀ ਲਿਆ, ਇੱਧਰ ਬਿਮਾਰੀ ਫੈਲੀ ਹੋਈ ਸੀ, ਆਪਾਂ ਕਹਿ ਦੇਣਾ ਵੀ ਲੰਪੀ ਸਕਿਨ ਡਿਜ਼ੀਜ਼ ਹੋ ਗਈ, ਉਹਦੇ ਕਰਕੇ ਸਾਡਾ ਬੰਦਾ ਜਾਂ ਬੱਚਾ ਜੋ ਪਰੇਸ਼ਾਨ ਹੋ ਗਿਆ। ਇਸ ਕਰਕੇ ਮਗਰ ਸਾਡੀ ਸਿਫਾਰਿਸ਼ ਇਹ ਹੁੰਦੀ ਹੈ ਕਿ ਆਪਾਂ ਨੇ ਦੁੱਧ ਉਬਾਲ ਕੇ ਪੀਣਾ, ਚੰਗੀ ਤਰ੍ਹਾਂ ਉਬਾਲ ਕੇ ਪੀਣਾ। ਕੋਈ ਇਹੋ ਜਿਹਾ ਇਹਦੇ ਕਰਕੇ ਕੋਈ ਨੁਕਸਾਨ ਨਹੀਂ ਹੈ, ਕੋਈ ਬਿਮਾਰੀ ਨਹੀਂ ਹੁੰਦੀ। ਤੇ ਤੀਜਾ ਜਿਹੜਾ ਹੈਗਾ, ਜਿਹੜੀ ਇਹ ਬਿਮਾਰੀ ਜਿਹੜੀ ਫੈਲਦੀ ਹੈ, ਜੀਨੋਟਿਕ ਫੈਲਦੀ ਹੈ, ਇੱਕ ਤਾਂ ਆਪਾਂ ਇਹਦੇ 3 ਹੀ ਕਾਰਨ ਹੁੰਦੇ। ਜਾਂ ਤਾਂ ਕੰਟੈਕਟ ਦੇ ਨਾਲ, ਆਪਾਂ ਜਦੋਂ ਬਿਮਾਰ ਪਸ਼ੂ ਦਾ ਜਿਹੜਾ ਦੇਖਭਾਲ ਕਰਨੀ ਹੈ, ਜਾਂ ਉਹਦੇ ਉਤਪਾਦ ਤੋਂ, ਜਾਂ ਤੀਜੇ ਹਵਾ ਰਾਹੀਂ ਫੈਲਦੀ ਹੈ।
ਜਿਵੇਂ ਹੁਣ ਕਰੋਨਾ ਸੀ ਹਵਾ ਰਾਹੀਂ ਫੈਲਦਾ ਸੀਗਾ, ਤੇ ਉਦਾਂ ਹੀ ਇਹਦੀ ਕੋਈ ਇਹੋ ਜਿਹੀ ਵੀ ਪੁਸ਼ਟੀ ਨਹੀਂ ਹੋਈ ਕਿ ਹਵਾ ਰਾਹੀਂ ਫੈਲਦੀ ਹੈ। ਪਰ ਕਈ ਵਾਰ ਹੁੰਦਾ ਹੈ ਕਿ ਜਿਹੜੇ ਜਾਨਵਰਾਂ ਦਾ ਨੱਕ ਚੋਂ ਰੇਸ਼ਾ ਨਿਕਲਿਆ ਉਹਦੇ ਕਰਕੇ ਜਿਹੜੇ ਦੂਜੇ ਜਾਨਵਰਾਂ ਨੂੰ ਹੋ ਸਕਦੀ ਹੈ, ਪਰ ਉਹ ਵੀ ਬਹੁਤ ਘੱਟ ਚਾਂਸ ਨੇ। ਪਰ ਮੋਟੇ ਤੌਰ ਤੇ ਇਹ ਵੈਕਟਰ ਦੇ ਰੂਪ 'ਚ ਜਿਹੜੀ ਮੱਖੀ, ਮੱਛਰ, ਚਿੱਚੜ ਉਹਦੇ ਕਰਕੇ ਫੈਲਦੀ ਹੈ। ਇਸ ਕਰਕੇ ਸਾਨੂੰ ਜਿਹੜਾ ਹੈਗਾ, ਸਾਡੇ ਜਿਹੜੇ ਪਸ਼ੂ ਪਾਲਕਾਂ ਨੂੰ ਨਿਸ਼ਚਿੰਤ ਹੋਣਾ ਚਾਹੀਦਾ ਹੈ। ਬਿਮਾਰ ਪਸ਼ੂ ਦਾ ਚੰਗੀ ਤਰ੍ਹਾਂ ਦੇਖਭਾਲ ਕਰਨੀ ਚਾਹੀਦੀ ਹੈ। ਦੁੱਧ ਵੀ ਪੀ ਸਕਦੇ ਹਾਂ ਆਪਾਂ, ਤੇ ਕੋਈ ਡਰਨ ਦੀ ਗੱਲ ਨਹੀਂ। ਇਸ ਕਰਕੇ ਜਿਹੜੇ ਸਾਡੇ ਪਸ਼ੂ ਪਾਲਕ ਜਿਹੜਾ ਹੈ ਉਹ ਪਸ਼ੂਆਂ ਦਾ ਵਧੀਆ ਰੱਖ ਰਖਾਵ ਕਰਨ, ਉਹਨਾਂ ਨੂੰ ਸੰਭਾਲਣ। ਕੋਈ ਬਿਮਾਰੀ ਹੋਣ ਦਾ ਕੋਈ ਖਤਰਾ ਹਾਲੇ ਤੱਕ ਕੋਈ ਇਹੀ ਪੁਸ਼ਟੀ ਨਹੀਂ ਹੋਈ। ਡਾਕਟਰ ਸਾਹਿਬ, ਤੁਹਾਡੀ ਜਿਹੜੀ ਗੱਲਬਾਤ ਆਪਾਂ ਹੁਣ ਤੱਕ ਕੀਤੀ ਹੈ, ਹਾਂਜੀ, ਮੈਨੂੰ ਬੜਾ ਜਿਹੜਾ ਲੋਕਾਂ ਤੱਕ ਗੱਲ ਪਹੁੰਚਾਉਣ ਵਾਲੀ ਕਿ 50-60% ਜਿਹੜੇ ਜਾਨਵਰ ਨੇ ਉਹਨਾਂ 'ਚ ਹਲਕੇ ਲੱਛਣ ਨੇ, ਜੇ ਲੋਕਲਾਈਡ ਲੱਛਣ ਨੇ, ਉਹਨਾਂ ਵਿੱਚ ਸਾਨੂੰ ਬਹੁਤਾ ਇਲਾਜ ਕਰਾਉਣ ਦੀ ਲੋੜ ਨਹੀਂ। ਸਿਰਫ ਤੁਸੀਂ ਐਂਟੀ ਹਿਸਟਾਮਿਨਿਕ ਜਿਹੜੀਆਂ ਰਿਕਮੈਂਡਡ ਕੀਤੀਆਂ ਨੇ, ਔਰ ਜੇ ਉਸ ਤੋਂ ਬਾਅਦ ਥੋੜੇ ਜ਼ਿਆਦਾ ਲੱਛਣਾਂ ਵਾਲੇ ਨੇ ਉਹਦੇ ਵਾਸਤੇ ਜਿਹੜਾ ਤੁਸੀਂ ਐਂਟੀਬਾਇਓਟਿਕ ਜਿਹੜੀਆਂ ਹਲਕੀਆਂ ਜਿਹੀਆਂ ਐਂਟੀਬਾਇਓਟਿਕਸ ਐਂਟੀ ਹਿਸਟਾਮਿਨਿਕ ਦੀ ਜਿਹੜੀ ਹੈ ਰਿਕਮੈਂਡੇਸ਼ਨ। ਸੋ ਇਹਦੇ ਨਾਲ ਹੀ ਡਾਕਟਰ ਸਾਹਿਬ, ਜਦੋਂ ਮੈਂ ਅਗਲੇ ਸਵਾਲ ਤੁਹਾਡੇ ਤੋਂ ਪੁੱਛਾਂ, ਤੇ ਮੈਂ ਜਿਸ ਤਰ੍ਹਾਂ ਪਹਿਲਾਂ ਦੱਸ ਚੁੱਕਿਆ ਕਿ ਡਾਕਟਰ ਅਮਰਜੀਤ ਸਿੰਘ ਪੰਨੂ ਜੀ ਸਾਡੇ ਨਾਲ ਜੁੜੇ ਹੋਏ ਨੇ। ਇਹ ਵੀ ਬਹੁਤ ਮਿਹਨਤੀ ਨੇ, ਔਰ ਇਹਨਾਂ ਨੇ ਵੀ ਪਿਛਲੇ ਦਿਨਾਂ ਦੇ ਵਿੱਚ ਇਸ ਬਿਮਾਰੀ ਦੇ ਵਿੱਚ ਕਾਫੀ ਜਿਹੜਾ ਕੰਮ ਕੀਤਾ। ਅਸੀਂ ਇਹਨਾਂ ਦਾ ਕੀ ਤਜਰਬਾ ਹੈ ਬਿਮਾਰੀ ਬਾਰੇ, ਮੈਂ ਡਾਕਟਰ ਪੰਨੂ ਜੀ ਤੁਹਾਨੂੰ ਬੇਨਤੀ ਕਰਾਂਗਾ ਕਿ ਉਹਦਾ ਸੰਖੇਪ ਵਿੱਚ ਸਾਡੇ ਨਾਲ ਜਿਹੜੇ ਆਪਣੇ ਵਿਚਾਰ ਤੁਸੀਂ ਸਾਂਝੇ ਕਰੋਗੇ, ਕਿਉਂਕਿ ਪਸ਼ੂ ਪਾਲਕ ਵੀਰ ਜਿਹੜੇ ਗਰਾਊਂਡ ਲੈਵਲ ਤੋਂ ਜੁੜੇ ਹੋਏ ਨੇ ਉਹ ਇਸ ਬਾਰੇ ਬੜੇ ਉਤਸੁਕ ਨੇ ਕਿ ਡਾਕਟਰ ਕਿਸ ਤਰ੍ਹਾਂ ਮਹਿਸੂਸ ਕਰਦਾ। ਸਤਿ ਸ੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ। ਪਹਿਲਾਂ ਤਾਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈ। ਬਾਕੀ ਅਸੀਂ ਫੀਲਡ ਵਿੱਚ ਤਕਰੀਬਨ 20 ਦਿਨ ਤੋਂ ਵਿੱਚੋਂ ਦਿਨ ਪਹਿਲਾਂ ਬਿਮਾਰੀ ਜਦੋਂ ਅੰਮ੍ਰਿਤਸਰ ਏਰੀਏ 'ਚ ਆਈ ਆ, ਫੀਲਡ ਦੇ ਵਿੱਚ ਹੀ ਅਸੀਂ ਤਕਰੀਬਨ ਸਵੇਰ ਸੁੱਤੇ ਤੋਂ ਲੈ ਕੇ ਤੇ ਰਾਤ ਦੇ 9-10 ਵਜੇ ਤੱਕ। ਡਿਜ਼ੀਜ਼ ਮੈਂ 24 ਸਾਲ ਦੀ ਨੌਕਰੀ ਦੇ ਵਿੱਚ ਇੰਨਾ ਫਾਸਟ ਸਪਰੈਡ ਹੋਣ ਵਾਲਾ ਡਿਜ਼ੀਜ਼ ਬਹੁਤ ਤੇਜ਼ੀ ਨਾਲ ਫਾਸਟ ਇਹ ਬਿਮਾਰੀ ਫੈਲੀ ਹੈ। ਇਸ ਬਿਮਾਰੀ ਦੇ ਇੱਕ ਗੱਲ ਹੋਰ ਵੇਖੀ ਆ ਕਿ ਸਾਡੇ ਏਰੀਏ ਦੇ ਵਿੱਚ ਜਿਹੜੀਆਂ ਦੇਸੀ ਗਾਵਾਂ ਸੀਗੀਆਂ ਉਹਨਾਂ ਵਿੱਚ ਥੋੜਾ ਜਿਹਾ ਡਿਜ਼ੀਜ਼ ਤੋਂ ਦੂਜਿਆਂ ਨੂੰ ਵੱਧ ਪਾਇਆ, ਜਿਹੜੀਆਂ ਉਹ ਜ਼ਿਆਦਾ ਇਨਫੈਕਟ ਹੋਈਆਂ। ਤੇ ਬਾਕੀ ਜਿਹੜੀਆਂ ਐਚਐਫ ਗਾਵਾਂ ਸਗੋਂ ਦੇਖਿਆ ਕਿ ਜਿਹੜੀ ਐਚਐਫ ਗਾਂ ਦੀ ਪਿਓਰ ਜਿਹੜੀ ਘੱਟ, ਜਿਹੜੀ ਐਚਐਫ ਸਾਹੀਵਾਲ ਕ੍ਰਾਸ ਹੈ ਉਹਨੂੰ ਡਿਜ਼ੀਜ਼ ਜ਼ਿਆਦਾ ਆ। ਇਹ 2-3 ਆਬਜ਼ਰਵੇਸ਼ਨ ਹੈਗੇ। ਇਹ ਵੇਖਦੇ ਆ ਕਿ ਕਈ ਪਸ਼ੂਆਂ ਨੂੰ 50% ਦੇ ਕਰੀਬ, ਜਿਵੇਂ ਡਾਕਟਰ ਸਾਹਿਬ ਨੇ ਦੱਸਿਆ, ਕਿ ਕੋਈ ਸਿੰਪਟਮ ਨਹੀਂ ਆ ਰਿਹਾ ਖਾਸ। ਬਾਕੀ ਜਿਹੜੇ 50% ਦੇ ਵਿੱਚੋਂ 30% ਨੂੰ 5-7 ਦਿਨਾਂ ਵਿੱਚ ਰਿਕਵਰ ਹੋ ਰਹੇ ਨੇ, ਤੇ ਤਕਰੀਬਨ 10% ਪਸ਼ੂ ਨੇ ਜਿਨ੍ਹਾਂ ਦੀਆਂ ਬਾਅਦ ਲੱਤਾਂ ਨੂੰ ਸੋਜਾ ਪੈ ਰਿਹਾ, ਅਗਲੇ ਲੱਤਾਂ ਦੇ ਵਿਚਕਾਰ ਸੋਜਾ ਪੈ ਰਿਹਾ, ਲੱਤਾਂ ਸੁੱਜਣ ਦੀਆਂ, ਤੇ ਕਈ ਵਾਰੀ ਜਬਾੜੇ ਥੱਲੇ ਵੀ ਸੋਜ ਆ ਰਹੀ, ਤੇ ਕੁਝ ਬਿਲਕੁਲ ਘੱਟ ਅੱਧੇ % ਦੇ ਕਰੀਬ ਦੇ ਅੱਖਾਂ ਦੇ ਵਿੱਚ ਵੀ ਚਿੱਟਾ ਪੈ ਰਿਹਾ ਕਈ ਜਗ੍ਹਾ, ਪਰ ਉਹ ਬਹੁਤ ਘੱਟ ਆ। ਇਸ ਕਰਕੇ ਅਸੀਂ ਇਹ ਬਿਮਾਰੀ ਨੂੰ ਜੋ ਵੀ ਇਹ ਵੀ ਸਲਾਹ ਦੇ ਰਹੇ ਪਸ਼ੂ ਪਾਲਕਾਂ ਨੂੰ ਕਿ ਬਹੁਤੇ ਐਂਟੀਬਾਇਓਟਿਕ ਲਾ ਕੇ ਖਰਚਾ ਨਾ ਕਰੋ। ਜਿਹੜਾ ਸੀਰੀਅਸ ਡਿਜ਼ੀਜ਼ ਆ 4-5 ਦਿਨਾਂ ਵਿੱਚ ਤੁਹਾਨੂੰ ਲੱਗਦਾ ਕਿ ਪੱਠੇ ਛੱਡਣ ਲੱਗ ਪਈ ਆ, ਉਹਦੇ ਤੇ ਜ਼ਿਆਦਾ ਐਂਟੀਬਾਇਓਟਿਕ ਲਾਉਣ ਦੀ ਲੋੜ ਆ। ਬਾਕੀ ਨਾਰਮਲ 'ਚ ਐਂਟੀਬਾਇਓਟਿਕ, ਜਿਵੇਂ ਡਾਕਟਰ ਵਰਮਾ ਜੀ ਨੇ ਵੀ ਦੱਸਿਆ, ਕਿ ਬਹੁਤੇ ਐਂਟੀਬਾਇਓਟਿਕ ਲਾ ਕੇ ਤੁਹਾਡਾ ਖਰਚਾ ਵੱਧ ਜਾਣਾ। ਅੱਗੇ ਤੁਹਾਡਾ ਦੁੱਧ ਖਤਮ ਹੋ ਗਿਆ, ਉਤੋਂ ਇਹ ਤੁਹਾਡਾ ਖਰਚਾ ਵਾਧੂ ਪੈਣਾ, ਤੇ ਪਸ਼ੂ ਤੇ ਵੀ ਇਮਿਊਨਿਟੀ ਤੇ ਫਰਕ ਪੈਂਦਾ ਜ਼ਿਆਦਾ ਐਂਟੀਬਾਇਓਟਿਕ ਲਾਉਣ ਨਾਲ, ਲਿਵਰ ਤੇ ਫਰਕ ਪੈਂਦਾ। ਇਸ ਕਰਕੇ ਜਿੱਥੇ ਲੋੜ ਆ, ਜਿੱਥੇ ਡਾਕਟਰ ਦੀ ਸਲਾਹ ਨਾਲ ਐਂਟੀਬਾਇਓਟਿਕ ਲਵਾਓ, ਆਪ ਨਾ ਉੱਥੋਂ ਲਿਆ ਕੇ ਬਾਜ਼ਾਰਾਂ ਤੋਂ 400-500 ਰੁਪਏ ਦਾ ਐਂਟੀਬਾਇਓਟਿਕ ਲਿਆ ਕੇ ਲਾਈ ਜਾਓ। ਬਾਕੀ ਅਸੀਂ ਵੇਖ ਰਹੇ ਹਾਂ ਕਿ ਥੋੜਾ ਜਿਹਾ ਸਾਨੂੰ ਲੱਗ ਰਿਹਾ ਕਿ ਹੁਣ ਇਹ ਬਿਮਾਰੀ ਦੀ ਜਿਹੜੀ ਪੀਕ, ਜਿਵੇਂ ਸਾਡੇ ਜ਼ਿਲ੍ਹੇ ਦੇ ਵਿੱਚ ਨਵੇਂ ਕੇਸ ਹੋਣੇ ਘਟ ਗਏ ਆ, ਜਿਹੜੇ ਆਲਰੇਡੀ ਕੇਸ ਨੇ ਉਹੀ ਉਹਨਾਂ ਦੀ ਟ੍ਰੀਟਮੈਂਟ ਚੱਲ ਰਹੀ ਆ, ਕਾਫੀ ਰਿਕਵਰ ਵੀ ਹੋ ਰਹੇ ਨੇ। ਤੇ ਜਿੱਥੇ ਵੇਖਿਆ ਕਿ ਜਿਹੜੇ ਫਾਰਮਾਂ ਦੇ ਜਾਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਮਿਨਰਲ ਮਿਕਸਚਰ ਨਹੀਂ ਪਾਉਂਦੇ ਜਾਂ ਸੇਵਾ ਘੱਟ ਕਰਦੇ ਆ, ਉੱਥੇ ਮੋਰਟੈਲਿਟੀ ਥੋੜੀ ਬਹੁਤੀ ਹੁੰਦੀ ਹੈ 1% ਦੇ ਕਰੀਬ, ਜਿਵੇਂ ਡਾਕਟਰ ਸਾਹਿਬ ਦੱਸ ਰਹੇ ਆ। ਤੇ ਅਸੀਂ ਵੀ ਵੇਖਿਆ ਕਿ ਇੰਨੀ ਹੈਗੀ ਆ, ਪਰ ਉਹ ਜਿੱਥੇ ਸੇਵਾ ਨਹੀਂ ਪਸ਼ੂਆਂ ਦੀ ਹੁੰਦੀ ਉੱਥੇ ਮੋਰਟੈਲਿਟੀ ਥੋੜੀ ਜਿਹੀ ਜ਼ਿਆਦਾ। ਬਾਕੀ ਡਾਕਟਰ ਸਾਹਿਬ ਨੇ ਕਲੀਅਰ ਕਰ ਹੀ ਦਿੱਤਾ ਕਿ ਦੁੱਧ ਪੀਣ ਨਾਲ ਕੁਝ ਨਹੀਂ, ਉਬਾਲ ਕੇ ਦੁੱਧ ਪੀਓ। ਤੇ ਇਹੋ ਮੇਨ ਸਵਾਲ ਆ ਸਾਨੂੰ, ਕਈਆਂ ਦੇ ਫਾਰਮਰ ਦੇ ਫੋਨ ਆਉਂਦੇ ਆ ਕਿ ਸਾਡਾ ਦੁੱਧ ਨਹੀਂ ਚੁੱਕ ਰਿਹਾ।
ਜਦ ਇਹ ਗੱਲ ਕਲੀਅਰ ਕੱਟ ਹੈ ਕਿ ਦੁੱਧ ਨੂੰ ਉਬਾਲ ਕੇ ਪੀਣ ਨਾਲ ਵੈਸੇ ਵੀ ਕੀਟਾਣੂ ਪਹਿਲੀ ਗੱਲ ਤੇ ਹੁੰਦਾ ਨਹੀਂਗਾ, ਜੇ ਆਵੇ ਵੀ ਕੋਈ ਹੋਰ ਬਿਮਾਰੀਆਂ ਵੀ ਹੁੰਦੀਆਂ, ਬਰੂਸੀਲੋਸਿਸ ਹੁੰਦੀ ਆ, TB ਹੁੰਦੀ ਆ, ਉਹ ਵੀ ਤੁਹਾਨੂੰ ਹੋ ਸਕਦੀ ਹੈ। ਇਸ ਕਰਕੇ ਅਸੀਂ ਸਾਰਿਆਂ ਨੂੰ ਲੋਕਾਂ ਨੂੰ ਕਹਾਂਗੇ, ਬੇਨਤੀ ਕਰਾਂਗੇ ਕਿ ਦੁੱਧ ਹਮੇਸ਼ਾ ਉਬਾਲ ਕੇ ਪੀਓ। ਤੇ ਦੂਜੀ ਗੱਲ ਕਿ ਇਨਸਾਨਾਂ ਨੂੰ ਬਿਮਾਰੀ ਦੀ ਕੋਈ ਰਿਪੋਰਟ ਨਹੀਂ ਹੋਈ, ਤੇ ਇਹਦੀ ਅਸੀਂ ਤਾਂ 20 ਦਿਨ ਤੋਂ ਤਕਰੀਬਨ ਫੀਲਡ ਵਿੱਚ ਆ। ਸਭ ਤੋਂ ਪਹਿਲਾਂ ਤਾਂ ਸਾਨੂੰ ਫਿਰ ਪ੍ਰੋਬਲਮ ਆਉਣੀ, ਸਾਡਾ ਸਾਰਾ ਪਸ਼ੂ ਪਾਲਣ ਦਾ ਸਟਾਫ, ਵੈਟਰਨਰੀ ਇੰਸਪੈਕਟਰ, ਵੀਓਜ਼ ਸਾਰੇ ਫੀਲਡ 'ਚ ਨੇ, ਤੇ 24 ਘੰਟੇ ਉਹਨਾਂ ਦੇ ਫੋਨ ਖੁੱਲੇ ਆ, 12-12, 13-13 ਘੰਟੇ ਦਿਨ ਦੇ ਟਾਈਮ ਉਹ ਸਾਰਾ ਫੀਲਡ 'ਚ। ਰਾਤ ਨੂੰ ਐਮਰਜੈਂਸੀ ਲੋੜ ਪੈਂਦੀ ਆ ਤਦ ਵੀ ਆ ਜਾਂਦੇ। ਇਸ ਕਰਕੇ ਇਹ ਬਿਮਾਰੀ ਤੋਂ ਇhtiyਾਤ ਵਰਤਣਾ ਜ਼ਰੂਰੀ ਆ, ਪਰ ਡਰਨ ਦੀ ਲੋੜ। ਧੰਨਵਾਦ। ਸੋ ਡਾਕਟਰ ਸਾਹਿਬ ਤੁਹਾਨੂੰ ਅੰਕਿਤ ਸ਼ਰਮਾ ਜੀ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਕਿਉਂਕਿ ਫੀਲਡ ਦੇ ਵਿੱਚ ਆਪਣੇ ਲੋਕਾਂ ਨਾਲ ਲਿੰਕ ਹੁੰਦੇ ਨੇ। ਸੋ ਡਾਕਟਰ ਸਾਹਿਬ ਨੇ ਫਿਰ ਉਸ ਗੱਲ ਦੀ ਤਾਇਦ ਕੀਤੀ ਹੈ ਕਿ ਜਿਹੜੇ ਆਮ ਜਿਹੜੇ ਲੋਕਲਾਈਜ਼ ਬਿਮਾਰੀ ਨੇ ਉਹਨਾਂ ਵਾਸਤੇ ਆਪਾਂ ਪੈਸੇ ਨਾ ਖਰਚ ਕਰੀਏ, ਜਿਹੜੇ ਵਾਕਿਆ ਹੀ ਜ਼ਿਆਦਾ ਜਿਹੜੀ ਜਰਨਲਾਈਜ਼ ਬਿਮਾਰੀ ਦੇ ਵਿੱਚ ਜਾ ਚੁੱਕੇ ਨੇ ਉਹਨਾਂ ਉੱਤੇ ਜਿਹੜਾ ਖਰਚਾ ਕਰਕੇ ਉਹਨਾਂ ਨੂੰ ਬਚਾਈਏ, ਕਿਉਂਕਿ ਦੁੱਧ ਤਾਂ ਆਪਣਾ ਗਿਆ ਹੀ ਗਿਆ, ਜਾਨਵਰ ਵੀ ਜਾਣ ਦਾ ਡਰ ਹੈ। ਸੋ ਅਸੀਂ ਆਪਣੀ ਆਰਥਿਕ ਜਿਹੜੀ ਹੈ ਬੱਚਤ ਜਿੰਨੀ ਕਰ ਸਕਦੇ ਆ ਉਹ ਕਰੀਏ। ਸੋ ਡਾਕਟਰ ਸਾਹਿਬ, ਡਾਕਟਰ ਵਰਮਾ ਜੀ, ਡਾਕਟਰ ਪਰੂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਬੜਾ ਅੱਛਾ ਦਿੱਤਾ। ਜੇ ਲੋੜ ਪਈ ਤੁਹਾਨੂੰ ਫਿਰ ਵੀ ਅਸੀਂ, ਤੁਸੀਂ ਸਾਡੇ ਨਾਲ ਹੀ ਹੋ। ਡਾਕਟਰ ਵਰਮਾ ਜੀ, ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗਾ ਕਿ ਇਸ ਬਿਮਾਰੀ ਦੇ ਵਿੱਚ ਲੋਕਾਂ ਨੂੰ ਬਚਾਅ ਵਾਸਤੇ ਹੋਰ ਕੀ ਕਰਨਾ ਚਾਹੀਦਾ ਹੈ। ਡਾਕਟਰ ਵਰਮਾ ਜੀ। ਦੇਖੋ, ਜਿਵੇਂ ਆਪਾਂ ਸ਼ੁਰੂ ਤੋਂ ਹੀ ਕਹਿ ਰਹੇ ਹਾਂ ਕਿ ਆਪਾਂ ਨੇ ਬਚਾਅ ਕਰਨਾ ਹੈ, ਆਪਾਂ ਨੇ ਸੰਭਾਲ ਕਰਨੀ, ਆਪਾਂ ਡਰਨਾ ਨਹੀਂ, ਜਿਵੇਂ ਡਾਕਟਰ ਪਰਨੂ ਨੇ ਵੀ ਦੱਸਿਆ। ਤੇ ਇਹਦੇ ਬਚਾਅ ਵਾਸਤੇ ਸਭ ਤੋਂ ਜਿਹੜੀ ਆਪਾਂ ਨੂੰ ਜਿਹੜੀ ਲੋੜ ਹੈ ਨਾ, ਵੀ ਆਪਾਂ ਇਹਨਾਂ ਨੂੰ ਕਾਬੂ ਕਿਵੇਂ ਕਰਨਾ ਹੈਗਾ। ਸਭ ਤੋਂ ਪਹਿਲੇ ਸਭ ਤੋਂ ਜਿਹੜਾ ਇੰਪੋਰਟੈਂਟ ਚੀਜ਼ ਹੋ ਜਾਂਦੀ ਹੈ ਕਿ ਜੇ ਆਪਣਾ ਇੱਕ ਅੱਧਾ ਪਸ਼ੂ ਜਾਂ ਦੋ ਪਸ਼ੂ ਬਿਮਾਰ ਹੋ ਗਏ, ਉਹਨੂੰ ਵੱਖਰਾ ਕਰ ਦਿਓ, ਅੱਡ ਕਰ ਦਿਓ। ਇਹ ਬਹੁਤ ਜ਼ਰੂਰੀ ਹੈ, ਸੈਪਰੇਟ ਕਰ ਦਿਓ ਉਹਨੂੰ, ਉਹਦਾ ਵੱਖਰਾ, ਉਹਦਾ ਖਾਣਾ ਪੀਣਾ ਵੱਖਰਾ, ਉਹਦਾ ਕਾਮਾ ਵੱਖਰਾ, ਤੇ ਉਹ ਬਿਲਕੁਲ ਵੱਖ ਤੌਰ ਤੇ ਕਰ ਦਿਓ। ਦੂਜਾ, ਕਿਉਂਕਿ ਅੱਜ ਕੱਲ੍ਹ ਜਿਵੇਂ ਆਪਾਂ ਪਹਿਲੇ ਵੀ ਗੱਲ ਹੋਈ, ਮੌਸਮ ਇਹੋ ਜਿਹਾ ਹੈਗਾ ਕਿ ਆਪਾਂ ਨੇ ਸਫਾਈ ਦਾ ਇੰਤਜ਼ਾਮ ਜ਼ਰੂਰ ਕਰਨਾ, ਕਿ ਜਿੰਨੀ ਸਫਾਈ ਹੋਊਗੀ ਮੱਖੀ ਮੱਛਰ ਤੇ ਆਪਾਂ ਕਾਬੂ ਪਾ ਸਕਾਂਗੇ। ਸਫਾਈ ਵਾਸਤੇ ਸਾਨੂੰ ਜਿਹੜੀ ਹੈ ਕਿ ਬਾਰ-ਬਾਰ ਕਿਹਾ ਜਾਂਦਾ ਹੈ ਕਿ ਆਪਾਂ ਜਿਹੜਾ ਹੈਗਾ ਸਫਾਈ ਜ਼ਰੂਰ ਰੱਖਣੀ ਹੈਗੀ ਹੈ। ਤੇ ਸਫਾਈ ਵਾਸਤੇ ਆਪਾਂ ਇਹ ਹੈ ਕਿ ਫਿਨੋਲ ਜਾਂ ਸੋਡੀਅਮ ਹਾਈਪੋਕਲੋਰਾਈਡ ਦਾ ਪੋਚਾ ਲਾ ਸਕਦੇ ਹਾਂ, ਤੇ ਉਹ 15 ਕੁ ਮਿੰਟ ਜਿਹੜੀ ਹੈ ਜੇ ਉਹ ਜ਼ਮੀਨ ਤੇ ਰਹੂਗੀ, ਜੋ ਦਵਾਈ ਪਈ ਰਹੂਗੀ, ਇਹ ਨਹੀਂ ਕਿ ਉਧਰੋਂ ਆਪਾਂ ਪੋਚਾ ਲਾਇਆ ਤੇ ਉਧਰੋਂ ਧੋਤਾ ਪਾਣੀ ਨਾਲ, ਪਾਈਪ ਨਾਲ, ਤੇ ਉਹ ਬਿਲਕੁਲ ਸਾਰਾ ਫਿਰ ਗਲਤ ਹੋ ਜਾਊਗਾ। 15 ਕੁ ਮਿੰਟ ਦਾ ਜਿਹੜਾ ਹੈ ਘੱਟੋ ਘੱਟ ਅਸਰ ਰਹਿਣਾ ਚਾਹੀਦਾ ਹੈ ਉਸ ਜਿਹੜਾ ਘੋਲ ਆਪਾਂ ਨੇ ਬਣਾਇਆ ਹੈਗਾ, ਜਿਹਦੇ ਕਰਕੇ ਆਪਾਂ ਪੋਚਾ ਲਾ ਰਹੇ ਹਾਂ ਜਾਂ ਡਿਸਇਨਫੈਕਟੈਂਟ ਯੂਜ਼ ਕਰ ਰਹੇ ਹਾਂ। ਤੇ ਮੱਖੀ ਮੱਛਰ, ਜੇ ਆਪਾਂ ਮੱਛਰ ਦੀ ਗੱਲ ਕਰੀਏ ਕਿ ਮੱਛਰ ਨੂੰ ਤਾਂ ਹੁਣ ਜਿਹੜੀ ਸਾਡੀ ਰਿਕਮੈਂਡੇਸ਼ਨ ਬਹੁਤ ਜਗ੍ਹਾ ਤੇ ਪਸ਼ੂ ਪਾਲਕਾਂ ਨੇ, ਡੇਅਰੀ ਪਾਲਕਾਂ ਨੇ ਮੱਛਰਦਾਨੀਆਂ ਵੀ ਲਾ ਦਿੱਤੀਆਂ ਹੈਗੀਆਂ, ਤੇ ਮੱਛਰਦਾਨੀ ਆਪਾਂ ਨੂੰ ਲਾਣੀ ਪੈਣੀ ਹੈ। ਤੇ ਜਾਂ ਮੱਛਰਾਂ ਨੂੰ ਭਜਾਉਣ ਵਾਸਤੇ ਅਸੀਂ ਧੂਆਂ ਵਗੈਰਾ ਕਰ ਸਕਦੇ ਹਾਂ, ਜਿਹੜੀ ਪਾਥੀਆਂ ਦਾ ਧੂਆਂ ਕਰ ਸਕਦੇ ਹਾਂ। ਥੋੜਾ ਜਿਹਾ ਧਿਆਨ ਰੱਖਣਾ ਹੈ ਕਿ ਕੋਈ ਇੰਨਾ ਜ਼ਿਆਦਾ ਧੂਆਂ ਨਾ ਹੋ ਜੇ ਤੇ ਕੋਈ ਸਾਹ ਦੀ ਪ੍ਰੋਬਲਮ ਜਿਹੜੇ ਸਾਡੇ ਲਵੇਰਿਆਂ ਨੂੰ ਆਵੇ। ਤੇ ਧੂਏ 'ਚ ਇਹ ਵੀ ਕਿਹਾ ਜਾਂਦਾ ਹੈਗਾ, ਜੇ 1-2 ਚਮਚ ਸੌਂਫ ਪਾ ਲੈਂਦੇ ਹਾਂ ਤੇ ਉਹਦੇ ਨਾਲ ਥੋੜੀ ਜਿਹੜਾ ਹੈ ਬੈਟਰ ਹੋ ਜਾਂਦਾ ਹੈਗਾ ਧੂਆਂ। ਤੇ ਉਹ ਇੱਕ ਤਾਂ ਆਪਾਂ ਉਹਦੇ ਨਾਲ ਮੱਛਰ ਭਜਾਣੇ ਆ, ਚਾਹੇ ਮੱਛਰਦਾਨੀ ਲੈਣੀ ਹੈ, ਚਾਹੇ ਧੂਆਂ ਕਰਨਾ ਹੈਗਾ। ਦੂਜਾ, ਮੱਖੀਆਂ ਨਾਲ ਰੋਕਥਾਮ ਸਾਨੂੰ ਬਹੁਤ ਜ਼ਰੂਰੀ ਹੈ ਕਿ ਮੱਖੀਆਂ ਕਰਕੇ ਜਿਹੜੀ ਹੈ ਬਹੁਤ ਸਾਡੇ ਕੋਲ ਆਮ ਵੀ ਸਵਾਲ ਰੋਜ਼ ਪੁੱਛੇ ਜਾਂਦੇ, ਇਹ ਤਾਂ ਬਿਮਾਰੀ ਦੀ ਗੱਲ ਹੈ। ਤੇ ਮੱਖੀਆਂ ਨੂੰ ਆਪਾਂ ਕਿਵੇਂ ਕਾਬੂ ਕਰੀਏ? ਮੱਖੀਆਂ ਜਿਹੜੀਆਂ, ਕਿਉਂਕਿ ਗੰਦਗੀ ਹੋਣੀ ਹੈ, ਮੱਖੀਆਂ ਨੇ ਆਣਾ ਹੀ ਆਣਾ, ਉਹਦੇ ਵਾਸਤੇ ਅਸੀਂ ਮਤਲਬ ਕਿ ਜੇ ਦਵਾਈਆਂ ਇਸਤੇਮਾਲ ਕਰੋਗੇ ਟੌਕਸਿਕ ਹੋ ਜਾਂਦੇ, ਕਈ ਤਰ੍ਹਾਂ ਦੀ ਸਮੱਸਿਆ ਆਉਂਦੀ, ਅਸੀਂ ਦੇਸੀ ਮਤਲਬ ਕਿ ਉਹਦਾ ਕੰਮ ਕਰ ਸਕਦੇ ਹਾਂ। ਉਹਦੇ 'ਚ ਅਸੀਂ ਪਹਿਲੇ ਵੀ ਸਿਫਾਰਿਸ਼ ਕਰਦੇ ਰਹੇ ਹਾਂ, ਜਿਵੇਂ 1 ਲੀਟਰ ਆਪਾਂ ਨੇ ਪਾਣੀ ਲੈ ਲਿਆ, 1 ਲੀਟਰ ਪਾਣੀ ਲੈ ਲਿਆ, ਉਹਦੇ 'ਚ 250, 300, 400 ਗ੍ਰਾਮ ਗੁੜ ਪਾ ਲਿਆ, ਗੁੜ ਜਾਂ ਸ਼ੱਕਰ ਘੋਲ ਲਿਆ ਹੈਗਾ। ਉਹਦੇ 'ਚ ਫਿਰ 100 ਗ੍ਰਾਮ ਆਪਾਂ ਨੇ ਜਿਹੜੀ ਹੈ ਟਰਮਾਈਟ ਵਾਲੀ ਜਿਹੜਾ ਸਿਉਂਕ ਲੱਗਦੀ ਹੈਗੀ, ਕਲੋਰੋਪਾਈਰੀਫਾਸ, ਇਹ ਦਵਾਈ ਪਾ ਲੈਣੀ ਹੈਗੀ। 1 ਲੀਟਰ ਆਪਾਂ ਪਾਣੀ ਲਿਆ, ਮੈਂ ਫੇਰ ਕਹਿ ਦਿੰਦਾ, ਤੇ 250-300 ਗ੍ਰਾਮ ਉਹਦੇ 'ਚ ਗੁੜ ਜਾਂ ਸ਼ੱਕਰ ਪਾਤੀ, ਤੇ 100 ਗ੍ਰਾਮ ਕਲੋਰੋਪਾਈਰੀਫਾਸ ਪਾਤਾ, ਇਹ ਘੋਲ ਜਿਹਾ ਬਣਾ ਲਿਆ। ਇਹਦੇ 'ਚ ਆਪਾਂ ਜਿਵੇਂ ਜਿਹੜੇ ਸੇਬੇ ਵਾਲੀਆਂ ਬੋਰੀਆਂ ਹੁੰਦੀਆਂ ਜਾਂ ਮੋਟੀ ਸੇਬਾ ਜਾਂ ਰੱਸੀ ਹੁੰਦੀ ਹੈਗੀ ਆ, ਜਿਹੜੀ ਜੂਟ ਵਾਲੀ, ਜਿਹੜੀ ਸੇਬੇ ਵਾਲੀ, ਉਹ ਰੱਸੀ ਲੈ ਕੇ ਆਪਾਂ ਨੇ ਡੁਬੋ ਕੇ ਆਪਾਂ ਨੇ ਟੰਗ ਦੇਣੀ ਹੈ, ਜਾਂ ਬੋਰੀ
ਬੋਰੀ ਭਿਓ ਕੇ ਜਿਹੜੀ ਸੇਬਿਆਂ ਵਾਲੀ ਬੋਰੀ ਹੁੰਦੀ ਭਿਓ ਕੇ ਉਹਨੂੰ ਇੱਕ ਕੋਨੇ 'ਚ ਆਪਾਂ ਫਾਰਮ ਤੇ ਲਾ ਦਈਏ ਤਾਂ ਉੱਥੇ ਮੱਖੀਆਂ, ਕਿਉਂਕਿ ਗੁੜ ਕਰਕੇ ਮੱਖੀ ਬੈਠੂਗੀ, ਉਹਦੇ 'ਚ ਦਵਾਈ ਹੈ ਤੇ ਮੱਖੀਆਂ ਨੇ ਮਰੀ ਜਾਣਾ। ਤੇ ਸਾਡਾ ਆਪਾਂ ਮੱਖੀਆਂ ਨੂੰ ਏਦਾਂ ਕੰਟਰੋਲ ਕਰ ਸਕਦੇ ਹਾਂ। 3 ਦਿਨਾਂ ਬਾਅਦ ਫੇਰ ਸਾਨੂੰ ਦਵਾਈ ਜਿਹੜੀ ਹੈ ਉਹ ਦਵਾਈ ਵਾਲਾ ਜਿਹੜਾ ਘੋਲ ਬਣਾ ਕੇ ਉਹ ਬੋਰੀ ਤੁਹਾਨੂੰ ਜਿਹੜੀ ਹੈ ਉਹ ਟੰਗਣੀ ਪਊਗੀ। ਇਹਦੇ ਕਰਕੇ ਆਪਾਂ ਮੱਖੀਆਂ ਦਾ ਜਿਹੜਾ ਘਰੇਲੂ ਹੀ ਉਪਾਅ ਕਰ ਸਕਦੇ, ਤੇ ਮੱਖੀਆਂ ਨੂੰ ਜੇ ਮੱਖੀ ਕਾਬੂ ਰਹੂਗੀ ਤਾਂ ਸਾਡੀ ਬਿਮਾਰੀ ਤੇ ਵੀ ਕਾਬੂ ਰਹੂਗਾ। ਤੀਜਾ ਹੈਗਾ ਚਿੱਚੜ, ਕਿਉਂਕਿ ਇਹ ਮੱਖੀ, ਮੱਛਰ ਤੇ ਚਿੱਚੜਾਂ ਕਰਕੇ ਇਹ ਜ਼ਿਆਦਾ ਇਹਦੇ ਵੈਕਟਰਸ ਹੈਗੇ ਜਿਹੜੇ ਫੈਲਾਉਂਦੇ ਹੈਗੇ ਆ ਜਿਹੜੇ ਬਿਮਾਰ ਪਸ਼ੂ ਤੋਂ ਤੰਦਰੁਸਤ ਪਸ਼ੂ ਨੂੰ। ਤੇ ਉਹਦੇ ਵਾਸਤੇ ਸਾਨੂੰ ਚਿੱਚੜਾਂ ਨੂੰ ਜਿਹੜਾ ਹੈਗਾ ਕਿ ਚਿੱਚੜ ਨੂੰ ਆਪਾਂ ਕਾਬੂ ਕਿਵੇਂ ਕਰਨਾ ਹੈ ਕਿ ਆਪਾਂ ਨੇ, ਕਿਉਂਕਿ ਚਿੱਚੜ ਤਾਂ ਇੱਕ ਤਾਂ ਪਹਿਲੇ ਦਵਾਈ ਆਪਾਂ ਮਲ ਦਿੰਦੇ ਹਾਂ ਉੱਪਰ ਪਸ਼ੂਆਂ ਤੇ ਲਾ ਦੇਣ, ਚੰਗੀ ਤਰ੍ਹਾਂ ਦਵਾਈ ਉਹੀ ਹੁੰਦੀ, ਆਪਾਂ ਚੰਗੀ ਤਰ੍ਹਾਂ ਸਾਡੇ ਪਸ਼ੂ ਪਾਲਕ ਨਹੀਂ ਮਲਦੇ, ਅੱਗੇ ਪਿੱਛੇ ਬਾਹੂਆਂ 'ਚ, ਪੂੰਛ ਦੇ ਪਿੱਛੇ, ਗਰਦਨ ਦੇ ਉਹ ਲਾਓ ਚੱਡੇ ਚ ਅੰਦਰ। ਤੇ ਉਹਦੇ ਨਾਲ ਆਪਾਂ ਕੀ ਕਰਨਾ ਹੈ, ਅਸੀਂ ਸਾਰੇ ਫਾਰਮ ਤੇ ਜਿਹੜਾ ਹੈਗਾ ਚਿੱਚੜ ਨੂੰ ਜਿਹੜਾ ਖਤਮ ਕਰਨ ਦਾ ਉਪਰਾਲਾ ਕਰਨਾ ਹੈਗਾ। ਤਰੇੜਾਂ 'ਚ ਲੁੱਕ ਜਾਂਦੇ ਹੈਗੇ ਹੈ ਤੇ ਉੱਥੇ ਆਪਾਂ ਨੇ ਟੀਪ ਵਗੈਰਾ ਕਰ ਦਈਏ, ਜੇ ਉੱਥੇ ਦਵਾਈ ਆਪਾਂ ਸਪਰੇਅ ਕਰੀਏ ਤੇ ਉਹ ਮਤਲਬ ਕਿ ਚਿੱਚੜਾਂ ਨੂੰ ਆਪਾਂ ਕੰਟਰੋਲ ਕਰੀਏ। ਮੱਖੀ ਵੀ ਆਪਾਂ ਕੰਟਰੋਲ ਕਰਨੀ ਹੈ, ਮੱਛਰ ਵੀ ਕਰਨਾ ਹੈ, ਚਿੱਚੜ ਵੀ ਕਰਨਾ ਹੈ। ਉਹਦੇ ਨਾਲ ਜਿਹੜੀ ਹੈਗੀ ਹੈ ਬਿਮਾਰ ਪਸ਼ੂ ਨੂੰ ਆਪਾਂ ਵੱਖਰਾ ਕਰਤਾ ਤੇ ਕੋਈ ਬਾਹਰੋਂ ਨਾ ਆਵੇ। ਬਾਇਓ ਸਿਕਿਉਰਿਟੀ ਸਾਨੂੰ ਕਰਨੀ ਬਹੁਤ ਜ਼ਰੂਰੀ ਹੈ। ਤੇ ਆਪਣੇ ਫਾਰਮ ਦੇ ਬਾਹਰ ਜਿਹੜਾ ਚੂਨਾ ਪਾ ਦਿਓ ਤੇ ਕਲੀ ਪਾ ਦਿਓ, ਤੇ ਉਹ ਪਾ ਕੇ ਚਾਹੇ ਕੋਈ ਸਕੂਟਰ ਆ ਰਿਹਾ, ਚਾਹੇ ਮੋਟਰਸਾਈਕਲ ਆ ਰਿਹਾ, ਚਾਹੇ ਤੁਸੀਂ ਖੁਦ ਆ ਰਹੇ ਹੋ, ਉਹ ਦਵਾਈ ਤੁਹਾਨੂੰ ਲੱਗ ਕੇ ਆਏਗੀ ਤੇ ਉਸ ਕਰਕੇ ਜਿਹੜਾ ਵਿਸ਼ਾਣੂ ਗਾਹਾਂ ਨਹੀਂ ਫੈਲਦਾ ਹੈਗਾ। ਇਹਦੇ ਨਾਲ ਆਪਾਂ ਕੀ ਕਰਨਾ ਹੈਗਾ, ਬਿਮਾਰ ਪਸ਼ੂ ਦਾ ਤਾਂ ਇਲਾਜ ਕਰਾਉਣਾ ਹੈਗਾ। ਤੇ ਹੁਣ ਜਿਹੜੀ ਬਹੁਤ ਜ਼ਰੂਰੀ ਚੀਜ਼ ਹੈ, ਜਿਹੜੇ ਹੈਲਦੀ ਸਾਡੇ ਜਿਹੜੇ ਤੰਦਰੁਸਤ ਜਿਹੜੇ ਜਾਨਵਰ ਹੈ ਉਹਨਾਂ ਨੂੰ ਆਪਾਂ ਨੇ ਟੀਕਾ ਲਵਾਉਣਾ ਹੈ ਬਚਾਓ ਦਾ, ਜਿਹਨੂੰ ਵੈਕਸੀਨ ਕਹਿੰਦੇ ਆ। ਇੱਥੇ ਮੈਂ ਇਹ ਦੱਸਣਾ ਚਾਹੁੰਦਾ ਹੈਗਾ ਕਿ ਪੰਜਾਬ ਸਰਕਾਰ ਨੇ ਕਾਫੀ ਜਿਹੜੀ ਵੈਕਸੀਨ ਉਪਲਬਧ ਕਰਾਈ ਹੈ, ਪਰ ਉਹ ਤੁਹਾਨੂੰ ਨੇੜਲੇ ਡਾਕਟਰ ਨੂੰ ਸੰਪਰਕ ਕਰਨਾ ਪੈਣਾ ਹੈਗਾ। ਤੇ ਡਾਕਟਰਾਂ ਨੇ ਹੁਣ ਟੀਮਾਂ ਬਣਾਈਆਂ ਹੈਗੀਆਂ ਤੇ ਇੱਥੋਂ ਵੀ ਲੁਧਿਆਣੇ ਤੋਂ, ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਤੋਂ ਵੀ ਜਿਹੜੇ ਇੰਟਰਨਸ ਵਿਦਿਆਰਥੀਆਂ ਦੀਆਂ ਡਿਊਟੀਆਂ ਲੱਗੀਆਂ, ਖਾਲਸਾ ਕਾਲਜ ਤੋਂ ਵੀ ਲੱਗੀਆਂ ਹੈਗੀਆਂ। ਤੇ ਉਹਨਾਂ ਨੇ ਉਹ ਜਿਹੜੀ ਗੋਟ ਪੌਕਸ ਵੈਕਸੀਨ ਉਹ ਆਪਾਂ ਲਾ ਰਹੇ ਹਾਂ, ਉਹ ਇਸ ਵੇਲੇ ਅਵੇਲੇਬਲ ਹੈ ਤੇ ਉਹ ਤੰਦਰੁਸਤ ਪਸ਼ੂ ਨੂੰ ਲਵਾ ਲੈਣੀ ਹੈ। ਤੇ ਉਹਦੇ ਵਾਸਤੇ ਸਾਨੂੰ ਇਹ ਧਿਆਨ ਦੇਣ ਦੀ ਲੋੜ ਹੈ ਕਿ ਇਹ ਨਾ ਕਰੀਏ ਵੀ ਆਹ ਸਾਡੇ ਜਿਹੜੇ ਕੀਮਤੀ ਜਾਨਵਰ ਹੈ, ਇਹਦਾ ਦੁੱਧ ਘੱਟ ਜੂ, ਇਹ ਹੋ ਜਾਊਗਾ, ਇਹਨੂੰ ਨਹੀਂ ਲਵਾਉਣੀ, ਦੂਜਿਆਂ ਨੂੰ ਲਾ ਲਓ। 4 ਸਾਲ ਦੇ ਉੱਪਰ ਦੇ ਜਿਹੜੇ ਵੀ ਸਾਡੇ ਲਵੇਰੇ ਹੈ, ਗਾਵਾਂ, ਮੱਝਾਂ ਹੈਗੀਆਂ, ਚਾਹੇ ਉਹ ਗੱਭਣ ਹੈ, ਹਰੇਕ ਨੂੰ ਜਿਹੜੀ ਗੋਟ ਪੌਕਸ ਵੈਕਸੀਨ ਆਪਾਂ ਲਵਾ ਲੈਣੀ ਹੈਗੀ ਹੈ। ਤੇ ਉਹਦੇ ਵਾਸਤੇ ਵੈਕਸੀਨ ਦਾ ਤਰੀਕਾ ਸਭ ਨੂੰ ਤੁਹਾਨੂੰ ਪਤਾ ਹੀ ਹੈਗਾ। ਸਾਡੇ ਪਸ਼ੂ ਪਾਲਕਾਂ ਨੂੰ ਹਰੇਕ ਪਸ਼ੂ ਵਾਸਤੇ ਨਵੀਂ ਸੂਈ, ਨਵੀਂ ਸਿਰਿੰਜ ਲੱਗਣੀ ਚਾਹੀਦੀ ਹੈ। ਇੱਕ ਪਸ਼ੂ ਦੀ ਸੂਈ ਦੂਜੇ ਨੂੰ ਨਹੀਂ ਲੱਗਣੀ ਚਾਹੀਦੀ, ਬਿਮਾਰੀ ਹੋਣ ਦਾ ਡਰ ਰਹਿੰਦਾ ਹੈਗਾ। ਤੇ ਵੈਕਸੀਨ ਆਪਾਂ ਜਿਹੜੀ ਹੈਗੀ 4 ਡਿਗਰੀ ਤੇ ਰੱਖਣੀ ਹੈਗੀ, ਉਹਦਾ ਕੋਲਡ ਜਿਹੜੀ ਚੇਨ ਹੈ ਮੇਨਟੇਨ ਕਰਨੀ ਬਹੁਤ ਜ਼ਰੂਰੀ ਹੈ। ਵੈਕਸੀਨ ਲਵਾਉਣੀ ਹੈ ਸਾਰੇ ਪਸ਼ੂਆਂ ਨਾਲ। ਜੇ ਸਾਡਾ ਕੋਈ ਪਸ਼ੂ ਮਰਦਾ ਹੈਗਾ ਤੇ ਸਾਨੂੰ ਪ੍ਰੋਪਰ ਉਹਦਾ ਡਿਸਪੋਜ਼ਲ ਕਰਨਾ ਪਊਗਾ। ਤੇ ਇੰਨੀਆਂ ਗੱਲਾਂ ਦਾ ਆਪਾਂ ਧਿਆਨ ਰੱਖਾਂਗੇ, ਸਫਾਈ, ਮੱਖੀ ਮੱਛਰ ਚਿੱਚੜਾਂ ਦਾ ਸੰਭਾਲ, ਸਾਡੇ ਕੋਈ ਬਾਇਓ ਸਿਕਿਉਰਿਟੀ, ਢੋਆਈ ਆਪਾਂ ਨਹੀਂ ਕਰਨੀ, ਕਿੱਥੇ ਛੂਆਂ 'ਚ ਜਾਨਵਰ ਨੂੰ ਲੈ ਕੇ ਨਹੀਂ ਜਾਣਾ, ਵੈਸੇ ਸਰਕਾਰ ਨੇ ਬੈਨ ਕਰ ਹੀ ਦਿੱਤਾ ਹੈਗਾ। ਤੇ ਫਿਰ ਵੀ ਜੇ ਤੁਹਾਨੂੰ ਟਰਾਂਸਪੋਰਟ ਕਰਨ ਦੀ ਜ਼ਰੂਰਤ ਹੀ ਪਵੇ, ਵੀ ਉਚੇਚੇ ਤੌਰ ਤੇ ਸਾਨੂੰ ਕੋਈ ਕੰਮ ਹੈ, ਐਮਰਜੈਂਸੀ ਹੈ, ਜਾਨਵਰ ਆਪਾਂ ਟਰਾਂਸਪੋਰਟ ਕਰਨਾ ਹੈ, ਤੇ ਉਹਦੇ ਘੱਟੋ ਘੱਟ ਉਹਦੇ 4 ਹਫ਼ਤੇ ਪਹਿਲੇ ਵੈਕਸੀਨ ਲੱਗੀ ਹੋਣੀ ਚਾਹੀਦੀ ਹੈ। ਤੇ ਫਿਰ ਆਪਾਂ ਇੱਧਰ ਉੱਧਰ ਕਰ ਸਕਦੇ ਹਾਂ, ਪਰ ਕੁੱਲ ਮਿਲਾ ਕੇ ਢੋਆਈ ਨਾ ਕਰੀਏ ਆਪਾਂ, ਤੇ ਸਾਰੀ ਸਫਾਈ, ਮੱਖੀ ਮੱਛਰ ਦਾ ਉਪਰਾਲਾ, ਵੈਕਸੀਨ ਲਵਾਈਏ, ਬਿਮਾਰ ਨੂੰ ਵੱਖਰਾ ਕਰਦੇ, ਇਹ ਸਾਰੇ ਜਿਹੜੇ ਉਪਰਾਲੇ ਕਰਾਂਗੇ ਤੇ ਫਿਰ ਆਪਾਂ ਇਸ ਬਿਮਾਰੀ ਤੋਂ ਮਤਲਬ ਕਿ ਕਾਬੂ ਕਰ ਸਕਦੇ ਹਾਂ, ਇਹਨੂੰ ਆਪਾਂ ਬਚਾਅ ਕਰ ਸਕਦੇ ਹਾਂ। ਸੋ ਡਾਕਟਰ ਸਾਹਿਬ, ਇਸ ਦੇ ਨਾਲ ਸਾਡੇ ਕੋਲ ਕੁਝ ਸਵਾਲ ਨੇ। ਸੁਖਵਿੰਦਰ ਸਿੰਘ ਖਾਲਸਾ ਜੀ ਲਿਖਦੇ ਨੇ, ਬੇਸ਼ੱਕ ਵੇਖਣ ਨੂੰ ਜਿਹੜਾ ਸਵਾਲ ਜਿਹੜਾ ਸਹਿਜ ਸੁਭਾਅ ਲੱਗਦਾ ਵੀ ਛੋਟੀ ਗੱਲ ਹੈ, ਉਹ ਕਹਿੰਦੇ ਆ ਕਿ ਕੀ ਬਿਮਾਰ ਪਸ਼ੂ ਦਾ ਦੁੱਧ ਆਪਾਂ ਡੇਅਰੀ ਤੇ ਪਾ ਸਕਦੇ ਹਾਂ? ਬਿਮਾਰ ਪਸ਼ੂ ਦਾ ਤੁਸੀਂ ਦੁੱਧ ਡੇਅਰੀ ਤੇ ਪਾ ਸਕਦੇ ਹੋ, ਕਿਉਂਕਿ ਜਿਹੜਾ ਬਿਮਾਰ ਪਸ਼ੂ ਜਿਹੜਾ ਦੁੱਧ ਉਹਨਾਂ ਨੇ ਕਰਨਾ ਉਹ ਪਾਸਚਰਾਈਜ਼ ਕੀਤਾ ਜਾਂਦਾ। ਜਿਹੜੀਆਂ ਡੇਅਰੀਆਂ ਫੈਕਟਰੀਆਂ ਹੈਗੀਆਂ ਉੱਥੇ ਉਹ ਪਾਸਚਰਾਈਜ਼ ਕਰਦੇ। ਪਾਸਚਰਾਈਜ਼ ਦਾ ਮਤਲਬ ਹੀ ਇਹੀ ਹੁੰਦਾ ਕਿ ਕੀਟਾਣੂ ਰਹਿਤ ਕਰਨਾ, ਤੇ ਗਾਹਾਂ ਆਪਾਂ ਨੇ ਉਬਾਲ ਕੇ ਪੀਣਾ ਹੁੰਦਾ ਹੈ। ਇਸ ਕਰਕੇ ਕੋਈ ਇਹੋ ਜਿਹੀ ਗੱਲ ਨਹੀਂ, ਤੁਸੀਂ ਉਹ ਜਿਹੜਾ ਹੈ ਦੁੱਧ ਤੁਸੀਂ ਪਾ ਸਕਦੇ ਹੋ, ਕਿਉਂਕਿ ਉਹਨਾਂ ਨੇ ਆਪੇ ਉੱਥੇ ਪਾਸਚਰਾਈਜ਼ ਕਰਨਾ ਹੁੰਦਾ ਹੈਗਾ, ਪਾਸਚਰਾਈਜ਼ੇਸ਼ਨ ਹੁੰਦੀ ਹੈ। ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਇਹ ਤਾਂ ਉਹੀ ਵੱਡੀਆਂ ਡੇਅਰੀਆਂ ਦੀ ਗੱਲ। ਪਰ ਮੈਂ ਇੱਕ ਹੋਰ ਮੇਰੇ ਮਨ ਦੇ ਵਿੱਚ ਆਇਆ ਕਿ ਜਿਹੜੇ ਲੋਕ ਛੋਟੀਆਂ ਡੇਅਰੀਆਂ ਦੇ ਵਿੱਚ ਜਿਹੜੇ ਉੱਥੋਂ ਹੀ ਲੈ ਕੇ ਉੱਥੇ ਪਾਉਂਦੇ ਨੇ, ਉਹਨਾਂ ਵਾਸਤੇ ਜੇ ਉਬਲਿਆ ਹੋਇਆ ਦੁੱਧ ਸਪਲਾਈ ਕਰਦਾ ਮੇਰੇ ਖਿਆਲ ਜ਼ਿਆਦਾ ਅੱਛੀ ਗੱਲ ਹੋਵੇਗੀ।
ਨਹੀਂ ਦੇਖੋ ਜੀ, ਏਦਾਂ ਹੈਗਾ, ਜੇ ਤੁਹਾਡੇ ਕੋਲ ਇੰਤਜ਼ਾਮ ਹੈਗਾ ਤਾਂ ਉਬਾਲ ਕੇ ਤੁਸੀਂ ਚਾਰਜ ਵੀ ਕਰ ਸਕਦੇ ਹੋ, 2-4-5 ਰੁਪਏ ਉਸ ਤੋਂ ਜ਼ਿਆਦਾ ਲੈ ਸਕਦੇ ਹੋ, ਤੇ ਉਬਾਲ ਕੇ ਸਪਲਾਈ ਕੀਤਾ ਤਾਂ ਬਹੁਤ ਹੀ ਵਧੀਆ ਹੈਗਾ, ਫਿਰ ਤਾਂ ਉਹਦੇ ਬਿਲਕੁਲ ਨਿਸ਼ਚਿੰਤ ਹੀ ਹੈਗੇ ਆ ਆਪਾਂ। ਹਾਂਜੀ ਹਾਂਜੀ। ਇੱਕ ਡਾਕਟਰ ਸਾਹਿਬ ਅਗਲਾ ਜਿਹੜਾ ਬੇਸ਼ੱਕ ਉਹ ਕਹਿੰਦੇ ਆ ਵੀ ਮੇਰਾ ਇਹ ਆ ਕਮੈਂਟ ਉਹਨਾਂ ਨੇ ਕੀਤਾ, ਉਹਨਾਂ ਦੇ ਇਲਾਕੇ ਦੇ ਵਿੱਚ 50% ਜਿਹੜੇ ਆ ਜਾਨਵਰ ਕਹਿੰਦਾ ਸਾਡੇ ਪ੍ਰਭਾਵਿਤ ਹੋਏ ਹੋਣੇ ਆ, ਖਾਸ ਕਰਕੇ ਗਊਆਂ ਦੀ ਮੇਰੇ ਗੱਲ ਕਰ ਰਹੇ ਆ। ਤੇ ਉਹ ਕਹਿੰਦੇ ਆ ਜੀ ਇਹ ਜਿਹੜਾ ਪ੍ਰਚਾਰ ਤੁਸੀਂ ਦੁੱਧ ਬਾਰੇ ਹੈਗਾ ਤੇ ਜਾਗਰੂਕ ਕਰਨ ਦੀ ਲੋੜ ਆ, ਇਹ ਪਿੰਡਾਂ ਦੇ ਸ਼ਹਿਰਾਂ ਵਿੱਚ ਜਾ ਕੇ ਜਾਗਰੂਕ ਕਰਨਾ ਚਾਹੀਦਾ। ਉਹ ਆਪਾਂ ਨੂੰ ਥੋੜਾ ਜਿਹਾ ਸੁਝਾਅ ਦੇ ਰਹੇ ਨੇ। ਪਹਿਲਾਂ ਤੁਹਾਡਾ ਵਿਚਾਰ ਲਵਾਂਗਾ, ਫਿਰ ਸਾਡੇ ਨਾਲ ਡਾਕਟਰ ਪੰਨੂ ਜਿਸ ਤਰ੍ਹਾਂ ਮੈਂ ਦੱਸਿਆ ਸੀ ਜੁੜੇ ਹੋਏ ਨੇ, ਕਿਉਂਕਿ ਉਹ ਵਿਭਾਗ ਦੇ ਵਿੱਚ ਅਧਿਕਾਰੀ ਨੇ, ਸੀਨੀਅਰ ਵੈਟਰਨਰੀ ਅਫੀਸਰ ਨੇ, ਤੇ ਉਹਨਾਂ ਦਾ ਵੀ ਆਪਾਂ ਜਿਹੜਾ ਵਰਚਨ ਲਵਾਂਗੇ ਕਿ ਜਿਹੜੀ ਸਰਕਾਰ ਹੈ ਜਾਂ ਡਿਪਾਰਟਮੈਂਟ ਹੈ ਇਹ ਜਾਗਰੂਕ ਕਰਨ ਲਈ ਕੀ ਕੀ ਕਰ ਰਹੀ ਹੈ। ਹਾਂ ਦੇਖੋ, ਬਹੁਤ ਵਧੀਆ ਇਹ ਜਿਹੜੇ ਸਾਡੇ ਦਰਸ਼ਕ ਸੀ ਜਿਨ੍ਹਾਂ ਨੇ ਇਹ ਗੱਲ ਕੀਤੀ ਤੇ ਇਹ ਸਾਨੂੰ ਸੁਝਾਅ ਦਿੱਤਾ। ਮੈਂ ਇੱਥੇ ਇਹ ਦੱਸਣਾ ਚਾਹੁੰਦਾ ਹੈਗਾ ਕਿ ਸਰਕਾਰ ਨੇ, ਮਾਨਯੋਗ ਸਾਡੇ ਮੁੱਖ ਮੰਤਰੀ ਜੀ ਨੇ ਆਪ ਮੀਟਿੰਗ ਲੈ ਕੇ ਗਾਹਾਂ ਹੁਣ ਸਾਡੇ ਸਾਰੇ ਜਿਹੜੇ ਪਸ਼ੂ ਪਾਲਣ ਵਿਭਾਗ ਯੂਨੀਵਰਸਿਟੀ ਨੂੰ ਹਦਾਇਤਾਂ ਦਿੱਤੀਆਂ ਕਿ ਆਪਾਂ ਟੀਮਾਂ ਬਣਾ ਕੇ ਜਿਹੜੇ ਡਿਪਟੀ ਡਾਇਰੈਕਟਰ ਹੈ ਵੱਖ-ਵੱਖ ਪਿੰਡਾਂ 'ਚ ਜਾਣ ਤੇ ਲੋਕਾਂ ਨੂੰ ਅਵੇਅਰਨੈਸ ਕਰਨ, ਉਹਨਾਂ ਨੂੰ ਦੱਸਣ ਵੀ ਜਿਹੜਾ ਦੁੱਧ ਹੈਗਾ ਕੋਈ ਇਹ ਬਿਲਕੁਲ ਸੇਫ ਹੈ, ਬੋਇਲ ਕਰਕੇ ਪੀਓ, ਤੇ ਨਾਲ ਜਿਹੜਾ ਹੈਗਾ ਕਿ ਆਪਾਂ ਹਰ ਤਰ੍ਹਾਂ ਦਾ ਉਪਰਾਲਾ ਜੋ ਅਸੀਂ ਗੱਲਾਂ ਕੀਤੀਆਂ ਹੈਗੀਆਂ ਬਚਾਓ ਦੇ ਉਪਰਾਲੇ ਕੀਤੇ ਜਾਣ। ਇਹ ਸਰਕਾਰ ਕਰ ਰਹੀ ਹੈ, ਰੇਡੀਓ ਤੇ ਟੈਲੀਵਿਜ਼ਨ ਤੇ ਇਹੋ ਜਿਹੇ ਪ੍ਰੋਗਰਾਮ 'ਚ, ਅਖਬਾਰਾਂ 'ਚ, ਸੋਸ਼ਲ ਮੀਡੀਆ ਤੇ ਹਰ ਪਾਸੇ ਜਿਹੜੀਆਂ ਐਡਵਾਈਜ਼ਰੀਆਂ ਹੈਗੀਆਂ ਉਹ ਕੱਢੀਆਂ ਹੈ। ਪਸ਼ੂ ਪਾਲਣ ਵਿਭਾਗ ਵੱਲੋਂ ਵੀ ਐਡਵਾਈਜ਼ਰੀ ਆਈ ਹੈ, ਜਿਹੜੀ ਸੈਂਟਰ ਦੇ ਸਰਕਾਰ ਵੱਲੋਂ ਵੀ ਐਡਵਾਈਜ਼ਰੀ ਆਈ ਹੈ, ਤੇ ਮਾਨਯੋਗ ਜਦੋਂ ਮੁੱਖ ਮੰਤਰੀ ਜੀ ਇਨਵੋਲਵ ਹੋ ਗਏ ਤੇ ਫਿਰ ਤੁਸੀਂ ਦੇਖੋ ਵੀ ਹਰੇਕ ਬੰਦਾ ਆਪਣਾ ਜਿਹੜਾ ਹੈ ਆਪਣਾ ਰੋਲ ਨਿਭਾ ਰਿਹਾ ਹੈ। ਪਸ਼ੂ ਪਾਲਣ ਵਿਭਾਗ ਟੀਮਾਂ ਬਣਾ ਕੇ ਜਿਹੜੇ 22 ਜਿਹੜੇ ਡਿਪਟੀ ਡਾਇਰੈਕਟਰ ਹੈਗੇ ਸਾਰੇ ਵੱਖਰੇ ਤੌਰ ਤੇ ਜਿਹੜੇ ਪਿੰਡਾਂ 'ਚ ਜਾ ਰਹੇ ਸੁਚੇਤ ਕਰ ਰਹੇ ਹੈ, ਕਿਉਂਕਿ ਇੰਨੇ 12,000 ਦੇ ਆਸ-ਪਾਸ ਪਿੰਡ ਹੈਗੇ ਤੇ ਉਹਨਾਂ ਨੂੰ ਪਹੁੰਚਣ ਥੋੜਾ ਟਾਈਮ ਲੱਗਦਾ, ਪਰ ਆਪਣੇ ਵੱਲੋਂ ਸਾਡੇ ਵੱਲੋਂ ਸਾਰੀਆਂ ਕੋਸ਼ਿਸ਼ਾਂ ਹੋ ਰਹੀਆਂ ਹੈਗੀਆਂ। ਵੈਕਸੀਨ ਵੀ ਇਹਨਾਂ ਨੇ ਉਪਰਾਲਾ ਕੀਤਾ ਹੈਗਾ। ਹੁਣ ਇੱਕ ਜਿਹੜੀ ਇਹ ਤਾਂ ਅਸੀਂ ਗੋਟ-ਪੌਕਸ ਵੈਕਸੀਨ ਜਿਹੜੀ ਲਗਾਉਂਦੇ ਸੀ, ਹੁਣ ਜਿਹੜੀ ਹੈ ਸੇਮ ਜਿਹੜੀ ਗਾਵਾਂ ਮੱਝਾਂ ਵਾਸਤੇ ਜਿਹੜੀ ਵੈਕਸੀਨ ਉਹ ਵੀ ਜਿਹੜੀ ਹੈ ਦੇਸ਼ ਪੱਧਰ ਤੇ ਬਣ ਗਈ ਹੈਗੀ ਹੈ, ਜਿਹੜੀ ਕਿ ਨੈਸ਼ਨਲ ਇਕਵਾਈਨ ਰਿਸਰਚ ਇੰਸਟੀਚਿਊਟ ਜਿਹੜਾ ਹਿੱਸਾ ਹੈਗਾ ਤੇ ਇੰਡੀਅਨ ਵੈਟਰਨਰੀ ਰਿਸਰਚ ਇੰਸਟੀਚਿਊਟ ਨੇ ਮਿਲ ਕੇ ਜਿਹੜੀ ਇਹ ਵੈਕਸੀਨ ਬਣਾਈ ਹੈ, ਪਰ ਉਹਨੂੰ ਕਮਰਸ਼ੀਅਲ ਲੈਵਲ ਤੇ ਮਿਲਣ ਨੂੰ ਹਲੇ ਥੋੜਾ ਮਹੀਨਾ ਲੱਗ ਜਾਣਾ ਹੈਗਾ। ਪਰ ਉਦੋਂ ਤੱਕ ਆਪਾਂ ਜਿਹੜੀ ਹੈ ਗੋਟ-ਪੌਕਸ ਵੈਕਸੀਨ ਦੇ ਟੀਕੇ ਲਗਵਾ ਕੇ ਆਪਣੇ ਜਿਹੜੇ ਹੈਗੇ ਜਿਹੜਾ ਪਸ਼ੂ ਧਨ ਹੈਗਾ ਉਹਨੂੰ ਬਚਾ ਸਕਦੇ ਹਾਂ। ਇਸ ਕਰਕੇ ਉਹ ਜਿਹੜੀਆਂ ਟੀਮਾਂ ਜਿਹੜੀਆਂ ਆ ਰਹੀਆਂ ਉਹਨਾਂ ਨੂੰ ਕੋਆਪਰੇਟ ਕਰੋ, ਉਹ ਸਾਡੇ ਕਿਸਾਨ ਵੀਰ ਕੋਆਪਰੇਟ ਕਰਨ, ਉਹਨਾਂ ਤੋਂ ਸੁਝਾਅ ਲੈਣ, ਹਰ ਤਰ੍ਹਾਂ ਦੀ ਮਦਦ ਜਿਹੜੀ ਹੈ ਪਸ਼ੂ ਪਾਲਣ ਵਿਭਾਗ ਉਪਲਬਧ ਕਰਵਾ ਰਿਹਾ ਹੈ। ਡਾਕਟਰ ਸਾਹਿਬ ਮੈਂ ਇੱਕ ਤੁਹਾਡੀ ਗੱਲ ਤੇ ਹੋਰ ਵੀ ਐਡ ਕਰਨਾ ਚਾਹਾਂਗਾ ਕਿ ਗੋਟ-ਪੌਕਸ ਵੈਕਸੀਨ ਪਸ਼ੂ ਪਾਲਕ ਵੀਰਾਂ ਦੇ ਜਿਹੜੇ ਜਾਨਵਰ ਮੈਂ ਲਵਾਈ ਹੈ, ਜਿਹਨੂੰ 14-15 ਦਿਨ ਲੰਘ ਗਏ, ਵੈਸੇ 21 ਤੋਂ 28 ਦਿਨ ਦੇ ਵਿੱਚ ਇਮਿਊਨਿਟੀ ਆਉਂਦੀ ਹੈ, ਬਹੁਤ ਹੀ ਅੱਛੇ ਰਿਜ਼ਲਟ ਨੇ, ਇਕੁਅਲੀ ਗੁੱਡ ਨੇ। ਇਸ ਕਰਕੇ ਤੁਸੀਂ ਇਹ ਨਹੀਂ ਕਹਿਣਾ ਕਿ ਜਿਹੜੀ ਬੱਕਰੀਆਂ ਵਾਲੀ ਵੈਕਸੀਨ ਆ ਕੰਮ ਨਹੀਂ ਕਰੂਗੀ। ਜੇ ਤੁਹਾਡੇ 14-15 ਦਿਨ ਵੈਸੇ 21 ਤੋਂ 28 ਦਿਨਾਂ 'ਚ ਇਮਿਊਨਿਟੀ ਆਉਂਦੀ ਹੈ ਤੇ ਤਕਰੀਬਨ ਜਿਹੜੀ ਉਹ ਬਿਮਾਰੀ ਨਹੀਂ ਆਉਂਦੀ। ਬਿਲਕੁਲ ਸੋ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਸੀ ਕਿ ਡਾਕਟਰ ਪੰਨੂ ਵੀ ਸਾਡੇ ਨਾਲ ਜੁੜੇ ਨੇ, ਬਹੁਤ ਹੀ ਵਧੀਆ ਵਰਕਰ ਨੇ ਸਾਡੇ ਡਿਪਾਰਟਮੈਂਟ ਦੇ ਐਨੀਮਲ ਫਰੈਂਡਲੀ ਦੇ, ਔਰ ਇੱਕ ਤਰ੍ਹਾਂ ਅਸੀਂ ਟੀਮ ਵਾਂਗ ਕੰਮ ਕਰ ਰਹੇ ਹਾਂ ਤੇ ਅੱਜ ਵੀ ਕਰ ਰਹੇ ਹਾਂ। ਬੇਸ਼ੱਕ ਮੈਂ ਰਿਟਾਇਰ ਹੋ ਚੁੱਕਿਆ। ਮੈਂ ਡਾਕਟਰ ਪੰਨੂ ਨੂੰ ਬੇਨਤੀ ਕਰਾਂਗਾ, ਡਾਕਟਰ ਪੰਨੂ ਜੀ ਜਿਹੜੀ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਲੋਕਾਂ ਨੂੰ ਜਾਗਰੂਕ ਕਿਸ ਤਰ੍ਹਾਂ ਕਰ ਰਹੇ ਨੇ, ਔਰ ਮੈਂ ਇੱਕ ਦੱਸ ਦਿਆਂ ਮਨਪ੍ਰੀਤ ਗੌਰ ਜੀ, ਜਿਹੜਾ ਇਹ ਅੱਜ ਦਾ ਆਪਾਂ ਸੈਮੀਨਾਰ ਕਰ ਰਹੇ ਹਾਂ ਇਹ ਵੀ ਜਾਗਰੂਕਤਾ ਹੀ ਹੈ। ਤੁਸੀਂ ਅੱਗੇ ਦੀ ਅੱਗੇ ਇਹਨੂੰ ਸ਼ੇਅਰ ਕਰੋ ਆਪਣੇ ਦੋਸਤਾਂ ਨਾਲ, ਆਪਣੇ ਸਾਥੀਆਂ ਦੇ ਨਾਲ, ਤਾਂ ਕਿ ਪਿੰਡਾਂ ਸ਼ਹਿਰਾਂ ਦੇ ਵਿੱਚ ਘਰ ਘਰ ਤੱਕ ਇਹ ਗੱਲ ਪਹੁੰਚੇ। ਡਾਕਟਰ ਪੰਨੂ ਜੀ ਤੁਹਾਡਾ ਕੀ ਵਿਚਾਰ ਨੇ? ਜਾਗਰੂਕ ਕਰਨੀ ਜੀ, ਜਿਵੇਂ ਅੱਜ ਤੋਂ 5-6 ਦਿਨ ਪਹਿਲਾਂ ਡਿਪਟੀ ਡਾਇਰੈਕਟਰ ਸਾਹਿਬ ਦਾ ਮੈਸੇਜ ਆਇਆ ਕਿ ਤੁਸੀਂ ਇੱਕ ਮੈਸੇਜ ਬਣਾਓ ਇਸ ਬਿਮਾਰੀ ਨੂੰ ਬਾਰੇ, ਜਿਵੇਂ ਦੁੱਧ ਬਾਰੇ ਗਲਤ ਫਹਿਮੀਆਂ ਫੈਲਾਈਆਂ ਜਾ ਰਹੀਆਂ ਸੋਸ਼ਲ ਮੀਡੀਆ ਤੇ, ਜਾਂ ਇਹ ਬੰਦਿਆਂ ਨੂੰ ਹੋ ਜਾਂਦੀ ਬਿਮਾਰੀ। ਤੇ ਫਿਰ ਅਸੀਂ 2-2.5 ਮਿੰਟ ਦਾ ਵੀਡੀਓ ਬਣਾਇਆ ਸੀਗਾ, ਉਹ ਸਾਡੇ ਜਿਵੇਂ ਡਿਸਟ੍ਰਿਕਟ ਅੰਮ੍ਰਿਤਸਰ ਦੇ ਵਿੱਚ ਸਰਕੂਲੇਟ ਹੋਇਆ। ਇਸੇ ਬਾਕੀ ਜ਼ਿਲ੍ਹਿਆਂ 'ਚ ਵੀ ਜਿਵੇਂ ਡਾਕਟਰ ਮਨਜੀਤ ਜੀ ਨੇ ਉੱਧਰ ਬਹੁਤ ਸਾਈਡ ਤੇ ਵੀਡੀਓ ਬਣਾਏ ਨੇ, ਗੁਰਦਾਸਪੁਰ ਵੀ ਡਾਕਟਰ ਵੀਡੀਓ ਬਣਾ ਕੇ ਪਾ ਰਹੇ ਨੇ। ਸੋਸ਼ਲ ਮੀਡੀਆ ਬੜਾ ਪਾਵਰਫੁਲ ਆ, ਇਸ ਨੂੰ ਅਸੀਂ ਯੂਜ਼ ਵੀ ਕਰ ਰਹੇ ਹਾਂ ਕਿ ਜਿਹੜੀ ਅਫਵਾਹਾਂ ਆ ਉਹ ਤੋਂ ਬਚਿਆ ਜਾ ਸਕੇ ਤੇ ਜਿਹੜਾ ਇਹਦਾ ਅਸਲੀ ਬਿਮਾਰੀ ਬਾਰੇ
ਜਾਣਕਾਰੀ ਲੋਕਾਂ ਨੂੰ ਦਿੱਤੀ ਜਾ ਸਕੇ। ਸੋਸ਼ਲ ਮੀਡੀਆ ਦਾ ਯੂਜ਼ ਕਰ ਰਹੇ ਹਾਂ ਜੀ। ਬਾਕੀ ਜਿਵੇਂ ਤੁਸੀਂ ਵੀ ਕਈ ਪਲੇਟਫਾਰਮ ਨੇ, ਜਿਵੇਂ ਕਿ ਅਸੀਂ ਲੋਕਾਂ ਜਿਹੜੇ ਫਾਰਮਰ ਸਾਡੇ ਤੋਂ ਆ ਰਹੇ ਕੈਂਪ ਲਾ ਰਹੇ ਆ ਪਿੰਡਾਂ 'ਚ ਆ ਕੇ, ਗੁਰਦੁਆਰਾ ਸਾਹਿਬ ਵਿੱਚ ਜਾ ਕੇ ਕੈਂਪ ਲਾ ਰਹੇ ਆ। ਉੱਥੇ ਵੀ ਲੋਕਾਂ ਨੂੰ ਸਾਡੇ ਜਿਹੜੇ ਡਾਕਟਰ ਨੇ, PIs ਨੇ, ਉਹ ਗਾਈਡ ਕਰ ਰਹੇ ਆ ਕਿ ਇਸ ਬਿਮਾਰੀ ਤੋਂ ਡਰਨ ਦੀ ਲੋੜ ਨਹੀਂ ਗੀ, ਕਿ ਦੁੱਧ ਦੁੱਧ ਪਾਉਣ ਗਿਆ ਵੀਡੀਓ ਭੇਜਣਾ, ਵੀਡੀਓ ਸੁਣਾ ਦੇ ਉਹਨਾਂ ਨੂੰ ਕਿ ਇਹ ਸਾਡਾ ਤਿਆਰ ਹੈ, ਵੀਡੀਓ ਇਹ ਵਿਖਾਓ ਇਹਨਾਂ ਨੂੰ। ਬਸ ਸੋਸ਼ਲ ਮੀਡੀਆ ਨੂੰ ਯੂਜ਼ ਕਰਕੇ ਅਸੀਂ ਜਾਗਰੂਕਤਾ ਪੈਦਾ ਕਰ ਰਹੇ ਹਾਂ ਬਿਮਾਰੀ ਜੀ। ਡਾਕਟਰ ਸਾਹਿਬ ਬਹੁਤ ਮਿਹਰਬਾਨੀ ਕਿ ਜਿਹੜੀ ਉਹਨਾਂ ਨੇ ਗੱਲ ਦੱਸੀ ਸੀ ਆਪਾਂ ਆਲਰੇਡੀ ਕਰ ਰਹੇ ਹਾਂ। ਔਰ ਜੇ ਤੁਹਾਨੂੰ ਮੈਂ ਦੱਸ ਦਿਆਂ ਕਿ 1 ਜੁਲਾਈ ਨੂੰ ਮੈਂ ਆਪਣੀ ਫੇਸਬੁੱਕ ਉੱਪਰ ਜਦੋਂ ਅਜੇ ਤਕਰੀਬਨ ਸ਼ੁਰੂ ਵੀ ਨਹੀਂ ਸੀ ਹੋਈ ਸੀ ਐਡਵਾਈਜ਼ਰੀ ਯੂਨੀਵਰਸਿਟੀ ਦੀ ਪਾਈ ਸੀ, ਪਰ ਕਈ ਵਾਰੀ ਅਸੀਂ ਕੰਮ ਉਦੋਂ ਸ਼ੁਰੂ ਕਰਦੇ ਹਾਂ ਜਦੋਂ ਸਾਡੇ ਸਿਰ ਤੇ ਆਉਣ ਪਵੇ। ਸੋ ਅਗਲਾ ਜਿਹੜਾ ਡਾਕਟਰ ਵਰਮਾ ਜੀ ਇਹ ਸਵਾਲ ਆ ਬਲਵੀਰ ਸਿੰਘ ਨੇ ਪੁੱਛਿਆ ਕਿ ਕਹਿੰਦਾ ਮਰੇ ਹੋਏ ਪਸ਼ੂ ਨੂੰ ਦਫਨਾਇਆ ਕਿਵੇਂ ਜਾਵੇ। ਡਾਕਟਰ ਅਰੋੜਾ ਬਹੁਤ ਇੰਪੋਰਟੈਂਟ ਸਵਾਲ ਹੈ, ਕਿਉਂਕਿ ਕਾਫੀ ਮੌਤਾਂ ਹੋਈਆਂ ਨੇ ਤੇ ਸਾਨੂੰ ਮਤਲਬ ਕਿ ਉਹਦੀ ਕਿਵੇਂ ਦਫਨਾਉਣਾ ਹੈਗਾ ਇਹ ਬਹੁਤ ਜ਼ਰੂਰੀ ਹੈ। ਇਹਦੇ ਵਾਸਤੇ ਵੀ ਅਸੀਂ ਐਡਵਾਈਜ਼ਰੀ ਦਿੱਤੀ ਹੈ। ਸਭ ਤੋਂ ਪਹਿਲੇ ਤਾਂ ਮੈਂ ਇਹ ਦੱਸਣਾ ਚਾਹੁੰਦਾ ਕਿ ਓਪਨ ਬਰੀਅਲ ਨਹੀਂ ਕਰਨਾ। ਅੱਡਾ ਰੋੜੀ 'ਚ ਓਪਨ ਜਿਵੇਂ ਆਪਾਂ ਪਹਿਲੇ ਜਾਨਵਰਾਂ ਛੱਡ ਦਿੰਦੇ ਸੀ ਉਵੇਂ ਨਹੀਂ ਛੱਡਣਾ। ਆਪਾਂ ਨੇ 3 ਤਰ੍ਹਾਂ ਨਾਲ ਆਪਾਂ ਇਹਨਾਂ ਨੂੰ ਦਫਨਾ ਸਕਦੇ ਹਾਂ। ਇੱਕ ਤਾਂ ਆਪਾਂ ਟੋਆ ਪੁੱਟ ਕੇ ਦਫਨਾ ਸਕਦੇ ਹਾਂ, ਦੂਜੀ ਆਪਾਂ ਇਹਨੂੰ ਸਾੜ ਕੇ ਲੱਕੜਾਂ ਨਾਲ ਸਾੜ ਸਕਦੇ ਹਾਂ, ਜਿਹੜਾ ਮਰਿਆ ਹੋਇਆ ਜਾਨਵਰ ਹੈ, ਡੈਡ ਬੋਡੀ ਹੈਗੀ ਹੈ, ਜਾਂ ਤੀਜਾ ਜਿਹੜੀ ਹੈ ਮਸ਼ੀਨਾਂ ਹੁੰਦੀ ਹੈ ਇਨਸਨਰੇਟਰ, ਉਹਦੇ ਨਾਲ ਸਾੜ ਸਕਦੇ ਹਾਂ। ਪਰ ਕਿਉਂਕਿ ਜੇ ਪਹਿਲੇ ਹੀ ਖਰਚਾ ਹੋਇਆ ਹੁੰਦਾ, ਲੱਕੜੀਆਂ ਲੈ ਕੇ ਆਪਾਂ ਖਰਚਾ ਕਰੀਏ, ਹੋਰ ਕਿਸਾਨ ਤੇ ਬੋਝ ਪੈਂਦਾ ਹੈਗਾ, ਇਨਸਨਰੇਟਰ ਇੰਨੇ ਅਵੇਲੇਬਲ ਨਹੀਂ ਹੁੰਦੇ। ਇਸ ਕਰਕੇ ਸਾਡੇ ਵਾਸਤੇ ਸਾਡੀ ਕੰਡੀਸ਼ਨਾਂ 'ਚ ਪ੍ਰੈਜ਼ੈਂਟ ਜਿਹੜੇ ਹਾਲਾਤ ਹੈਗੇ ਉਸੇ ਵਾਸਤੇ ਜਿਹੜਾ ਟੋਆ ਪੁੱਟ ਕੇ ਜਿਹੜਾ ਦੱਬਣਾ ਹੈਗਾ ਉਹ ਹੀ ਵਧੀਆ ਤਰੀਕਾ ਹੈਗਾ। ਸਭ ਤੋਂ ਪਹਿਲੇ ਸਾਨੂੰ ਸਮਝਣ ਦੀ ਲੋੜ ਹੈ, ਜਦ ਸਾਡਾ ਜਾਨਵਰ ਮਰ ਗਿਆ ਹੈਗਾ ਉੱਥੋਂ ਫਿਰ ਆਪਾਂ ਨੇ ਕੋਈ ਟਰਾਲੀ ਤੇ ਕੋਈ ਕਿਸੇ ਚੀਜ਼ ਤੇ ਕੋਈ ਗੱਡੇ ਤੇ ਲੈ ਕੇ ਜਾਣਾ ਆਪਾਂ ਨੇ, ਜਿੱਥੇ ਜਿਹੜੀ ਕਾਮਨ ਜਿਹੜੀ ਹੈ ਹਲੇ ਕਿ ਮੇਰੇ ਖਿਆਲ ਜਿਹੜੇ ਡਿਪਟੀ ਕਮਿਸ਼ਨਰਸ ਹੈਗੇ ਸਾਰੇ ਜ਼ਿਲ੍ਹਿਆਂ ਦੇ, ਉਹਨਾਂ ਨੇ ਕਾਮਨ ਬਰੀਅਲ ਸਾਈਟਸ ਬਣਾਈਆਂ ਹੈਗੀਆਂ ਜਿੱਥੇ ਆਪਾਂ ਨੇ ਇਹਨਾਂ ਨੂੰ ਦਫਨਾਉਣਾ ਹੈਗਾ। ਤੇ ਉਹ ਉਸ ਜਿਹੜਾ ਵੀ ਤੁਹਾਡੇ ਏਰੀਏ 'ਚ ਜਿਹੜਾ ਸਾਈਟ ਬਣੀ ਹੈਗੀ ਹੈ ਉੱਥੇ ਆਪਾਂ ਉਸ ਜਾਨਵਰ ਨੂੰ ਲੈ ਕੇ ਜਾਣਾ। ਪਰ ਲਿਜਾਣ ਵੇਲੇ ਸਾਨੂੰ ਇਹ ਧਿਆਨ ਦੇਣ ਦੀ ਲੋੜ ਹੈ, ਕਿਉਂਕਿ ਜਾਨਵਰ ਨੂੰ ਓਪਨ ਜਿਹੜੀ ਉਹਦੀ ਸਕਿਨ ਹੈਗੀ এনवायरमेंट 'ਚ ਐਕਸਪੋਜ਼ ਨਹੀਂ ਕਰਨੀ। ਉਹ 'ਚ ਬੋਰੀ ਟਾਟ ਕੋਈ ਉਹਦੇ ਉੱਪਰ ਪਾ ਕੇ ਉੱਥੇ ਲੈ ਕੇ ਜਾਓ, ਉੱਥੇ ਟੋਆ ਪੁੱਟ ਕੇ ਉਹਨੂੰ ਦਬਾ ਦਿਓ, ਤੇ ਦਬਾਉਣ ਤੋਂ ਬਾਅਦ ਕਲੀ ਚੂਨਾ ਵੀ ਪਾਉਣਾ ਹੈਗਾ। ਤੇ ਉੱਥੇ ਧਿਆਨ ਦੇਣ ਦੀ ਇਹ ਗੱਲ ਦੀ ਲੋੜ ਹੈ ਕਿ ਉੱਥੇ ਆਪਾਂ ਤਾਰ ਵਗੈਰਾ ਲਾਣੀ ਹੈ, ਕੁਛ ਲਾਣਾ ਕਿ ਉੱਥੇ ਕੋਈ ਕੁੱਤੇ ਸਟਰੇ ਜਿਹੜੇ ਆਵਾਰਾ ਕੁੱਤੇ ਹੈਗੇ ਜੇ ਉਹਨਾਂ ਨੇ ਪੱਟਿਆ ਤੇ ਉਹ ਬਿਮਾਰੀ ਹੋਰ ਫੈਲ ਜੂਗੀ। ਇਸ ਗੱਲ ਦੀ ਧਿਆਨ ਦੇਣ ਦੀ ਲੋੜ ਹੈ। ਡੂੰਘਾ ਵੀ ਪੱਟਣਾ ਹੈ ਤੇ ਨਾਲ ਕਲੀ ਚੂਨਾ ਵੀ ਪਾਉਣਾ ਹੈਗਾ, ਤੇ ਉੱਥੇ ਆਪਾਂ ਉਪਰਾਲਾ ਕਰਨਾ ਵੀ ਸਾਡੇ ਜਿਹੜੇ ਹੈ ਸਟਰੇ ਡੌਗਸ ਆਵਾਰਾ ਕੁੱਤੇ ਉਹਨੂੰ ਨਾ ਜਿਹੜੇ ਪਹੁੰਚਣ, ਉਹ ਆਪਾਂ ਇੰਤਜ਼ਾਮ ਜ਼ਰੂਰ ਕਰਨਾ ਹੈ। ਤੇ ਜਿਹੜੀ ਫਿਰ ਉਸ ਤੋਂ ਬਾਅਦ ਜਿਹੜੀ ਟਰਾਲੀ ਜਿਹੜੀ ਜਾਂ ਗੱਡਾ ਜਿਹੜਾ ਵੀ ਲੈ ਕੇ ਗਏ ਸੀ ਉਹਦੇ ਨਾਲ ਜਿਹੜੀ ਟਾਟ ਬੋਰੀ ਆਪਾਂ ਜਾਨਵਰ ਨੂੰ ਢੱਕਿਆ ਸੀਗਾ ਉਹਨੂੰ ਵੀ ਆਪਾਂ ਡਿਸਪੋਜ਼ ਆਫ ਕਰਨਾ ਹੈਗਾ। ਤੇ ਉਹਦੇ ਨਾਲ ਜਿਹੜੀ ਹੈ ਟਰਾਲੀ ਨੂੰ ਜਾਂ ਗੱਡੇ ਨੂੰ ਆਪਾਂ ਡਿਸਇਨਫੈਕਟ ਵੀ ਕਰਨਾ ਹੈ। ਉਹਦੇ ਨਾਲ ਹੀ ਜਿਹੜਾ ਆਪਾਂ ਫਾਰਮ ਤੇ ਜਿੱਥੇ ਜਾਨਵਰ ਮਰਿਆ ਹੈਗਾ ਉੱਥੇ ਵੀ 15-20 ਮਿੰਟ ਦਾ ਉਹ ਪੋਚਾ ਜਿਹੜਾ ਡਿਸਇਨਫੈਕਟ, ਪਹਿਲੇ ਵੀ ਆਪਾਂ ਗੱਲ ਕੀਤੀ ਹੈ, ਫਿਨੋਲ ਜਾਂ ਸੋਡੀਅਮ ਬਲੀਚ ਜਿਹੜਾ ਸੋਡੀਅਮ ਹਾਈਪੋਕਲੋਰਾਈਟ ਹੁੰਦਾ ਉਹਦਾ ਆਪਾਂ ਬਲੀਚ ਉਹ ਕਰਨਾ ਹੈਗਾ, ਉਹ ਦਵਾਈ ਦਾ ਡਿਸਇਨਫੈਕਟ ਕਰਨਾ। ਇਹਦੇ ਨਾਲ ਸਾਨੂੰ ਇਹ ਧਿਆਨ ਦੀ ਲੋੜ ਹੈ ਕਿ ਜਿਹੜੀ ਕਾਮਨ ਬਰੀਅਲ ਸਾਈਟਸ ਹੈਗੀਆਂ ਨਾ ਉੱਥੇ ਕੋਈ ਵੀ ਸਾਡਾ ਜਿਹੜਾ ਅਵਾਰਾ ਕੁੱਤਾ ਜਾਂ ਅਵਾਰਾ ਜਾਨਵਰ ਨਾ ਪਹੁੰਚੇ। ਇਹ ਧਿਆਨ ਦੇਣ ਦੀ ਬਹੁਤ ਸਾਨੂੰ ਲੋੜ ਹੈ। ਇਹਦੇ ਨਾਲ ਕਈ ਵਾਰ ਕੀ ਹੋ ਰਿਹਾ ਕਿ ਜਿਹੜੇ ਅਵਾਰਾ ਸਾਡੀਆਂ ਗਾਈਆਂ ਹੈਗੀਆਂ ਉਹਨਾਂ 'ਚ ਵੀ ਜਿਹੜੀ ਹੈ ਲੰਪੀ ਸਕਿਨ ਡਿਜ਼ੀਜ਼ ਵੇਖੀ ਗਈ ਹੈ। ਤੇ ਜੇ ਉਹ ਤੁਰਦੀਆਂ, ਕਿਉਂਕਿ ਅਵਾਰਾ ਹੈਗੀਆਂ ਉਹਨੇ ਤੁਰਨਾ ਫਿਰਨਾ ਹੈਗਾ, ਤੇ ਉਹ ਫਿਰ ਗੜਬੜ ਹੋ ਜੂਗੀ, ਬਿਮਾਰੀ ਫੈਲਾਉਣਗੀਆਂ। ਉਹਨਾਂ ਨੂੰ ਵੀ ਸਾਡੇ ਪਸ਼ੂ ਪਾਲਕਾਂ ਨੂੰ, ਸਾਰੇ ਪਿੰਡ ਦੇ ਜਿਹੜੇ ਵਾਸੀ ਹੈਗੇ ਆ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਉਹ ਵੀ ਅਵਾਰਾ ਜਾਨਵਰ ਨੂੰ ਵੀ ਬੰਨ੍ਹ ਕੇ ਰੱਖੋ, ਉਹ ਵੀ ਬਿਮਾਰੀ ਨਾ ਫੈਲਾਉਣ, ਤੇ ਨਹੀਂ ਤਾਂ ਫਿਰ ਬਿਮਾਰੀ ਸਾਡੀ ਫੈਲੂਗੀ। ਇਸ ਕਰਕੇ ਆਪਾਂ ਜਿਹੜਾ ਹੈਗਾ ਇਹਨਾਂ ਦਾ ਦਫਨਾਣਾ ਹੈਗਾ, ਡੂੰਘਾ ਦਫਨਾਣਾ ਹੈਗਾ, ਤੇ ਉਹ ਸਾਰੀਆਂ ਹਦਾਇਤਾਂ ਜਿਹੜੀਆਂ ਮੈਂ ਦੱਸੀਆਂ। ਇਹਦੇ ਨਾਲ ਆਪਾਂ ਕੀ ਹੁੰਦਾ ਕਿ ਜਿਹੜੀਆਂ ਆਪਾਂ ਟੀਕਾ ਲਵਾ ਰਹੇ ਹਾਂ, ਜਿਹੜੀ ਵੈਕਸੀਨ ਹੈਗੀ ਆ ਉਹਦੀਆਂ ਵਾਇਲਾਂ ਹੈਗੀਆਂ, ਕਿਉਂਕਿ ਲਾਈਵ ਵੈਕਸੀਨ ਹੈਗੀ ਹੈ, ਨਾਲ ਸਰਿੰਜਾਂ ਹੈਗੀਆਂ, ਨੀਡਲਾਂ ਹੈਗੀਆਂ, ਉਹਨੂੰ ਵੀ ਟੋਆ ਪੱਟ ਕੇ ਆਪਾਂ ਜ਼ਮੀਨ 'ਚ ਦਬਾਉਣਾ ਹੈਗਾ। ਉਹ ਏਦਾਂ ਨਹੀਂ ਸਿੱਟਣੀਆਂ ਹੈਗੀਆਂ। ਤੇ ਜੇ ਆਪਾਂ ਇਹ ਕੰਮ ਕਰਾਂਗੇ ਤਾਂ ਗਾਹਾਂ ਬਿਮਾਰੀ ਆਪਣੀ ਨਹੀਂ ਫੈਲੂਗੀ।
ਮਿਹਰਬਾਨੀ ਡਾਕਟਰ ਸਾਹਿਬ। ਇੱਕ ਸਵਾਲ ਆਇਆ ਹੈ ਤੇ ਡਾਕਟਰ ਪੰਨੂ ਵੀ ਸਾਡੇ ਨਾਲ ਜੁੜੇ ਹੋਏ ਨੇ। ਡਾਕਟਰ ਪੰਨੂ ਜੀ ਜੁੜੇ ਹੋਏ ਹੋ? ਹਾਂਜੀ ਹਾਂਜੀ। ਡਾਕਟਰ ਸਾਹਿਬ, ਇੱਕ ਕਿਉਂਕਿ ਤੁਸੀਂ ਅੱਜ ਕੱਲ ਜਿਹੜੇ ਹੈਗੇ ਫੀਲਡ 'ਚ ਕਾਫੀ ਇਲਾਜ ਕਰ ਰਹੇ ਹੋ, ਔਰ ਸੁਖਵਿੰਦਰ ਜੀ ਪੁੱਛਦੇ ਨੇ ਕਿ ਸਾਡੇ ਜਿਹੜੀ ਗਾਂ ਦਾ ਬੁਖਾਰ ਨਹੀਂ ਕਰ ਲਿਆ, ਕਾਫੀ ਜਿਹੜੇ ਟੀਕੇ ਲਗਾ ਦਿੱਤੇ ਗਏ ਨੇ, 4-5 ਦਿਨਾਂ ਤੋਂ ਬੈਠ ਨਹੀਂ ਰਹੀ, ਖੜੀ ਹੈ, ਖਾਂਦੀ ਕੁਝ ਨਹੀਂ, ਕੀ ਕੀਤਾ ਜਾਵੇ? ਮੈਨੂੰ ਲੱਗਦਾ ਕਿ ਤੁਹਾਡੀ ਗਾਂ ਨੂੰ ਹਫ਼ਤਾ 10 ਦਿਨ ਹੋ ਗਏ ਹੋਣਗੇ ਬਿਮਾਰੀ ਹੋਈ ਨੂੰ। ਉਸ ਤੋਂ ਬਾਅਦ ਕਈ ਵਾਰੀ ਅਗਲੀ ਸਟੇਜ ਆ ਜਾਂਦੀ ਕਿ ਜਿਹੜੇ ਪਸ਼ੂ ਦੇ ਟੈਂਡਨ ਹੁੰਦੇ ਨਾ, ਜਿੱਥੇ ਜੀ ਦੀ ਸੋਚ ਕਰਕੇ ਜਿਹੜਾ ਪੀਂਦੇ ਆ ਉਹ ਪਾਣੀ ਭਰਨ ਕਰਕੇ ਹੁੰਦਾ। ਮੈਂ ਤੇ ਤੁਹਾਨੂੰ ਸਲਾਹ ਇਹ ਦਾਂਗਾ ਕਿ ਆਪਣੇ ਜਿਹੜੇ ਲਾਗੇ ਡਾਕਟਰ ਸਾਹਿਬ ਨੇ ਉਹਨਾਂ ਨੂੰ ਤੁਸੀਂ ਇੱਕ ਵਾਰੀ ਮਿਲੋ, ਉਹਨਾਂ ਨਾਲ ਉਹਦੀ ਗੱਲ ਹੈ ਤੇ ਪ੍ਰਿੰਸੀਪਲ ਸਾਹਿਬ ਦੀ ਗੱਲ ਕਰਾ ਦਿਓ, ਵਰਮਾ ਸਾਹਿਬ ਦੀ ਗੱਲ ਕਰਾ ਦਿਓ, ਮੇਰੀ ਗੱਲ ਕਰਾ ਦਿਓ, ਤੇ ਆਪਾਂ ਡਿਸਕਸ ਕਰ ਲਾਂਗੇ ਕਿ ਕਿਹੜਾ ਟ੍ਰੀਟਮੈਂਟ ਪਹਿਲਾਂ ਕਰ ਚੁੱਕੇ ਨੇ ਤੇ ਕਿਹੜਾ ਕਰਨ ਦੀ ਲੋੜ ਹੈ। ਕਈ ਵਾਰੀ ਇਹ ਵੀ ਹੁੰਦਾ ਕਿ ਕਈ ਵਾਰੀ ਟ੍ਰੀਟਮੈਂਟ ਮੈਂ ਤੁਹਾਨੂੰ ਸੇਮ ਦੱਸਦਾ, ਤੇ ਬਾਕੀ ਡਾਕਟਰ ਸਾਹਿਬ ਨੂੰ ਆਪਾਂ ਤੁਸੀਂ ਬਾਅਦ ਵਿੱਚ ਇੱਥੋਂ ਪ੍ਰੋਗਰਾਮ ਤੋਂ ਬਾਅਦ ਤੁਸੀਂ ਉਹਨਾਂ ਨਾਲ ਮੇਰੀ ਗੱਲ ਕਰਾ ਦਿਓ, ਜਾਂ ਡਾਕਟਰ ਵਰਮਾ ਜੀ ਨਾਲ ਕਰਾ ਦਿਓ, ਜਾਂ ਮੇਰੇ ਨਾਲ ਕਰਾ ਦਿਓ। ਨੰਬਰ ਅਸੀਂ ਸ਼ੇਅਰ ਕਰ ਦੇਣਗੇ ਡਾਕਟਰ ਸਾਹਿਬ, ਤੇ ਅਸੀਂ ਥੋੜਾ ਡਿਸਕਸ ਕਰ ਲਾਂਗੇ ਕਿ ਕਿਹੜੀ ਦਵਾਈ ਦਿੱਤੀ ਆ। ਬਾਕੀ ਉਹ ਜਿਹੜੇ ਇਹੋ ਜਿਹੇ ਕੇਸ ਨੇ ਜਿਹੜੇ ਬਹਿੰਦੇ ਨੀਗੇ, ਇਹ ਹੋ ਜਾਂਦੇ ਠੀਕ, ਕੋਈ ਡਰਨ ਵਾਲੀ ਗੱਲ ਨਹੀਂ। ਤੇ ਉਹਨੂੰ ਨਾ ਨਰਮ ਜਗ੍ਹਾ ਰੱਖੋ, ਜਾਂ ਮੈਟ ਤੇ ਜਾਂ ਕੱਚੀ ਜਗ੍ਹਾ ਰੱਖੋ, ਇਹਦੇ ਨਾਲ ਵੀ ਬੜਾ ਫਰਕ ਪੈਂਦਾ। ਤੇ ਬੁਖਾਰ ਜਿਹੜਾ ਚੜ੍ਹਦਾ ਆ, ਬੁਖਾਰ ਲਈ ਆ ਤੇ ਬੁਖਾਰ ਦੇ ਟੀਕੇ ਤੇ ਲਾਉਣੇ ਆ। ਤੇ ਬਾਕੀ ਜੋ ਉਹਦਾ ਬਲੱਡ ਵੀ ਚੈੱਕ ਕਰਾ ਲਓ, ਕਈ ਵਾਰੀ ਥਲੇਰੀਆ ਵੀ ਅੱਜ ਕੱਲ੍ਹ ਨਾਲ ਆ ਰਿਹਾ ਆ, ਥਲੇਰੀਆ ਇਹ ਨਾ ਹੋਵੇ ਉਹਨੂੰ ਥਲੇਰੀਆ ਵੀ ਨਾਲ ਹੋਵੇ ਤੇ ਉਹਦਾ ਟੀਕਾ ਵੀ ਨਾਲ ਕਰਨਾ। ਉਹਦਾ ਇੱਕ ਬਲੱਡ ਟੈਸਟ ਕਰੋ, ਕੀ ਕਰਕੇ ਜਿਹੜੇ ਤੁਹਾਡੇ ਉੱਥੇ ਉਹਨਾਂ ਦੀ ਸਾਡੇ ਨਾਲ ਕੋਈ ਗੱਲ ਵੀ ਕਰਾ ਦਿਓ, ਅਸੀਂ ਡਿਸਕਸ ਕਰ ਲਾਂਗੇ, ਫਿਰ ਤੁਹਾਨੂੰ ਕਨਵੇ ਹੋ ਜਾਊ। ਸੋ ਮਿਹਰਬਾਨੀ। ਮੈਂ ਸਹੀ ਸੁਖਿੰਦਰ ਜੀ ਤੁਹਾਡੀ ਗਾਂ ਬਾਰੇ ਇਹ ਰਹੇ ਹੈ ਕਿ ਡਾਕਟਰ ਪੰਨੂ ਨਾਲ ਵੀ ਡਿਸਕਸ ਕਰ ਸਕਦੇ ਆ, ਕਿਉਂਕਿ ਤਕਰੀਬਨ ਸਾਡੇ ਸਾਰੀ ਵੈਟਰਨਰੀ ਇਹਨਾਂ ਨੂੰ ਜਾਣਦੇ ਨੇ। ਡਾਕਟਰ ਵਰਮਾ ਜੀ ਨੂੰ ਸਾਰੇ ਵੈਟਰਨਰੀ ਜਾਣਦੇ ਨੇ, ਜਾਂ ਆਪਣੇ ਨੇੜੇ ਦੀ ਕੋਈ ਟੀਮ ਵੀ ਤੁਸੀਂ ਡਾਕਟਰ ਸਾਹਿਬ ਨੂੰ ਕਹਿ ਕੇ ਸੱਦ ਸਕਦੇ ਹੋ, ਤਾਂ ਕਿ ਜਿਹੜਾ ਕੋਈ ਟੈਸਟ ਵਗੈਰਾ ਕਰਾਉਣੇ ਨੇ ਉਹ ਵੀ ਕਰਵਾ ਲੈਣ। ਕਿਉਂਕਿ ਕਈ ਵਾਰੀ ਸੈਕੰਡਰੀ ਇਨਫੈਕਸ਼ਨ ਉਹ ਥੋੜੀ ਜਿਹੀ ਮੈਂ ਗੱਲ ਕਰਾਂਗਾ ਵੀ ਡਾਕਟਰ ਵਰਮਾ ਜੀ ਨਾਲ ਕਿ ਕਿਹੜੀਆਂ ਹੋ ਸਕਦੀਆਂ ਨੇ, ਮਤਲਬ ਉਹ ਵੀ ਕੋਈ ਹੋ ਸਕਦੀ ਹੈ, ਕਿਉਂਕਿ ਹੋ ਸਕਦਾ ਇਹ ਬਿਮਾਰੀ ਠੀਕ ਹੋ ਗਈ ਹੋਵੇ, ਵਾਇਰਲ ਬਿਮਾਰੀ ਕੋਈ ਹੋਰ ਬਿਮਾਰੀ ਲੱਗ ਗਈ ਹੋਵੇ। ਸੋ ਮਿਹਰਬਾਨੀ ਡਾਕਟਰ ਪੰਨੂ ਜੀ, ਤੁਸੀਂ ਦੱਸਿਆ ਕਿ ਤੁਹਾਡੀਆਂ ਵੀ ਸੇਵਾਵਾਂ ਹਾਜ਼ਰ ਨੇ, ਡਾਕਟਰ ਵਰਮਾ ਜੀ ਦੀਆਂ ਵੀ ਸੇਵਾਵਾਂ ਹਾਜ਼ਰ ਨੇ। ਤੇ ਇੱਕ ਜਿਹੜਾ ਸਵਾਲ ਡਾਕਟਰ ਵਰਮਾ ਜੀ ਅਗਲਾ ਤੁਸੀਂ ਥੋੜਾ ਜਿਹਾ ਹਿੰਟ ਵੀ ਦੇ ਗਏ ਹੋ ਕਿ ਅਵਾਰਾ ਪਸ਼ੂਆਂ ਨੂੰ ਵੀ ਜਿਹੜੀ ਬਿਮਾਰੀ ਹੋ ਰਹੀ ਹੈ, ਤੇ ਉਹ ਪੁੱਛਦੇ ਆ ਵੀ ਉਹਨੂੰ ਕੌਣ ਠੀਕ ਕਰੂਗਾ, ਬਿਮਾਰੀ ਫੈਲਾ ਸਕਦੇ ਨੇ, ਇਹ ਸਵਾਲ ਜਿਹੜਾ ਹੈਗਾ। ਔਰ ਮੈਂ ਦੱਸ ਦਿਆਂ ਕਿ ਸਾਡੇ ਜਿਹੜੇ ਡਾਕਟਰਾਂ ਦੀਆਂ ਟੀਮਾਂ ਲੱਗੀਆਂ ਨੇ, ਤੁਸੀਂ ਉਹਨਾਂ ਨਾਲ ਸਹਿਯੋਗ ਕਰੋ, ਉਹ ਇਹਨਾਂ ਦਾ ਇਲਾਜ ਵੀ ਕਰ ਰਹੇ ਨੇ, ਔਰ ਇੱਕ ਥਾਂ ਇਕੱਠੇ ਕਰਨਾ ਥੋੜਾ ਜਿਹਾ ਕੁਝ ਦਿਨਾਂ ਵਾਸਤੇ ਤੁਹਾਡਾ ਹੀ ਕਰਨਾ, ਥੋੜੇ ਪੱਠੇ ਵੀ ਉਹਨਾਂ ਵਾਸਤੇ ਥੋੜੇ ਲੋੜ ਨੇ, ਥੋੜੇ ਖਾ ਰਹੇ ਨੇ। ਸੋ ਉਹ ਵੀ ਜਿਹੜੇ ਤੁਸੀਂ ਲੋਕ ਹੈ ਉਹ ਮਦਦ ਦੇ ਨਾਲ ਇਹ ਜਿਹੜਾ ਸਾਡਾ ਜਿਹੜਾ ਮਿਸ਼ਨ ਆ ਉਹ ਸਫਲ ਹੋ ਜਾਵੇਗਾ। ਪਰ ਮੈਂ ਫਿਰ ਵੀ ਡਾਕਟਰ ਵਰਮਾ ਜੀ ਤੁਹਾਡਾ ਆਪਣੇ ਜਿਹੜੇ ਕੀ ਸੁਝਾਅ ਨੇ ਉਹ ਸਾਂਝੇ ਕਰੋ ਕਿ ਜਿਹੜੇ ਅਵਾਰਾ ਪਸ਼ੂਆਂ ਨੂੰ ਬਿਮਾਰੀ ਹੋ ਰਹੀ ਹੈ ਉਹਨਾਂ ਨੂੰ ਰੋਕਣ ਲਈ, ਉਹਨਾਂ ਦੀ ਬਿਮਾਰੀ ਦਾ ਫੈਲਾਅ ਲਈ ਕੀ ਕਰਨਾ ਚਾਹੀਦਾ? ਹਾਂ ਦੇਖੋ, ਜਿਵੇਂ ਮੈਂ ਪਹਿਲੇ ਵੀ ਜ਼ਿਕਰ ਕੀਤਾ ਕਿ ਅਵਾਰਾ ਪਸ਼ੂ ਵੀ ਸਾਡਾ ਜਿਹੜਾ ਆਪਾਂ ਬਿਮਾਰੀਆਂ ਹਿੰਦੁਸਤਾਨ 'ਚ ਤਾਂ ਹੀ ਨਹੀਂ ਕੰਟਰੋਲ ਕਰ ਪਾਉਂਦੇ ਕਿ ਸਾਡੇ ਅਵਾਰਾ ਪਸ਼ੂ ਹੈ ਉਹਨਾਂ ਨੂੰ ਅਸੀਂ ਸੰਭਾਲ ਨਹੀਂ ਪਾਉਂਦੇ। ਤੇ ਮੈਂ ਵੇਖਿਆ ਵੀ ਹੈਗਾ ਅਵਾਰਾ ਪਸ਼ੂਆਂ 'ਚ ਵੀ ਬਿਮਾਰੀ ਹੋ ਰਹੀ ਹੈ ਤੇ ਹੋਣੀ ਹੈਗੀ ਹੈ। ਤੇ ਇਸ ਕਰਕੇ ਉਹ ਜਿਹੜੇ ਪਿੰਡ ਦੇ ਜਿਹੜੇ ਹੈਗੇ ਆ ਉਹ ਕੋਈ ਕਾਮਨ ਸਾਈਟ ਹੈਗੀ ਰੱਖ ਕੇ ਜਿੱਥੇ ਉਹਨਾਂ ਨੂੰ ਰੱਖਿਆ ਜਾਵੇ, ਤੇ ਉੱਥੇ ਉਹ ਸਾਰੇ ਮਿਲ ਜੁਲ ਕੇ ਉਹਦੇ ਪੱਠਿਆਂ ਦਾ ਇੰਤਜ਼ਾਮ ਕਰਨ ਤੇ ਉਹ ਜਿਹੜੀ ਟੀਮ ਹੈ ਉਹ ਇਲਾਜ ਕਰੇ, ਤੇ ਉੱਥੋਂ ਉਹਨਾਂ ਦੀ ਮੂਵਮੈਂਟ ਨਾ ਹੋਵੇ, ਕਿਉਂਕਿ ਜਿੰਨੀ ਮੂਵਮੈਂਟ ਹੋਊਗੀ ਓਨੀ ਬਿਮਾਰੀ ਜਿਹੜੀ ਹੈ ਇਹ ਫੈਲੂਗੀ। ਮੂਵਮੈਂਟ ਆਪਾਂ ਰੋਕਣੀ ਹੈ ਤੇ ਉਹ ਜਿੰਨੀ ਆਪਾਂ ਰੋਕ ਲਾਂਗੇ ਓਨੀ ਜਲਦੀ ਆਪਾਂ ਬਿਮਾਰੀ ਨੂੰ ਕਾਬੂ ਕਰ ਲਾਂਗੇ। ਤਾਂ ਹੀ ਮੈਂ ਜਦੋਂ ਕਿਹਾ ਸੀ ਵੀ ਆਪਾਂ ਜਾਨਵਰਾਂ ਨੂੰ ਦਬਾਉਣਾ ਹੈਗਾ, ਡੂੰਘਾ ਜਿਹੜਾ ਦਬਾਉਣਾ ਹੈਗਾ, ਉਦੋਂ ਵੀ ਸਾਨੂੰ ਇਹ ਇੰਤਜ਼ਾਮ ਰੱਖਣਾ ਵੀ ਜਿਹੜੇ ਅਵਾਰਾ ਕੁੱਤੇ ਘੁੰਮਦੇ ਆ ਉਹ ਨਾ ਕਿੱਥੇ ਪੱਟ ਕੇ ਉਹ ਕੱਢ ਲੈਣ ਤੇ ਫਿਰ ਉਹ
ਕਰਕੇ ਬਿਮਾਰੀ ਫੈਲਾਣ। ਇਸ ਕਰਕੇ ਸਾਨੂੰ ਜਿਹੜੇ ਅਵਾਰਾ ਜਿਹੜੀਆਂ ਗਾਈਆਂ ਹੈਗੀਆਂ ਇਹਨਾਂ ਨੂੰ ਵੀ ਇਕੱਠੀਆਂ ਕਰਕੇ ਇੱਕ ਜਗ੍ਹਾ ਤੇ ਉਹਨਾਂ ਦਾ ਇਲਾਜ ਵੀ ਕਰਾਈਏ, ਉਹਨਾਂ ਦਾ ਪੱਠਿਆਂ ਦਾ ਇੰਤਜ਼ਾਮ ਵੀ ਕਰੀਏ, ਤੇ ਉਹੀ ਕਰਨਾ ਪਊਗਾ। ਤੇ ਤਾਂ ਹੀ ਆਪਾਂ ਕਾਬੂ, ਕਿਉਂਕਿ ਕਹਿਣ ਦਾ ਮਤਲਬ ਕਿ ਇਸ ਬਿਮਾਰੀ ਨੂੰ ਹਰ ਪੱਖੋਂ ਸਾਨੂੰ ਆਪਣਾ ਘਰ ਵੀ ਸੰਭਾਲਣਾ ਪਊਗਾ, ਪਿੰਡ ਵੀ ਸੰਭਾਲਣਾ ਪਊਗਾ, ਤੇ ਪਿੰਡ ਦੀ ਵੈਕਸੀਨੇਸ਼ਨ ਵੀ ਕਰਾਉਣੀ ਪਊਗੀ। ਤੇ ਵੈਕਸੀਨੇਸ਼ਨ ਦਾ ਇਹ ਵੱਡਾ ਜਿਹੜਾ ਉਹ ਹੈਗਾ ਕਿ ਆਪਾਂ ਜਿੱਥੇ ਜਿੱਥੇ ਬਿਮਾਰੀ ਫੈਲੀ ਆ ਉੱਥੇ ਨਹੀਂ, ਬਾਹਰਲੇ ਪਾਸੇ ਤੋਂ ਆਪਾਂ ਅੰਦਰ ਨੂੰ ਆਉਂਦੇ ਹੋਏ ਜਿਹੜੀਆਂ ਵੈਕਸੀਨੇਸ਼ਨ ਪਹਿਲੇ ਆਊਟਰ ਰਿੰਗ 'ਚ ਕਰਾਂਗੇ, ਉਸ ਤੋਂ ਕਰਦੇ ਕਰਦੇ ਫਿਰ ਅੰਦਰ ਨੂੰ ਆਪਾਂ ਨੇ ਆਉਣਾ ਹੈਗਾ। ਵੈਕਸੀਨੇਸ਼ਨ ਵੀ ਕਰਾਈਏ ਤੇ ਉਹਨਾਂ ਦਾ ਵੀ ਆਪਾਂ ਜਿਹੜਾ ਹੈ, ਜਿਹੜੇ ਅਵਾਰਾ ਪਸ਼ੂ ਹੈ ਇਹਨਾਂ ਨੂੰ ਸੰਭਾਲੀਏ, ਨਹੀਂ ਤਾਂ ਫਿਰ ਬਿਮਾਰੀ ਜਿਹੜੀ ਹੈ ਸਾਡੀ ਕਾਬੂ ਨਹੀਂ ਹੋਊਗੀ ਜੇ ਅਵਾਰਾ ਪਸ਼ੂਆਂ ਤੇ ਆਪਾਂ ਧਿਆਨ ਨਹੀਂ ਦਿੱਤਾ। ਸੋ ਅਗਲਾ ਸਵਾਲ ਤੇ ਨਹੀਂ, ਬੜਾ ਅੱਛਾ ਸੁਝਾਅ ਦਿੱਤਾ ਜੀ ਅੰਕਿਤ ਸ਼ਰਮਾ ਜੀ ਨੇ। ਕਹਿੰਦੇ ਵੀ ਇਹ ਸਾਨੂੰ ਜਿਹੜੀ ਡਿਸਕਸ਼ਨ ਆ ਬੜੀ ਅੱਛੀ ਲੱਗੀ ਹੈ, ਔਰ ਅਸੀਂ ਇਹਨਾਂ ਨੂੰ ਫੇਸਬੁੱਕ ਰਾਹੀਂ, ਵਟਸਐਪ ਰਾਹੀਂ, ਹੋਰ ਜਿਹੜੇ ਸਾਡੇ ਕੋਲ ਸਾਧਨ ਨੇ ਉਹਦਾ ਦੇ ਨਾਲ ਅਸੀਂ ਲੋਕਾਂ ਤੱਕ ਲੈ ਕੇ ਜਾਵਾਂਗੇ। ਔਰ ਆਪਣੀ ਖੇਤੀ ਦਾ ਵੀ ਧੰਨਵਾਦ ਕੀਤਾ। ਸੋ ਮੈਂ ਦੋਸਤੋ ਦੱਸ ਦੇਵਾਂ ਕਿ ਜਿਹੜੀ ਆਪਣੀ ਖੇਤੀ ਹੈ ਉਹ ਜਿੱਥੇ ਵੀ ਸਾਨੂੰ ਲੋਕਾਂ ਤੱਕ ਗਿਆਨ ਲਿਜਾਣ ਦੀ ਲੋੜ ਪੈਂਦੀ ਹੈ, ਫ੍ਰੀ ਆਫ ਕਾਸਟ ਇਹਨਾਂ ਦੀ ਇੱਕ ਟੀਮ ਹੈ 15-20 ਬੰਦਿਆਂ ਦੀ, ਬਹੁਤ ਅੱਛੀ ਜਿਹੜੀ ਇੱਕ IT ਕੰਪਨੀ ਆ, ਉਹਨਾਂ ਨੇ ਨਿਰਸਵਾਰਥ ਹੋ ਕੇ ਲੋਕਾਂ ਦੀ ਹਾਜ਼ਰੀ ਦੇ ਵਿੱਚ ਇਹ ਹਾਜ਼ਰ ਨੇ ਕਿ ਆਪਣੀ ਖੇਤੀ ਜਿਹੜੀ ਹੈ ਸਾਡੇ ਤੱਕ ਫ੍ਰੀ ਆਫ ਕਾਸਟ, ਕੋਈ ਵੀ ਅੱਛੀ ਜਿਹੜੀ ਸਾਨੂੰ ਜਦੋਂ ਕੋਈ ਵੀ ਮੁਸੀਬਤ ਪੈਂਦੀ ਹੈ ਉਦੋਂ ਸਾਡੇ ਵਾਸਤੇ ਐਕਸਪਰਟ ਅਰੇਂਜ ਕਰਕੇ ਸਾਡੇ ਤੱਕ ਉਹਨਾਂ ਦੀ ਜਿਹੜੀ ਗੱਲਬਾਤ ਲੈ ਕੇ ਜਾਂਦੀ ਹੈ, ਔਰ ਜਿਹੜੀ ਉਹ ਮੁਸ਼ਕਿਲ ਹੈ ਉਹ ਇੰਨੀ ਵੱਡੀ ਮੁਸ਼ਕਿਲ ਨੂੰ ਬਹੁਤ ਸੁਖਾਲਿਆਂ ਬਣਾ ਦਿੰਦੀ ਹੈ। ਸੋ ਆਪਣੀ ਖੇਤੀ ਦਾ ਮੈਂ ਵੀ ਫੇਰ ਬਹੁਤ ਧੰਨਵਾਦ ਕਰਨਾ ਚਾਹਾਂਗਾ। ਡਾਕਟਰ ਪੰਨੂ ਜੀ ਤੁਹਾਡਾ ਵੀ ਬਹੁਤ ਧੰਨਵਾਦ, ਡਾਕਟਰ ਵਰਮਾ ਜੀ ਤੁਹਾਡਾ ਵੀ ਬਹੁਤ ਧੰਨਵਾਦ। ਅੱਗੇ ਮੈਂ ਜਗਸੀਰ ਤੋਂ ਜਿਹੜਾ ਅਗਲਾ ਕੋਈ ਕੁਐਸਚਨ ਹੋਵੇ, ਜਾਂ ਮੇਰੇ ਖਿਆਲ ਤਕਰੀਬਨ ਘੰਟੇ ਦੇ ਨੇੜੇ ਦਾ ਹੋ ਗਿਆ, ਅਸੀਂ 25-30 ਮਿੰਟ ਦਾ ਪ੍ਰੋਗਰਾਮ ਕਰਨਾ ਚਾਹੁੰਦੇ ਸੀਗੇ, ਪਰ ਚਲੋ ਕੋਈ ਸਵਾਲ ਹੀ ਇੱਦਾਂ ਦੇ ਆਏਗੇ ਤੇ ਗੱਲ ਜਿਹੜੀ ਹੈਗੀ ਹੈ ਸਮਾਂ ਲੱਗਿਆ ਪਤਾ ਨਹੀਂ ਲੱਗਦਾ ਹੈਗਾ। ਜਗਸੀਰ ਜੀ ਤੁਹਾਡਾ ਜਿਹੜਾ ਆਪਣਾ ਕੀ ਵਿਚਾਰ ਨੇ? ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ। ਪਹਿਲਾਂ ਤਾਂ ਇੰਨੇ ਸ਼ਾਰਟ ਟਾਈਮ 'ਚ ਆਪਾਂ ਜਿਹੜਾ ਆਰਗੇਨਾਈਜ਼ ਕਰ ਲਿਆ ਇਵੈਂਟ ਹਨਾ, ਤੇ ਤੁਸੀਂ ਵੀ ਸਪੋਰਟ ਦਿੱਤਾ। ਇੱਕ ਲਾਸਟ ਕੁਐਸਚਨ ਆ ਬਸ ਮੇਰੇ ਕੋਲੇ ਜਿਹੜਾ ਆਇਆ, ਮੈਂ ਪੁੱਛ ਕੇ ਉਦੋਂ ਬਾਅਦ ਆਪਾਂ ਖਤਮ ਕਰਾਂਗੇ ਜੀ। ਕਹਿੰਦੇ ਆ ਕਿ ਬੱਕਰੀਆਂ ਦੇ ਵਿੱਚ ਇਹ ਬਿਮਾਰੀ ਫੈਲ ਸਕਦੀ ਹੈ, ਕਿਉਂਕਿ ਗਾਵਾਂ ਦੇ ਫਾਰਮ ਦੇ ਨਾਲ ਹੀ ਇਹਨਾਂ ਦਾ ਕੋਈ ਬੱਕਰੀਆਂ ਦਾ ਫਾਰਮ ਹੈ, ਤਾਂ ਉੱਥੇ ਪੁੱਛ ਰਹੇ ਆ ਕਿ ਬੱਕਰੀਆਂ ਦੇ ਵਿੱਚ ਇਹ ਬਿਮਾਰੀ ਆ ਸਕਦੀ ਹੈ ਜੀ? ਹਾਂ, ਇਹ ਬਹੁਤ ਵਧੀਆ ਸਵਾਲ ਹੈ। ਸਾਨੂੰ ਇਹ ਆਪਾਂ ਕਿੱਥੇ ਦੱਸਣਾ ਭੁੱਲ ਗਏ, ਕਿਉਂਕਿ ਇਹ ਹੋਸਟ ਸਪੈਸਿਫਿਕ ਵਾਇਰਸ ਹੈ। ਬੱਕਰੀਆਂ ਵਾਲਾ ਵੱਖਰਾ ਹੈ, ਜਿਹੜਾ ਗੋਟ ਪੌਕਸ ਵੈਕਸੀਨ ਹੈ ਨਾ ਆਪਾਂ, ਉਹ ਬੇਸਿਕਲੀ ਕੀ ਜਿਹੜੀ ਬੱਕਰੀਆਂ ਵਾਸਤੇ ਬਣਾਈ ਹੈਗੀ ਹੈ, ਕਿਉਂਕਿ ਇਹ ਕ੍ਰਾਸ ਇਹਨਾਂ ਦੀ ਮਤਲਬ ਕਿ ਉਹ ਕਰਦੀ ਹੈ, ਇਹ ਪ੍ਰੋਟੈਕਸ਼ਨ ਕਰਦੀ ਹੈ। ਇਸ ਕਰਕੇ ਜਿਨ੍ਹਾਂ ਫਾਰਮਾਂ ਤੇ ਗਾਵਾਂ ਮੱਝਾਂ ਨੂੰ ਹੋ ਰਹੀ ਹੈ, ਉਹਨਾਂ ਨੂੰ ਜਿਵੇਂ ਬੰਦਿਆਂ ਨੂੰ ਨਹੀਂ ਹੋ ਰਹੀ, ਉਵੇਂ ਬੱਕਰੀਆਂ ਨੂੰ ਵੀ, ਭੇਡਾਂ ਨੂੰ ਨਹੀਂ ਹੋਣੀ ਹੈਗੀ, ਕਿਉਂਕਿ ਹੋਸਟ ਸਪੈਸਿਫਿਕ ਵਾਇਰਸ ਹੈ। ਉਹਨਾਂ ਦਾ ਵੱਖਰਾ ਵਾਇਰਸ ਹੈ, ਲੰਪੀ ਸਕਿਨ ਡਿਜ਼ੀਜ਼ ਦਾ ਵੱਖਰਾ ਹੈਗਾ, ਸ਼ੀਪ ਵਾਲਾ ਵੱਖਰਾ ਹੈ। ਇਸ ਕਰਕੇ ਕੋਈ ਡਰਨ ਦੀ ਲੋੜ ਨਹੀਂ, ਘਬਰਾਉਣ ਦੀ ਲੋੜ ਨਹੀਂ। ਤੇ ਜੇ ਆਪਾਂ ਸਾਡੀਆਂ ਗਾਵਾਂ ਜੇ ਆਪਾਂ ਸਹੀ ਸੰਭਾਲ ਰਹੇ ਹਾਂ ਤੇ ਉਹ ਬਿਮਾਰੀ ਇਹਦੇ 'ਚ ਬੱਕਰੀਆਂ 'ਚ ਉਹ ਨਹੀਂ ਆਉਂਦੀ। ਜੀ ਜੀ ਬਹੁਤ ਬਹੁਤ ਧੰਨਵਾਦ ਜੀ। ਤੇ ਇੱਕ ਲਾਸਟ ਹੋਰ ਕੁਐਸਚਨ ਸਾਡੇ ਕੋਲੇ ਪਹੁੰਚਿਆ, ਜਿਵੇਂ ਜਿਵੇਂ ਫਾਰਮਰ ਅੱਗੇ ਜੁੜਦੇ ਜਾਂਦੇ ਆ, ਕਹਿੰਦੇ ਆ ਕਿ LSD ਦੁਬਾਰਾ ਹੋ ਗਈ ਜੀ, ਪਸ਼ੂ ਨੂੰ ਇੱਕ ਵਾਰੀ ਹੋਈ ਸੀ, ਠੀਕ ਹੋ ਕੇ ਫਿਰ ਦੁਬਾਰਾ ਹੋ ਗਈ, ਕੀ ਇਸ ਤਰ੍ਹਾਂ ਦਾ ਕੇਸ ਵੀ ਹੋ ਸਕਦੇ ਆ ਜੀ? ਨਹੀਂ, ਇਹੋ ਜਿਹੇ ਬਹੁਤ ਘੱਟ ਕੇਸ ਦੇਖੇ ਆ, ਕਿਉਂਕਿ ਜਿਵੇਂ ਆਪਾਂ ਕਰੋਨਾ ਆਪਾਂ ਨੂੰ ਹੋ ਜਾਂਦਾ ਸੀ, ਫਿਰ ਇਮਿਊਨਿਟੀ ਜੀ ਬਣ ਜਾਂਦੀ ਸੀ, ਫਿਰ ਦੁਬਾਰਾ ਬਹੁਤ ਘੱਟ ਲੋਕਾਂ ਨੂੰ ਹੋਇਆ। ਪਰ ਦੇਖੋ ਇੰਡੀਵਿਜੂਅਲ ਵੇਰੀਏਸ਼ਨ ਹੋ ਵੀ ਸਕਦੀ ਹੈਗੀ ਆ, ਤੇ ਪਰ ਇਹ ਕੇਸ ਅਸੀਂ ਪਹਿਲੀ ਵਾਰੀ ਮੈਂ ਸੁਣਿਆ ਨਹੀਂ ਹੈਗਾ ਇੰਨੇ ਦਿਨਾਂ 'ਚ ਕਿ ਦੁਬਾਰਾ ਹੋ ਰਹੀ ਹੈ। ਇਹਦਾ ਮਤਲਬ ਕੀ ਹੈ, ਉਹਦੀ ਐਂਟੀਬਾਡੀਜ਼, ਉਹਦੀ ਪ੍ਰੋਪਰ ਇਮਿਊਨਿਟੀ ਨਹੀਂ ਬਣੀ ਹੋਊਗੀ, ਕੋਈ ਹੋਰ ਬਿਮਾਰੀ ਨਾਲ ਚੱਲ ਰਹੀ ਹੋਊਗੀ ਤੇ ਉਹਦੇ ਕਰਕੇ ਦੁਬਾਰਾ ਹੋ ਗਈ ਹੋ। ਡਾਕਟਰ ਸਾਹਿਬ ਮੈਂ ਤੁਹਾਡੀ ਗੱਲ ਦੇ ਵਿੱਚ ਹੋਰ ਐਡ ਕਰਨਾ ਚਾਹਾਂਗਾ, ਕਿਉਂਕਿ ਮੈਂ ਫੀਲਡ ਦੇ ਨਾਲ ਮੈਂ ਵੀ ਜੁੜਿਆ ਹੋਇਆ, ਤੇ ਕੁਝ ਜਿਹੜੀਆਂ ਨਾ ਇਹਦੀਆਂ ਲੰਪਸ ਦੀਆਂ ਵੇਵਸ ਆਉਂਦੀਆਂ, ਇਹਦੇ ਵਿੱਚ ਜਿਵੇਂ 2 ਦਿਨ ਆ ਗਈਆਂ, ਫਿਰ 2-3 ਦਿਨ ਨਹੀਂ ਆਈਆਂ, ਫਿਰ ਦੁਬਾਰੇ ਫਿਰ ਆ ਗਈਆਂ 2-3 ਦਿਨ। ਸੋ ਇਹ ਬਿਮਾਰੀ ਉਹੀ ਕੰਟੀਨਿਊ ਰਹਿੰਦੀ ਹੈ। ਡਾਕਟਰ ਪੰਨੂ ਜੀ ਵੀ ਸਾਡੇ ਨਾਲ ਜੁੜੇ ਨੇ, ਮੈਂ ਇਹਨਾਂ ਨੂੰ ਵੀ ਤਾਇਦ ਇਹ ਕਰਨਗੇ ਇਸ ਗੱਲ ਦਾ ਕਿ ਕਈ ਜਿਹੜੇ ਜਾਨਵਰਾਂ ਦੇ ਵਿੱਚ ਨਾ ਪਹਿਲਾਂ ਹੋ ਕੇ ਲੰਪਸ ਉਹ ਥੱਲੇ ਬੈਠ ਜਾਂਦੇ ਆ, ਦੁਬਾਰੇ ਫੇਰ ਆ ਜਾਂਦੇ ਆ, ਕਿਉਂਕਿ 12-14 ਦਿਨ ਦਾ ਪ੍ਰੋਸੈਸ ਆ। ਮੈਂ ਦੇਖਿਆ ਹੈ ਕਿ ਇਹ ਤਕਰੀਬਨ 15 ਦਿਨ ਦੇ ਵਿੱਚ ਜਿਹੜੀ ਫੀਲਡ ਦੇ ਵਿੱਚ ਜਿੱਥੇ ਵੀ
ਲੋਕਲ ਆਈਡੀ ਏਰੀਏ ਦੇ ਵਿੱਚ ਇਹ ਬਿਮਾਰੀ ਆ ਗਈ ਤੇ ਅਗਲੇ 15-20 ਦਿਨ ਜਾਣ ਤੇ ਲੱਗਦੇ ਆ। ਅੱਗੇ ਤਾਂ ਹੁਣ ਸਮਾਂ ਹੀ ਦੱਸੇਗਾ। ਤਕਰੀਬਨ ਇਹ ਮਹੀਨੇ ਦਾ ਚੱਕਰ ਜਿੱਥੇ ਵੀ ਆਉਂਦੀ ਹੈ ਬਿਮਾਰੀ ਹੈ। ਡਾਕਟਰ ਪੰਨੂ ਜੀ, ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ? ਮੇਰੇ ਖਿਆਲ ਡਾਕਟਰ ਪੰਨੂ ਦੇ ਕੋਲ ਥੋੜਾ ਜਿਹੜਾ ਸਾਡਾ ਨੈਟਵਰਕ ਦੀ ਪ੍ਰੋਬਲਮ ਹੈਗੀ ਆ। ਜੇ ਅਜੇ ਵੀ ਹਾਂਜੀ ਹਾਂਜੀ ਡਾਕਟਰ ਸਾਹਿਬ, ਮੈਂ ਲਾਸਟ ਕਲੀਅਰ ਕਰਨਾ ਚਾਹਾਂਗਾ ਕਿ ਜਿਹੜੇ ਉਮਰ ਦੇ ਇੱਕ ਐਨੀਮਲ ਹੈ ਦੇ 14-15 ਮਿੰਟ ਠੀਕ ਹੈ, ਜਿਹੜੇ 14-15 ਤੰਦਰੁਸਤ ਨੇ ਜ਼ਰੂਰ ਲਵਾਓ। ਅਸੀਂ ਪਿਛਲੇ ਦਿਨਾਂ 'ਚ ਵੇਖਿਆ ਕਿ ਜਿਹੜੇ ਵੈਕਸੀਨ ਲਵਾਈ ਉਹਦੇ ਤਕਰੀਬਨ ਐਨੀਮਲ 90% ਠੀਕ ਰਿਹਾ। ਜੇ ਕਿ 10% ਨੂੰ ਆਈ ਵੀ ਹੈ ਤੇ ਮਾਈਲਡ ਬਿਮਾਰੀ ਆਈ ਆ ਜਿਹੜੀ ਕਿ 4-5 ਦਿਨਾਂ 'ਚ ਠੀਕ ਹੋ ਗਈ। ਇਹ ਕਰਕੇ ਹੁਣ ਵੈਕਸੀਨ ਤੇ ਜ਼ੋਰ ਦੇਣ ਦੀ ਲੋੜ ਹੈ। ਆਪਣੇ ਨਜ਼ਦੀਕੀ ਹਸਪੀਟਲ ਜਾ ਕੇ ਤੇ ਵੈਕਸੀਨ ਦਾ ਜ਼ਰੂਰ ਆਪਣੇ ਜਿਹੜੇ ਤੰਦਰੁਸਤ ਗਾਵਾਂ ਨੇ ਉਹਨਾਂ ਨੂੰ ਲਵਾਓ। ਬਾਕੀ ਮੱਝਾਂ ਦੇ ਵਿੱਚ ਮੈਂ ਇੱਕ ਚੀਜ਼ ਦੇਖਿਆ ਹੈਗਾ, ਉਹ ਵੀ ਕਨਫਰਮ ਨਹੀਂ ਆਪਾਂ ਕਰ ਸਕਦੇ ਜਿੰਨੇ ਚਿਰ ਤੱਕ ਉਹ ਭਾਲ ਲੈਬ ਕਨਫਰਮ ਨਾ ਕਰੇ ਤੇ ਉਹ ਆਪੇ ਰਿਕਵਰ ਹੋ ਗਏ। ਕੋਈ ਇੰਜੈਕਸ਼ਨ ਨਹੀਂ ਲਾਇਆ, ਜੇ ਉਹਨੂੰ ਧੱਫੜ ਹੋਈ ਉਹ ਆਪੇ ਠੀਕ ਹੋ ਗਈ। ਬਾਕੀ ਜਿਹੜੇ ਮੱਝਾਂ ਰੱਖਦੇ ਨੇ ਉਹਨਾਂ ਨੂੰ ਬਹੁਤੀ ਫਿਕਰ ਕਰਨ ਦੀ ਨਹੀਂ ਲੋੜ ਹੈਗੀ, ਕਿਉਂਕਿ ਕਈ ਵਾਰੀ ਫਾਰਮਰ ਸਾਨੂੰ ਸਵਾਲ ਪੁੱਛਦੇ ਸਾਡੀਆਂ ਮੱਝਾਂ ਨੂੰ ਵੈਕਸੀਨ ਲਾਓ। ਜੇ ਮੱਝਾਂ ਨੂੰ ਬਿਮਾਰੀ ਮਾਈਲਡ ਹੀ ਆ ਜਾਂ ਆਈ ਬਿਲਕੁਲ ਘੱਟ ਰਹੀ ਜਾਂ ਆ ਹੀ ਨਹੀਂ ਰਹੀ ਤੇ ਫਿਰ ਵੈਕਸੀਨ ਦੀ ਕੋਈ ਜ਼ਰੂਰਤ ਵੀ ਨਹੀਂ ਹੈ। ਮੇਨ ਗਾਵਾਂ ਨੂੰ ਆ ਰਹੀ ਹੈ, ਗਾਵਾਂ ਦੀ ਵੈਕਸੀਨ ਜ਼ਰੂਰ ਕਰਾ ਲਓ। ਤੰਦਰੁਸਤ ਗਾਵਾਂ ਦੀ ਕਰਾਉਣੀ ਹੈ। ਹਾਂਜੀ ਡਾਕਟਰ ਵਰਮਾ ਜੀ। ਹਾਂਜੀ ਜੀ ਦੱਸੋ। ਹਾਂ, ਥੋੜਾ ਜਿਹਾ ਵੈਸੇ ਤਾਂ ਵੈਕਸੀਨ ਦਾ ਥੋੜਾ ਜਿਹਾ ਇਹ ਆ ਵੀ ਹੋ ਸਕਦਾ ਕਿ ਅਵੇਲੇਬਿਲਿਟੀ ਤੇ ਵੀ ਅਸਰ ਪਵੇ। ਡਾਕਟਰ ਪੰਨੂ ਦੀ ਗੱਲ ਮੈਂ ਥੋੜੀ ਸਮਝ ਵੀ ਰਿਹਾ ਸੀ ਕਿ ਮੱਝਾਂ ਦੇ ਵਿੱਚ ਨਹੀਂ ਆ ਰਹੀ ਜਾਂ ਆਪਣੇ ਆਪ ਠੀਕ ਹੋ ਰਹੀ ਆ, ਜੇ ਉਹ ਵੀ ਹੋਣਾ। ਸੋ ਵੈਕਸੀਨ ਦਾ ਜਿਹੜਾ ਥੋੜਾ ਜਿਹਾ ਸਵਾਲ ਉੱਠਿਆ ਕਿ ਮੱਝਾਂ ਗਾਵਾਂ ਦੇ ਵਿੱਚ ਦੋਵਾਂ ਦੇ ਵਿੱਚ ਕਰਾਉਣੀ ਆ ਜਾਂ ਕੀ ਕਰਾਉਣੀ ਆ, ਤੁਹਾਡਾ ਓਪੀਨੀਅਨ ਕੀ ਹੈਗਾ? ਦੇਖੋ, ਸਾਡੇ ਵੱਲੋਂ ਤਾਂ ਇੱਕ ਬਲੈਂਕਟ ਉਹ ਜਾਂਦੀ ਹੈ, ਰਿਕਮੈਂਡੇਸ਼ਨ ਜਾਂਦੀ ਹੈ ਕਿ ਆਪਾਂ ਨੇ ਦੋਨਾਂ ਨੂੰ ਕਰਾਣੀ, ਕਿਉਂਕਿ ਵੈਕਸੀਨ ਇਸ ਵੇਲੇ ਘੱਟ ਅਵੇਲੇਬਲ ਹੈ। ਇੰਨੀ ਵੈਕਸੀਨ ਜਿੰਨੀ ਆਪਾਂ ਨੂੰ ਲੋੜੀਂਦੀ ਹੈਗੀ ਆ ਉਨੀ ਅਵੇਲੇਬਲ ਨਹੀਂ ਹੈਗੀ। ਤਾਂ ਗਾਵਾਂ 'ਚ ਜ਼ਿਆਦਾ ਸਮੱਸਿਆ ਕਰ ਰਹੀ ਤੇ ਗਾਵਾਂ 'ਚ ਆਪਾਂ ਪਹਿਲੇ ਲਵਾ ਲਈਏ। 4 ਮਹੀਨੇ ਤੋਂ ਉੱਪਰ ਦੇ ਜਿਹੜੇ ਵੀ ਜਾਨਵਰ ਗਾਈਆਂ ਹੈਗੀਆਂ ਆਪਾਂ ਨੇ, ਚਾਹੇ ਉਹ ਦੋਗਲੀਆਂ ਹੈ, ਚਾਹੇ ਦੇਸੀ ਹੈ, ਚਾਹੇ ਪਿਓਰ ਹੈ, ਉਹਨਾਂ 'ਚ ਲਵਾਉਣੀਆਂ ਹੈਗੀਆਂ। ਚਾਹੇ ਉਹ ਪ੍ਰੈਗਨੈਂਟ ਹੈ, ਇਹ ਗੱਲ ਧਿਆਨ ਦੇਣ ਦੀ ਲੋੜ ਹੈ, ਉਹਦੇ 'ਚ ਵੀ ਲਵਾਉਣੀ ਹੈ। ਜੇ ਆਪਣੇ ਕੋਲ ਵੈਕਸੀਨ ਅਵੇਲੇਬਲ ਹੈ ਤਾਂ ਮੱਝਾਂ 'ਚ ਵੀ ਲਵਾ ਲੈਣੀ ਚਾਹੀਦੀ। ਹਾਲੇ ਕਿ ਮੱਝਾਂ 'ਚ ਤੇ ਜਿਹੜੀ ਦੂਜੀ ਜਿਵੇਂ ਕਿਹਾ ਹੈ ਕਿ ਦੇਸੀ ਗਾਵਾਂ 'ਚ ਘੱਟ ਹੋ ਰਹੀ ਹੈ, ਪਰ ਉਧਰੋਂ ਵੈਕਸੀਨ ਸਾਡੇ ਕੋਲ, ਕਿ ਜਿੰਨੀ ਵੈਕਸੀਨ ਸਾਡੇ ਕੋਲ ਅਵੇਲੇਬਲ ਹੈ ਉਹਦਾ ਆਪਾਂ ਰੈਸ਼ਨਲ ਯੂਜ਼ ਹੀ ਕਰੀਏ, ਗਾਈਆਂ 'ਚ ਪਹਿਲੇ ਲਵਾਈਏ ਤੇ ਜੇ ਅਵੇਲੇਬਲ ਹੈ ਤਾਂ ਮੱਝਾਂ 'ਚ ਵੀ ਲਵਾ ਸਕਦੇ ਹਾਂ। ਐਨੂਅਲ ਵੈਕਸੀਨੇਸ਼ਨ ਵੀ ਸਾਨੂੰ ਕਰਨੀ ਪਊਗੀ, ਦੁਬਾਰਾ ਵੀ ਕਰਨੀ। ਹਾਂ, ਸੋ ਜਿੰਨੇ ਵੀ ਸਰੋਤੇ ਜੁੜੇ ਨੇ ਮੈਂ ਫਿਰ ਦੱਸ ਦਿਆਂ ਕਿ ਜਿਸ ਤਰ੍ਹਾਂ ਡਾਕਟਰ ਪੰਨੂ ਨੇ ਦੱਸਿਆ ਔਰ ਮੈਂ ਵੀ ਆਪਣੇ ਇਲਾਕੇ ਦੇ ਵਿੱਚ ਆਪਣੇ ਘਰ ਦੇ ਵਿੱਚ ਜਿਹੜੀ ਹੈ ਵੈਕਸੀਨ ਜਿਹੜੀ ਹੈ ਲਵਾਈ ਸੀ। ਕੁਝ ਨੁਕਸਾਨ ਤੇ ਹੋਣ ਦਾ ਡਰ ਰਹਿੰਦਾ ਜੀ, 3-4 ਦਿਨ ਦੇ 5 ਦਿਨ ਦੇ ਵਿੱਚ ਹੀ ਬਿਮਾਰੀ ਆ ਜਾਂਦੀ, ਕਿਉਂਕਿ ਜਦੋਂ ਅਸੀਂ ਵੈਕਸੀਨ ਬੇਸ਼ੱਕ ਪਹਿਲੀ ਕਿ ਲਵਾ ਲਈ ਪਰ ਬਿਮਾਰੀ ਇੰਨੀ ਤੇਜ਼ੀ ਦੇ ਨਾਲ ਆਈ। ਪਰ ਜਿੱਥੇ ਬਿਮਾਰੀ ਦੇ 12-14 ਦਿਨ ਲੰਘ ਗਏ ਉੱਥੇ ਬਿਮਾਰੀ ਨਹੀਂ ਆਈ। ਸੋ ਵੈਕਸੀਨ ਬਹੁਤ ਕਾਰਗਰ ਹੈ ਔਰ ਜਿਹੜੀ ਇਹ ਵੈਕਸੀਨ ਹੈ ਇਹ ਨੁਕਸਾਨ ਵੀ ਨਹੀਂ ਕਰਦੀ, ਜਿਹੜੀ ਆਪਣੀ ਕ੍ਰਾਸ ਇਮਿਊਨਿਟੀ ਤਾਂ ਦਿੰਦੀ ਹੈ ਪਰ ਵਿਰੂਲੈਂਸ ਨਹੀਂ ਹੈ ਮੱਝਾਂ ਔਰ ਗਾਵਾਂ ਵਾਸਤੇ। ਮੇਰੇ ਖਿਆਲ 'ਚ ਡਾਕਟਰ ਵਰਮਾ ਜੀ ਮੇਰੀ ਇਸ ਗੱਲ ਨਾਲ ਸਹਿਮਤ ਹੋਣਗੇ। ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ। ਇਹ ਇਮਿਊਨਿਟੀ ਦਿੰਦੀ ਹੈ ਤੇ ਵਿਰੂਲੈਂਸ ਨਹੀਂ ਹੈਗਾ। ਇਹ ਜਿਹੜੀ ਵਿਰੂਲੈਂਸ ਵਾਲੀ ਜਿਹੜੀ ਸਟ੍ਰੇਨ ਹੈਗੀ ਉਹ ਫੀਲਡ ਸਟ੍ਰੇਨ ਵੱਖਰੀ ਹੈ, ਉਹ ਵੀ ਆਈਸੋਲੇਟ ਕੀਤੀ ਹੋਈ ਹੈ ਲੰਪੀ ਸਕਿਨ ਡਿਜ਼ੀਜ਼ ਦੀ। ਹਾਂਜੀ, ਸੋ ਮਿਹਰਬਾਨੀ ਡਾਕਟਰ ਵਰਮਾ ਜੀ। ਹਾਂਜੀ ਜਗਸੀਰ ਜੀ, ਕੀ ਅੱਗੇ ਤੁਹਾਡਾ ਹੈ? ਮੇਰੇ ਖਿਆਲ ਡਾਕਟਰ ਸਾਹਿਬ ਇੱਕ ਘੰਟਾ ਹੋ ਗਿਆ ਜੀ ਲਗਾਤਾਰ, ਹਨਾ, ਤੇ ਬਹੁਤ ਵਧੀਆ ਡਿਸਕਸ਼ਨ ਰਹੀ, ਬਹੁਤ ਵਧੀਆ ਸੁਝਾਅ ਦਿੱਤੇ, ਫੀਲਡ ਦਾ ਐਕਸਪੀਰੀਅੰਸ ਵੀ ਸ਼ੇਅਰ ਕੀਤਾ ਤੁਸੀਂ। ਜਿਹੜੇ ਕਿਸਾਨ ਵੀਰ ਬਾਅਦ ਚ ਵੀਡੀਓ ਦੇਖਣਗੇ, ਮੇਰੀ ਉਹਨਾਂ ਨੂੰ ਰਿਕੁਐਸਟ ਹੈ ਵੀ ਤੁਸੀਂ ਆਪਦੇ ਕਮੈਂਟ ਬੇਝਿਜਕ ਦੇ ਵਿੱਚ ਦੱਸ ਦਿਓ, ਕਿਉਂਕਿ
ਕਈ ਵਾਰੀ ਫੋਨ ਤੇ ਗੱਲ ਕਰਕੇ ਜਿਹੜਾ ਹੱਲ ਪਤਾ ਲੱਗਦਾ, ਉਹਦੇ ਲਈ ਪਸ਼ੂ ਦੀ ਕੇਸ ਹਿਸਟਰੀ ਪਤਾ ਹੋਣੀ ਚਾਹੀਦੀ ਹੈ ਨਾ। ਕਮੈਂਟ ਦੇ ਵਿੱਚ ਕਈ ਵਾਰੀ ਤੁਹਾਨੂੰ ਹੋ ਸਕਦਾ ਕਿ ਪੂਰਾ ਜਵਾਬ ਨਾ ਮਿਲੇ, ਪਰ ਤੁਸੀਂ ਆਪਦਾ ਸਵਾਲ ਜਿੰਨੇ ਵਧੀਆ ਤਰੀਕੇ ਨਾਲ ਲਿਖੋਗੇ ਉਹਨਾਂ ਡਾਕਟਰ ਸਾਹਿਬ ਨੂੰ ਸਮਝਣਾ ਸੌਖਾ ਹੋਊਗਾ ਤੇ ਜਵਾਬ ਅਸੀਂ ਲੈ ਕੇ ਤੁਹਾਡੇ ਤੱਕ ਪਹੁੰਚਾਵਾਂਗੇ। ਤੋਂ ਬਾਅਦ ਚ ਵੀ ਜਿਹੜੇ ਕਿਸਾਨ ਵੀਰ ਵੀਡੀਓ ਦੇਖਣਗੇ ਉਹ ਸਾਰੇ ਇਹਦੇ ਵਿੱਚ ਕਮੈਂਟ ਕਰ ਸਕਦੇ ਆ ਜਾਂ ਸ਼ੇਅਰ ਕਰਿਓ। ਸਾਡੀ ਜਿਹੜੀ 1 ਘੰਟੇ ਦੀ ਡਿਸਕਸ਼ਨ ਹੈ, ਡਾਕਟਰ ਹਰੀਸ਼ ਵਰਮਾ ਜੀ ਨੇ ਬਹੁਤ ਸੌਖੇ ਤਰੀਕੇ ਨਾਲ ਸਮਝਾਇਆ, ਡਾਕਟਰ ਕੇਵਲ ਅਰੋੜਾ ਜੀ ਨੇ ਬਹੁਤ ਵਧੀਆ ਕੋਆਰਡੀਨੇਟ ਕੀਤਾ, ਤੇ ਉਮੀਦ ਕਰਦੇ ਆ ਵੀ ਇਹ ਸਾਰਥਕ ਸਿੱਧ ਹੋਊਗੀ। ਸੋ ਇੰਨੇ ਸ਼ਬਦਾਂ ਦੇ ਨਾਲ ਮੈਂ ਡਾਕਟਰ ਹਰੀਸ਼ ਵਰਮਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ, ਤੇ ਜਿਨ੍ਹਾਂ ਨੇ ਆਪਣਾ 1 ਘੰਟਾ ਜਿਹੜਾ ਸਾਡੇ ਲਈ ਕੱਢਿਆ। ਡਾਕਟਰ ਕੇਵਲ ਅਰੋੜਾ ਜੀ ਦਾ ਬਹੁਤ ਬਹੁਤ ਧੰਨਵਾਦ, ਡਾਕਟਰ ਅਮਰਪ੍ਰੀਤ ਪੰਨੂ ਜੀ ਦਾ ਖਾਸ ਤੌਰ ਤੇ ਬਹੁਤ ਬਹੁਤ ਧੰਨਵਾਦ ਜਿਹੜੇ ਇਸ ਵੈਬੀਨਾਰ 'ਚ ਸ਼ਾਮਲ ਹੋਏ। ਤਾਂ ਮੈਂ ਤੁਹਾਡਾ ਆਪਣੀ ਖੇਤੀ ਟੀਮ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ। ਡਾਕਟਰ ਸਾਹਿਬ ਤੁਸੀਂ ਲਾਸਟ ਜਿਹੜਾ ਕੁਝ ਕਹਿਣਾ ਚਾਹੁੰਦੇ ਹੋ ਤਾਂ ਅਦਰਵਾਈਜ਼ ਆਪਾਂ ਫਿਰ ਖਤਮ ਕਰੀਏ ਜੀ। थैंक्स। फिर मैं खास करके डॉक्टर वर्मा जी का और डॉक्टर अमरप्रीत पंनू जी का बहुत ही मेहनती वर्कर ने ये, और कई बार असी भी निजी तौर पर इन्हों तो सलाह लेने, क्योंकि इन्होंने जिथे मेहनत की है एमबीएससी मेडिसन में, और बहुत सारा जो काम है ये आप करते हैं। सो फिर बहुत बहुत धन्यवाद, और इसी तरह फिर कोई ना कोई मसला लेके जुड़ते रहांगे। मेहरबानी। बहुत बहुत धन्यवाद। सारा सत श्री अकाल। थैंक यू। थैंक यू।